हाँ जी, सत श्री अकाल बाई सारिਆਂ ਨੂੰ। ਬੱਚੇ ਸਕਸੈਸ ਟਰੀ ਪੰਜਾਬ ਦੇ YouTube ਚੈਨਲ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ। ਮੈਂ ਤੁਸੀਂ ਸਾਰੇ ਜਾਣਦੇ ਹੋ ਕਿ ਰੋਜ਼ ਦੁਪਹਿਰੇ 12 ਵਜੇ ਆਪਾਂ ਪੰਜਾਬ ਦੇ ਸਾਡੇ ਅਗਲੇ ਸਮੇਂ 'ਚ ਜਿੰਨੇ ਐਗਜ਼ਾਮਸ ਨੇ ਆਪਾਂ ਰੋਜ਼ ਗੱਲ ਕਰਦੇ ਹਾਂ ਕਿ ਸਾਡਾ ਐਕਸਾਈਜ਼ ਇੰਸਪੈਕਟਰ ਦਾ ਐਗਜ਼ਾਮ ਹੈ, ਕੋਆਪਰੇਟਿਵ ਇੰਸਪੈਕਟਰ ਦੀ ਸਾਡੀ ਡੇਟ ਅਨਾਉਂਸ ਹੋ ਚੁੱਕੀ ਹੈ, 20 ਨਵੰਬਰ ਨੂੰ ਉਹ ਐਗਜ਼ਾਮ ਹੋਣਾ ਹੈ, ਵੀਡੀਓ ਦਾ ਐਗਜ਼ਾਮ ਹੈ। ਇਸ ਤੋਂ ਬਿਨਾਂ ਸੀਨੀਅਰ ਅਸਿਸਟੈਂਟ ਦੀਆਂ ਭਰਤੀਆਂ ਨਿਕਲੀਆਂ ਹੋਈਆਂ ਨੇ, ਅੱਗੇ ਪਿੱਛੇ ਉਹ ਐਗਜ਼ਾਮ ਦੇਖਿਆ ਜਾਣਾ ਹੈ। ਪੰਜਾਬ ਦੇ ਵਿੱਚ ਪਟਵਾਰੀ ਦੀ 800 ਭਰਤੀਆਂ ਨਿਕਲਣ ਦੀ ਗੱਲ ਹੋ ਰਹੀ ਹੈ, ਉਹਦੀ ਅਗਲੇ ਦਿਨਾਂ 'ਚ ਨੋਟੀਫਿਕੇਸ਼ਨ ਦੇਖੀ ਜਾਊਗੀ, ਫਿਰ ਉਹ ਐਗਜ਼ਾਮ ਵੀ 3-4 ਮਹੀਨਿਆਂ ਦੇ ਵਿੱਚ ਦੇਖਾਂਗੇ। ਤੇ ਇਹਦੇ ਨਾਲ ਪੰਜਾਬ ਪੁਲਿਸ ਦਾ ਸਬ ਇੰਸਪੈਕਟਰ ਦਾ ਪਿਛਲੇ ਸਾਲ ਜਿਹੜਾ ਕੈਂਸਲ ਹੋ ਗਿਆ ਸੀ ਪੇਪਰ ਬੱਚੇ, ਉਹ ਰੀਸ਼ੈਡਿਊਲ ਹੋਣਾ ਤੇ ਇਸ ਤੋਂ ਬਿਨਾਂ ਨਵੀਆਂ ਭਰਤੀਆਂ ਨਿਕਲਣੀਆਂ ਨੇ। ਤਾਂ ਅਗਲੇ ਸਮੇਂ 'ਚ ਸਾਡਾ ਜਿੰਨਾ 3-4 ਮਹੀਨੇ ਦਾ ਜਾਂ 6 ਮਹੀਨੇ ਦਾ ਸਮਾਂ ਹੈ, ਪੰਜਾਬ ਦੇ ਐਗਜ਼ਾਮਸ ਲੜੀਵਾਰ ਉਹਦੇ ਵਿੱਚ ਹੋਣੇ ਨੇ। ਤਾਂ ਉਹਨਾਂ ਐਗਜ਼ਾਮਸ ਦੀ ਫੁੱਲ ਸਿਲੇਬਸ ਦੀ ਤਿਆਰੀ ਵੀ ਆਪਾਂ ਕੀਤੀ ਹੈ, ਜਿਹਦੇ ਵਿੱਚ ਕਿ ਆਪਾਂ ਸਕਸੈਸ ਟਰੀ ਪੰਜਾਬ ਤੇ ਮਾਸਟਰ ਕੋਰਸ ਦਾ ਬੈਚ ਲਾਇਆ। ਤੁਹਾਡੇ ਵਿੱਚੋਂ ਜਿਹੜੇ ਸਟੂਡੈਂਟਸ ਇੱਥੇ ਪੜ੍ਹੇ ਨੇ ਜਾਂ ਕਿਤੇ ਵੀ ਆਨਲਾਈਨ ਜਾਂ ਆਫਲਾਈਨ ਕੋਚਿੰਗ ਲਈ ਹੈ, ਪੂਰਾ ਸਿਲੇਬਸ ਕੀਤਾ ਹੈ ਜਾਂ ਫਿਰ ਸੈਲਫ ਸਟੱਡੀ ਕੀਤੀ ਹੈ, ਉਸ ਪੂਰੇ ਸਿਲੇਬਸ ਦੀ ਪ੍ਰੈਕਟਿਸ ਦੇ ਲਈ ਤੇ ਕੱਲੀ ਪ੍ਰੈਕਟਿਸ ਦੇ ਲਈ ਹੀ ਨਹੀਂ, ਪੜ੍ਹੇ ਹੋਏ ਨੂੰ ਪੋਲਿਸ਼ ਕਰਨਾ। ਤੇ ਜਿਹੜਾ ਖਾਸ ਕਰਕੇ ਮੈਂ ਨਾਇਬ ਤਹਿਸੀਲਦਾਰ ਦੇ ਪੇਪਰ ਨੂੰ ਕੋਟ ਕਰਦਾ ਕਿ ਉਹਦੇ ਵਿੱਚ ਜਿਹੜਾ ਆਪਾਂ ਲੈਵਲ ਦੇਖਿਆ, ਤਾਂ PPSC ਨੇ ਸਾਡੇ ਅਗਲੇ ਸਮੇਂ 'ਚ ਜਿੰਨੇ ਐਗਜ਼ਾਮਸ ਕੰਡਕਟ ਕਰਨੇ ਨੇ, ਇਹ ਪੂਰੇ ਸਿੱਧੇ ਸੰਕੇਤ ਨੇ ਕਿ ਉਹਨਾਂ ਦੇ ਵਿੱਚ ਵੀ ਲੈਵਲ ਉਹੀ ਆਉਣਾ ਹੈਗਾ, ਚਾਹੇ ਉਹ ਸਾਡਾ ਸੀਨੀਅਰ ਅਸਿਸਟੈਂਟ ਦਾ ਪੇਪਰ ਹੋਣਾ, ਚਾਹੇ ਸਾਡਾ ਕੋਆਪਰੇਟਿਵ ਇੰਸਪੈਕਟਰ ਦਾ ਪੇਪਰ ਹੋਣਾ। ਇਸ ਤੋਂ ਬਿਨਾਂ PSSB ਵੀ ਆਪਣੇ ਲੈਵਲ ਨੂੰ ਰਾਈਜ਼ ਕਰ ਰਿਹਾ ਹੈ। ਤਾਂ ਅਗਲੇ ਸਮੇਂ 'ਚ ਸਾਡੇ ਐਗਜ਼ਾਮਸ ਦੇ ਵਿੱਚ ਅਸੀਂ ਮੈਥ ਦੇ, ਰੀਜ਼ਨਿੰਗ ਦੇ ਜਾਂ ਬਾਕੀ ਸਬਜੈਕਟਸ ਦੇ ਸਵਾਲ ਜਿਸ ਨੇਚਰ ਦੇ ਦੇਖਣੇ, ਜਿਸ ਲੈਵਲ ਦੇ ਦੇਖਣੇ ਆ, ਅਸੀਂ ਉਸ ਲੈਵਲ ਨੂੰ ਮੀਟ ਕਰਨ ਦੇ ਲਈ ਆਪਣੀ ਤਿਆਰੀ ਨੂੰ ਉੱਥੇ ਤੱਕ ਲੈ ਕੇ ਜਾ ਸਕੀਏ। ਇਹਨੂੰ ਧਿਆਨ 'ਚ ਰੱਖ ਕੇ ਬੱਚੇ ਆਪਾਂ ਸਕਸੈਸ ਟਰੀ ਪੰਜਾਬ ਤੇ ਇਹ ਸਿਲੈਕਸ਼ਨ ਗਾਈਡ ਦੀ ਸੀਰੀਜ਼ ਚਲਾਈ ਸੀ ਦੁਪਹਿਰੇ 12 ਵਜੇ, ਜਿਹਦੇ ਵਿੱਚ ਕਿ ਸਾਰੇ ਸਬਜੈਕਟਸ ਜਿਹੜੇ ਆਪਣੇ ਕਾਮਨ ਸਬਜੈਕਟਸ ਨੇ, ਜਿਹਦੇ ਵਿੱਚ ਆਪਣਾ ਮੈਥ, ਰੀਜ਼ਨਿੰਗ ਆ ਜਾਂਦਾ, ਇੰਗਲਿਸ਼ ਆ ਜਾਂਦੀ ਹੈ, GS ਦੇ ਸਾਰੇ ਸਬਜੈਕਟਸ ਆ ਜਾਂਦੇ ਨੇ, ਇਹਨਾਂ ਦੇ ਸਾਰੇ ਸਿਲੇਬਸ ਨੂੰ ਆਪਾਂ ਟੌਪਿਕ ਵਾਈਜ਼, ਚੈਪਟਰ ਵਾਈਜ਼ ਕਵਰ ਕਰ ਰਹੇ ਹਾਂ, ਪੂਰੀ ਪ੍ਰੈਕਟਿਸ ਕਰ ਰਹੇ ਹਾਂ ਤੇ ਉਸ ਲੈਵਲ ਦੇ ਕੁਐਸਚਨਸ ਨੂੰ ਮੀਟ ਕਰ ਰਹੇ ਹਾਂ ਜਿਹੜੇ ਕਿ ਅਗਲੇ ਸਮੇਂ 'ਚ ਪੇਪਰਾਂ ਦੇ ਵਿੱਚ ਦੇਖਣੇ ਨੇ। ਤਾਂ ਉਸੇ ਲੜੀ ਦੇ ਵਿੱਚ ਅੱਜ ਆਪਣੀ ਫਿਰ ਮੈਥ ਦੀ ਕਲਾਸ ਹੈ। ਆਪਾਂ ਨੂੰ ਹਫਤੇ ਦੇ ਕਰੀਬ ਸਮਾਂ, ਹਫਤੇ ਤੋਂ ਜ਼ਿਆਦਾ ਸਮਾਂ ਹੋ ਗਿਆ ਜਦੋਂ ਦੀ ਇਹ ਸੀਰੀਜ਼ ਚੱਲਦੀ ਹੈ। ਤਾਂ ਉਹਦੇ ਵਿੱਚ ਮੈਥ ਦੀ ਆਪਣੀ ਤੀਜੀ ਕਲਾਸ ਆ, ਜਿਹਦੇ ਵਿੱਚ ਕਿ ਪਹਿਲੀ ਕਲਾਸ 'ਚ ਬੱਚੇ ਆਪਾਂ ਪਰਸੈਂਟੇਜ ਜਿਵੇਂ ਕਵਰ ਕੀਤਾ ਸੀ, ਦੂਜੀ ਕਲਾਸ ਦੇ ਵਿੱਚ ਆਪਾਂ ਰੇਸ਼ੀਓ ਕਵਰ ਕੀਤਾ ਸੀ। ਤਾਂ ਅੱਜ ਦੀ ਕਲਾਸ ਦੇ ਵਿੱਚ ਤੁਸੀਂ ਥੰਬਨੇਲ ਤੋਂ ਵੀ ਪੜ੍ਹ ਪਾ ਰਹੇ ਹੋ ਕਿ ਏਜਿਸ ਤੇ ਪਾਰਟਨਰਸ਼ਿਪ ਦੋਵੇਂ ਚੈਪਟਰ ਆਪਣੇ ਰੇਸ਼ੀਓ ਬੇਸਡ ਚੈਪਟਰਸ ਨੇ। ਪਰਸੈਂਟੇਜ ਦੇ ਵੀ ਕੁਝ ਫੰਕਸ਼ਨਸ ਆਪਾਂ ਯੂਜ਼ ਕਰਦੇ ਹਾਂ, ਰੇਸ਼ੀਓ ਬੇਸਡ ਚੈਪਟਰਸ ਨੇ। ਤਾਂ ਅੱਜ ਦੀ ਕਲਾਸ ਦੇ ਵਿੱਚ, ਅੱਜ ਦੇ ਇਸ ਸੈਸ਼ਨ ਦੇ ਵਿੱਚ ਏਜਿਸ ਤੇ ਪਾਰਟਨਰਸ਼ਿਪ ਦੇ ਸਵਾਲਾਂ ਦੀ ਆਪਾਂ ਪ੍ਰੈਕਟਿਸ ਕਰਾਂਗੇ। ਤੇ ਬੇਸਿਕਲੀ ਮੈਂ ਜਿਵੇਂ ਹਰ ਕਲਾਸ 'ਚ ਕਹਿੰਦਾ ਕਿ ਯਾਰ ਮੈਥ ਦੀ ਕਲਾਸ ਦੇ ਵਿੱਚ ਆਪਾਂ ਆਪਣੀ ਤਿਆਰੀ ਦਾ, ਆਪਣੀ ਪ੍ਰੈਕਟਿਸ ਦਾ ਲੈਵਲ ਉਹ ਰੱਖਣਾ ਹੈ ਜਿਹੜਾ ਕਿ ਆਪਾਂ ਕਹਿੰਦੇ ਹਾਂ ਕਿ ਆਮ ਤੌਰ ਤੇ ਆਪਾਂ ਕਲਾਸਾਂ ਦੇ ਵਿੱਚ ਪ੍ਰੈਕਟਿਸ ਕਰਦੇ ਹਾਂ, ਹੋਰ ਕਿਤਾਬਾਂ ਦੇ ਵਿੱਚ ਨਹੀਂ ਦੇਖਦੇ ਕੁਐਸਚਨਸ। ਤਾਂ ਜਿਵੇਂ ਨੈਬ ਦੇ ਪੇਪਰ 'ਚ ਸਾਡੇ ਕੁਝ ਸਵਾਲਾਂ ਨੇ ਸਾਨੂੰ ਹੈਰਾਨ ਕਰਤਾ ਸੀਗਾ ਕਿ ਯਾਰ ਆਹ ਕੁਐਸਚਨ ਕਿੱਥੋਂ ਬਣ ਕੇ ਆ ਗਏ, ਤਾਂ ਅਗਲੇ ਸਾਡੇ ਐਗਜ਼ਾਮਸ ਦੇ ਵਿੱਚ ਅਸੀਂ ਘੱਟੋ ਘੱਟ ਉਨਾ ਹੈਰਾਨ ਨਾ ਹੋਈਏ, ਅਸੀਂ ਉਹ ਸਵਾਲ ਦੇਖੇ ਹੋਣ, ਉਹਨਾਂ ਦੀ ਪ੍ਰੈਕਟਿਸ ਕੀਤੀ ਹੋਵੇ। ਤਾਂ ਆਪਣੀ ਇਸ ਸੀਰੀਜ਼ ਦੇ ਵਿੱਚ ਮੈਥ ਦਾ ਸੈਸ਼ਨ ਹਮੇਸ਼ਾ ਇਸੇ ਚੀਜ਼ ਨੂੰ ਧਿਆਨ 'ਚ ਰੱਖ ਕੇ ਚੱਲਦਾ। ਤਾਂ ਆਪਾਂ ਅੱਜ ਦਾ ਸੈਸ਼ਨ ਸਟਾਰਟ ਕਰਦੇ ਹਾਂ। ਜਿੰਨੇ ਸਟੂਡੈਂਟਸ ਜੁੜ ਚੁੱਕੇ ਨੇ ਸਾਰਿਆਂ ਨੂੰ ਬੇਨਤੀ ਹੈ ਕਿ ਬਾਈ ਬਣ ਕੇ ਸੈਸ਼ਨ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਜਾਇਆ ਕਰੋ। 2-2 4-4 ਸਕਿੰਟ ਦਾ ਕੰਮ ਹੈ, ਸੈਸ਼ਨ ਲਾਈਕ ਤੇ ਸ਼ੇਅਰ ਕਰਦੇ ਹਾਂ। ਅੱਜ ਦਾ ਆਪਾਂ ਸੈਸ਼ਨ ਸਟਾਰਟ ਕਰਦੇ ਹਾਂ ਬੱਚੇ। ਆਪਣਾ ਪਹਿਲਾ ਸਵਾਲ ਦੇਖੋ ਕੀ ਆ। ਕੁਐਸਚਨ ਏਜਿਸ ਦਾ ਪਹਿਲੇ ਆਪਾਂ 11-12 ਕੁਐਸਚਨ ਏਜਿਸ ਦੇ ਕਰਾਂਗੇ, ਅਗਲੇ 9-10 ਕੁਐਸਚਨ ਆਪਣੇ ਪਾਰਟਨਰਸ਼ਿਪ ਦੇ ਹੋਣਗੇ। 22-23 ਕੁਐਸਚਨਾਂ ਦਾ ਇਹ ਸੈਸ਼ਨ ਹੋਊਗਾ। ਕੁਐਸਚਨ ਹੈ ਦਾ ਪ੍ਰੈਜ਼ੈਂਟ ਏਜ ਆਫ ਆਯੂਸ਼ ਇਜ਼ 20% ਲੈਸ ਦੈਨ ਦੈਟ ਆਫ ਵੀਰ। ਬੱਚੇ ਮੈਂ ਹੁਣੇ ਸ਼ੁਰੂ 'ਚ ਇੱਕ ਗੱਲ ਕਹੀ ਸੀ, ਕੁਐਸਚਨ ਵੀ ਦੇਖਦੇ ਹਾਂ। ਮੈਂ ਹੁਣੇ ਸ਼ੁਰੂ 'ਚ ਇੱਕ ਗੱਲ ਕਹੀ ਸੀ ਕਿ ਰੇਸ਼ੀਓ ਦੇ ਉੱਤੇ ਸਾਰੇ ਇਹ ਚੈਪਟਰ ਬੇਸਡ ਨੇ। ਅੱਜ ਦਾ ਚੈਪਟਰ ਏਜਿਸ ਤੇ ਪਾਰਟਨਰਸ਼ਿਪ ਦੋਨੇ ਰੇਸ਼ੀਓ ਦੇ ਉੱਤੇ ਬੇਸਡ ਨੇ, ਪਰ ਪਰਸੈਂਟੇਜ ਦੇ ਵੀ ਮਾੜੇ ਮੋਟੇ ਫੰਕਸ਼ਨਸ ਯੂਜ਼ ਹੁੰਦੇ ਨੇ। ਤਾਂ ਪਹਿਲੇ ਸਵਾਲ 'ਚ ਕੀ ਹੈ ਕਿ ਆਯੂਸ਼ ਦੀ ਉਮਰ ਕੀ ਹੈ? ਵੀਰ ਨਾਲੋਂ 25% ਘੱਟ ਹੈ। ਦਾ ਏਜ ਆਫ ਵੀਰ ਇਜ਼ 24 ਈਅਰਸ ਮੋਰ ਦੈਨ। ਵੀਰ ਦੀ ਏਜ ਕਿੰਨੀ ਹੈ? 24 ਸਾਲ ਜ਼ਿਆਦਾ ਹੈ। ਕਿਹਦੇ ਤੋਂ? ਦਾ ਐਵਰੇਜ ਏਜ ਆਫ ਹਿਸ 2 ਸਨਸ ਹੂਜ਼ ਟੋਟਲ ਏਜ ਇਜ਼ 40 ਈਅਰਸ। ਦੈਨ ਫਾਈਂਡ ਦਾ ਡਿਫਰੈਂਸ ਆਫ ਏਜ ਆਫ ਆਯੂਸ਼ ਐਂਡ ਵੀਰ। ਤਾਂ ਐਗਜ਼ਾਮੀਨਰ 3 ਲਾਈਨਾਂ ਦੇ ਵਿੱਚ ਜਿਹੜੀ ਗੱਲ ਕਰ ਰਿਹਾ ਹੈ, ਕਹਿੰਦਾ ਪਹਿਲੀ ਲਾਈਨ 'ਚੋਂ ਕਹਿ ਰਿਹਾ ਕਿ ਆਯੂਸ਼ ਦੀ ਉਮਰ ਵੀਰ ਨਾਲੋਂ 25% ਘੱਟ ਹੈ। ਤਾਂ ਜਦੋਂ ਅਸੀਂ ਪਹਿਲੀ ਲਾਈਨ ਪੜ੍ਹੀ, ਸਾਡੇ ਦਿਮਾਗ 'ਚ ਆ ਜਾਣਾ ਚਾਹੀਦਾ ਕਿ 25% ਦੀ ਫਰੈਕਸ਼ਨ ਹੁੰਦੀ ਹੈ 1/4 ਤੇ 1/4 ਲੈਸ ਦਾ ਮਤਲਬ ਕੀ ਹੁੰਦਾ? 4 ਤੋਂ 1 ਘੱਟ। ਕਹਿਣ ਦਾ ਮਤਲਬ ਜੇ ਵੀਰ ਦੀ ਉਮਰ 4 ਹੈ ਤਾਂ ਆਯੂਸ਼ ਦੀ 1 ਘੱਟ ਹੈ, ਯਾਨੀ ਕਿ 3। ਤਾਂ ਰੇਸ਼ੀਓ ਦੇ ਵਿੱਚ ਨਾਲ ਦੀ ਨਾਲ ਆਯੂਸ਼ ਤੇ ਵੀਰ ਆ ਜਾਣਗੇ 3:4। ਅਗਲੀ ਲਾਈਨ 'ਚ ਐਗਜ਼ਾਮੀਨਰ ਕਹਿੰਦਾ ਕਿ ਵੀਰ ਦੀ ਏਜ ਕਿੰਨੀ ਹੈ? 24 ਸਾਲ ਜ਼ਿਆਦਾ। ਕਿਹਦੇ ਨਾਲੋਂ?
ਉਹਦੇ ਦੋਹੇ ਮੁੰਡਿਆਂ ਦੀ ਐਵਰੇਜ ਏਜ ਤੋਂ 24 ਸਾਲ ਜ਼ਿਆਦਾ ਤੇ ਦੋਹੇ ਮੁੰਡਿਆਂ ਦੀ ਟੋਟਲ ਏਜ ਸਾਨੂੰ 40 ਦਿੱਤੀ ਹੋਈ ਹੈ। ਤਾਂ ਬੱਚੇ ਦੋਨਾਂ ਮੁੰਡਿਆਂ ਨੂੰ ਮੈਂ S1 ਤੇ S2 ਲਿਖ ਲੈਣਾ। ਉਸ ਤੋਂ ਪਹਿਲਾਂ ਮੈਂ ਆਯੂਸ਼ ਤੇ ਵੀਰ ਦੀ ਉਮਰ ਦੀ ਜਿਹੜੀ ਰੇਸ਼ੀਓ ਕੱਢੀ ਹੈ 25% ਘੱਟ 25% 1/4 ਤਾਂ 1/4 ਘੱਟ ਦਾ ਮਤਲਬ ਜੇ ਵੀਰ ਦੀ ਉਮਰ 4 ਹੈ ਤਾਂ ਆਯੂਸ਼ ਦੀ 1 ਘੱਟ ਹੈ 3:4। ਫਿਰ ਦੋਨਾਂ ਮੁੰਡਿਆਂ ਦੀ ਐਵਰੇਜ ਏਜ ਕਿੰਨੀ ਹੈ? ਦੋਨਾਂ ਮੁੰਡਿਆਂ ਦਾ ਸਮ 40 ਦਿੱਤਾ ਹੈ ਪਰ ਵੀਰ ਦੀ ਉਮਰ ਕਿੰਨੀ ਹੈ? ਮੁੰਡਿਆਂ ਦੀ ਐਵਰੇਜ ਤੋਂ 24 ਜ਼ਿਆਦਾ। ਤਾਂ ਐਵਰੇਜ ਕੱਢਣ ਲਈ 40/2 ਕਰਾਂਗੇ। ਐਵਰੇਜ ਆ ਗਈ 20 ਸਾਲ। ਤਾਂ ਬੱਚੇ ਵੀਰ ਦੀ ਉਮਰ ਕਿੰਨੀ ਆ ਗਈ? 20 ਤੋਂ 24 ਜ਼ਿਆਦਾ ਦੈਟ ਇਜ਼ 44 ਈਅਰਸ। ਤਾਂ ਵੀਰ ਦੀ ਉਮਰ ਕਲੀਅਰ ਹੈ 44। ਵੀਰ ਦੀ ਉਮਰ ਜਿਹੜੀ ਰੇਸ਼ੀਓ ਦੇ ਵਿੱਚ 4 ਹੈ ਉਹਦੀ ਵੈਲਿਊ 44 ਆ ਗਈ ਤੇ ਸਾਨੂੰ ਫਾਈਂਡ ਕਰਨ ਨੂੰ ਕੀ ਕਿਹਾ ਗਿਆ? ਡਿਫਰੈਂਸ ਬਿਟਵੀਨ ਦਾ ਏਜ ਆਫ ਆਯੂਸ਼ ਐਂਡ ਵੀਰ। ਤਾਂ ਬੱਚੇ ਇਹਨਾਂ 'ਚ ਡਿਫਰੈਂਸ ਕਿੰਨਾ ਹੈ? ਡਿਫਰੈਂਸ ਹੈ 1 ਯੂਨਿਟ ਦਾ। 3 ਤੇ 4 ਦੇ ਵਿੱਚ। ਇਹਦੇ ਲਈ ਤੁਹਾਨੂੰ ਆਯੂਸ਼ ਦੀ ਉਮਰ ਕੱਢਣ ਦੀ ਜਮਾ ਲੋੜ ਨਹੀਂ। ਰੇਸ਼ੀਓ ਦੇ ਵਿੱਚ ਆਯੂਸ਼ ਦੀ ਉਮਰ 3 ਯੂਨਿਟ ਵੀਰ ਦੀ 4 ਯੂਨਿਟ ਤਾਂ ਰੇਸ਼ੀਓ 'ਚ ਡਿਫਰੈਂਸ 1 ਯੂਨਿਟ। ਜੇ 4 ਯੂਨਿਟ ਦੀ ਵੈਲਿਊ 44 ਹੈ 11 ਗੁਣਾ ਤਾਂ 1 ਯੂਨਿਟ ਦੀ ਵੈਲਿਊ ਵੀ 11 ਗੁਣਾ ਆਜੂ ਬੱਚੇ। ਆਨਸਰ 11 ਈਅਰਸ। ਤਾਂ ਇਸ ਕੁਐਸਚਨ ਦਾ ਆਨਸਰ ਤੁਹਾਡਾ ਕੀ ਆਜੂਗਾ? ਸੀ ਆਪਸ਼ਨ 11 ਸਾਲ। ਤਾਂ ਇਹ ਪਹਿਲਾ ਕੁਐਸਚਨ ਸੀਗਾ ਬੱਚੇ ਤੁਹਾਡੇ ਸਾਹਮਣੇ। ਅਗਲਾ ਕੁਐਸਚਨ ਦੇਖੋ ਧਿਆਨ ਨਾਲ। ਕੁਐਸਚਨ ਹੈ ਦਾ ਪ੍ਰੈਜ਼ੈਂਟ ਏਜ ਆਫ ਫਾਦਰ ਇਜ਼ 4 ਟਾਈਮਸ ਦੈਟ ਆਫ ਹਿਸ ਡਾਟਰ। ਪਹਿਲੇ ਸੈਂਟੈਂਸ ਦੇ ਵਿੱਚ ਐਗਜ਼ਾਮੀਨਰ ਕਹਿੰਦਾ ਬੱਚੇ ਏਜਿਸ ਚੈਪਟਰ ਦੇ ਜਦੋਂ ਤੁਸੀਂ ਪ੍ਰੈਕਟਿਸ ਕਰਦੇ ਹੋ, ਕਲਾਸਾਂ 'ਚ ਪੜ੍ਹਦੇ ਹੋ ਜਾਂ ਮਗਰੋਂ ਆਪ ਪ੍ਰੈਕਟਿਸ ਕਰਦੇ ਹੋ, ਕਿਸੇ ਕਿਤਾਬ 'ਚੋਂ ਪੜ੍ਹਦੇ ਹੋ, ਨੈੱਟ ਤੋਂ ਸਵਾਲ ਦੇਖਦੇ ਹੋ, ਇਹੋ ਜਿਹੇ ਸੈਂਟੈਂਸ ਤੁਸੀਂ ਅਕਸਰ ਦੇਖਦੇ ਹੋ ਕਿ ਭਾਈ ਫਲਾਣੇ ਬੰਦੇ ਦੀ ਉਮਰ ਕੀ ਹੈ? ਉਹਦੇ ਨਾਲੋਂ 2 ਗੁਣਾ, ਉਹਦੇ ਨਾਲੋਂ 4 ਗੁਣਾ। ਤਾਂ ਇੱਥੇ ਵੀ ਉਹੀ ਗੱਲ ਲਿਖੀ ਹੈ ਦਾ ਪ੍ਰੈਜ਼ੈਂਟ ਏਜ ਆਫ ਫਾਦਰ ਇਜ਼ 4 ਟਾਈਮਸ ਦੈਟ ਆਫ ਹਿਸ ਡਾਟਰ। 4 ਟਾਈਮਸ ਦਾ ਮਤਲਬ 4 ਗੁਣਾ ਰੇਸ਼ੋ ਦੇ ਵਿੱਚ 4:1 ਯਾਨੀ ਕਿ ਫਾਦਰ 4 ਡਾਟਰ 1। ਇਫ ਆਫਟਰ ਇਹ ਬੱਚੇ ਪ੍ਰੈਜ਼ੈਂਟ ਦੀ ਗੱਲ ਹੋ ਰਹੀ ਹੈ। ਉਹ ਕਹਿੰਦੇ ਆਫਟਰ 5 ਈਅਰਸ 5 ਸਾਲ ਬਾਅਦ ਕੀ ਹੋਇਆ? ਹੀ ਵੁੱਡ ਬੀ 3 ਟਾਈਮਸ ਆਫ ਡਾਟਰਸ ਏਜ। ਪ੍ਰੈਜ਼ੈਂਟ ਅੱਜ ਪਿਓ ਆਪਦੀ ਕੁੜੀ ਨਾਲੋਂ 4 ਗੁਣਾ ਯਾਨੀ ਕਿ 4:1 ਹੈ ਪਰ 5 ਸਾਲਾਂ ਬਾਅਦ ਉਹਨਾਂ ਦੀ ਉਮਰ ਜੋ ਹੋ ਜੂਗੀ ਉਦੋਂ ਉਹ 3 ਟਾਈਮਸ ਹੋ ਜਾਊਗਾ ਯਾਨੀ ਕਿ 3:1। ਐਗਜ਼ਾਮੀਨਰ ਕਹਿੰਦਾ ਦੈਨ ਫਰਦਰ ਆਫਟਰ 5 ਈਅਰਸ, ਉਸ ਤੋਂ ਅਗਲੇ 5 ਸਾਲਾਂ ਬਾਅਦ ਹਾਊ ਮੈਨੀ ਟਾਈਮਸ ਹੀ ਵੁੱਡ ਬੀ ਆਫ ਹਿਸ ਡਾਟਰਸ ਏਜ। ਤਾਂ ਉਸ ਤੋਂ ਅਗਲੇ 5 ਸਾਲ ਯਾਨੀ ਕਿ ਅੱਜ ਤੋਂ 10 ਸਾਲ ਬਣ ਗਏ। 10 ਸਾਲਾਂ ਬਾਅਦ ਉਹ ਆਪਣੀ ਕੁੜੀ ਤੋਂ ਕਿੰਨੇ ਗੁਣਾ ਉਮਰ ਦਾ ਹੋਊਗਾ ਇਹ ਦੱਸਣਾ। ਤਾਂ ਬੱਚੇ ਕੁਐਸਚਨ 2 ਪਰਸਨਸ ਦੇ ਉੱਤੇ ਘੁੰਮ ਰਿਹਾ, ਫਾਦਰ ਤੇ ਡਾਟਰ। ਤਾਂ ਫਾਦਰ ਤੇ ਡਾਟਰ ਨੂੰ ਮੈਂ ਫਾਦਰ ਡਾਟਰ ਲਿਖ ਲਿਆ, ਤੁਸੀਂ F ਤੇ D ਲਿਖ ਸਕਦੇ ਹੋ। ਸਾਨੂੰ ਫਾਦਰ ਤੇ ਡਾਟਰ ਦੀ ਪਹਿਲਾਂ ਤਾਂ ਪ੍ਰੈਜ਼ੈਂਟ ਏਜ ਦੀ ਰੇਸ਼ੋ ਦਿੱਤੀ ਹੈ ਤਾਂ ਪ੍ਰੈਜ਼ੈਂਟ ਏਜ ਲਈ ਮੈਂ 2022 ਲਿਖ ਲਿਆ। ਪ੍ਰੈਜ਼ੈਂਟ ਏਜ ਦੀ ਰੇਸ਼ੋ ਕੀ ਦਿੱਤੀ ਹੋਈ ਹੈ? ਸੌਰੀ ਮੈਂ ਗਲਤੀ ਨਾਲ ਮਿਟਾ ਗਿਆ, ਬੱਚੇ ਦੁਬਾਰਾ ਲਿਖ ਦੇਣਾ। 4 ਟਾਈਮਸ ਦਾ ਮਤਲਬ ਆਪਾਂ ਲਿਖਿਆ ਸੀਗਾ 4:1। ਤਾਂ ਫਾਦਰ ਤੇ ਡਾਟਰ ਦੀ ਪ੍ਰੈਜ਼ੈਂਟ ਏਜ ਦੀ ਰੇਸ਼ੋ ਕੀ ਦਿੱਤੀ ਹੋਈ ਆ? 4:1 ਜਿਹਦੇ ਵਿੱਚ ਕਿਉਂਕਿ ਪ੍ਰੈਜ਼ੈਂਟ ਏਜ ਹੈ ਤਾਂ ਬੱਚੇ ਮੈਂ ਇਹਨੂੰ 2022 ਲਿਖ ਲਿਆ। ਫਾਦਰ 4 ਡਾਟਰ 1। ਇਸ ਤੋਂ ਬਾਅਦ ਐਗਜ਼ਾਮੀਨਰ ਕਹਿੰਦਾ ਕਿ 5 ਸਾਲਾਂ ਬਾਅਦ ਫਾਦਰ ਦੀ ਏਜ ਡਾਟਰ ਤੋਂ ਕੀ ਹੋ ਜੂ? 3 ਟਾਈਮਸ। 3 ਟਾਈਮਸ ਮਤਲਬ 3:1 ਪਰ ਕਦੋਂ? 5 ਸਾਲਾਂ ਬਾਅਦ। ਤਾਂ 5 ਸਾਲਾਂ ਬਾਅਦ ਨੂੰ ਮੈਂ 2027 ਲਿਖ ਸਕਦਾ। ਬੱਚੇ ਤੁਸੀਂ ਪ੍ਰੈਜ਼ੈਂਟ ਨੂੰ P ਲਿਖ ਸਕਦੇ ਹੋ, ਇਹਨੂੰ +5 ਲਿਖ ਸਕਦੇ ਹੋ। ਮੈਂ ਬਸ ਸਮਝਾਉਣ ਦੇ ਲਈ ਪ੍ਰੈਜ਼ੈਂਟ ਨੂੰ 2022 ਲਿਖ ਲਿਆ, 5 ਸਾਲ ਬਾਅਦ ਨੂੰ 2027 ਓਬਵੀਅਸਲੀ ਲਿਖ ਲਿਆ। ਤਾਂ ਉਦੋਂ ਫਾਦਰ ਤੇ ਡਾਟਰ ਦੀ ਏਜ ਦੀ ਰੇਸ਼ੋ ਕੀ ਹੈ? ਕਿਉਂਕਿ 3:1 ਲਿਖਿਆ ਤਾਂ 3 ਟਾਈਮਸ ਲਿਖਿਆ ਤਾਂ 3:1। ਤਾਂ ਜਦੋਂ ਬੱਚੇ ਤੁਹਾਡਾ ਸਵਾਲ ਹਮੇਸ਼ਾ ਦਿਮਾਗ 'ਚ ਰੱਖਣਾ, ਜਿਹੜੇ ਬੱਚੇ ਨਵੇਂ ਨੇ ਖਾਸ ਕਰਕੇ ਉਹ, ਜਦੋਂ ਤੁਹਾਡਾ ਸਵਾਲ 2 ਪਰਸਨਸ ਦੇ ਉੱਤੇ ਹੋਵੇ, ਉਹ 2 ਪਰਸਨ ਚਾਹੇ ਫਾਦਰ ਤੇ ਡਾਟਰ ਨੇ, ਚਾਹੇ ਰਾਮ ਤੇ ਸ਼ਾਮ ਨੇ, ਸਨ ਤੇ ਮਤਲਬ ਬ੍ਰਦਰ ਤੇ ਸਿਸਟਰ ਨੇ, ਪੀ ਤੇ ਕਿਊ ਨੇ, ਮੋਦੀ ਤੇ ਅਮਿਤ ਸ਼ਾਹ ਨੇ, ਜਿਹੜੇ ਮਰਜ਼ੀ 2 ਪਰਸਨ ਨੇ, ਜਦੋਂ ਤੁਹਾਨੂੰ ਕੁਐਸਚਨ ਦੇ ਵਿੱਚ 2 ਪਰਸਨਸ ਦੀ ਏਜ ਦੀ ਰੇਸ਼ੋ ਦਿੱਤੀ ਹੋਈ ਹੈ ਕਿਸੇ ਇੱਕ ਪੀਰੀਅਡ ਦੀ ਤੇ ਉਹਨਾਂ ਦੋਨਾਂ ਦੀ ਰੇਸ਼ੋ ਦਿੱਤੀ ਹੋਈ ਹੈ ਕਿਸੇ ਹੋਰ ਪੀਰੀਅਡ ਦੀ, ਤਾਂ ਹਮੇਸ਼ਾ ਧਿਆਨ 'ਚ ਰੱਖਣਾ ਹੈ ਕਿ 2 ਪਰਸਨਸ ਦਾ ਏਜ ਡਿਫਰੈਂਸ ਹਮੇਸ਼ਾ ਸੇਮ ਹੁੰਦਾ ਹੈ। ਦੋਹਾਂ 'ਚੋਂ ਜਿਹੜਾ ਵੱਡਾ ਹੈ ਤੇ ਜਿੰਨੇ ਸਾਲ ਵੱਡਾ ਹੈ ਉਹ ਮਾਂ ਦੇ ਪੁੱਤ ਨੇ ਸਾਰੀ ਉਮਰ ਉਨਾ ਹੀ ਵੱਡਾ ਰਹਿਣਾ। ਕਹਿਣ ਦਾ ਮਤਲਬ ਦੋਹਾਂ ਦਾ ਏਜ ਡਿਫਰੈਂਸ ਹਮੇਸ਼ਾ ਸੇਮ। ਤਾਂ ਏਜ ਡਿਫਰੈਂਸ ਬੱਚੇ ਜੇ ਐਕਚੁਅਲ 'ਚ ਈਅਰਸ ਦੇ ਵਿੱਚ ਹਮੇਸ਼ਾ ਸੇਮ ਹੈ ਤਾਂ ਆਪਾਂ ਮੰਨ ਕੇ ਚੱਲਣਾ ਕਿ ਰੇਸ਼ੋ 'ਚ ਵੀ ਸੇਮ ਹੀ ਰੱਖਾਂਗੇ। ਤਾਂ ਆਪਾਂ ਬੱਚੇ ਉਹਨਾਂ ਦਾ ਏਜ ਡਿਫਰੈਂਸ ਰੇਸ਼ੋ ਦੇ ਵਿੱਚ ਵੀ ਸੇਮ ਕਰਨਾ ਹੈ। ਰੇਸ਼ੋ 'ਚ ਏਜ ਡਿਫਰੈਂਸ ਕਿੰਨਾ? 3। ਇੱਥੇ ਰੇਸ਼ੋ 'ਚ ਏਜ ਡਿਫਰੈਂਸ ਕਿੰਨਾ ਹੈ? 2। ਤਾਂ ਬਰਾਬਰ ਕਰਨ ਲਈ क्रॉस मल्टीप्लीकेशन ਜਾਂ ਆਪਾਂ ਐਲਸੀਐਮ ਲੈ ਲੈਂਦੇ ਨਹੀਂ ਤਾਂ क्रॉस ਮਲਟੀਪਲੀਕੇਸ਼ਨ। ਤਾਂ 3 ਤੇ 2 ਦਾ ਐਲਸੀਐਮ ਆ ਗਿਆ 6। ਤਾਂ ਬੱਚੇ ਬਰਾਬਰ ਕਰਨ ਦੇ ਲਈ
ਦੋਨਾਂ ਨੂੰ 6 ਬਣਾਓ, ਇਹ 6 ਬਣੂਗਾ 2 ਗੁਣਾ ਕਰਕੇ ਤਾਂ ਬੱਚੇ ਰੇਸ਼ੀਓ ਤੁਹਾਡੀ ਪੂਰੀ 2 ਗੁਣਾ ਹੋ ਜੂਗੀ। ਜਿਹੜਾ 4 ਤੇ 1 ਸੀ ਉਹ 8 ਤੇ 2 ਹੋ ਜੂ। ਇਹਨੂੰ 6 ਬਣਾਉਣ ਲਈ ਕਰਾਂਗੇ 3 ਗੁਣਾ ਤਾਂ ਰੇਸ਼ੀਓ ਤੁਹਾਡੀ ਪੂਰੀ 3 ਗੁਣਾ ਹੋ ਜੂਗੀ। ਇਹ ਬਣ ਗਿਆ 9, ਇਹ ਹੋ ਗਿਆ 3 ਗੁਣਾ ਕਰਕੇ 3। ਤਾਂ ਬੱਚੇ ਤੁਸੀਂ ਇਹਨਾਂ ਸਵਾਲਾਂ 'ਚ ਹੋਰ ਕੁਝ ਨਹੀਂ ਕਰਨਾ, ਸਾਨੂੰ ਦੋ ਪਰਸਨਸ ਦੀ ਏਜ ਦੀ ਰੇਸ਼ੋ ਕਿਸੇ ਇੱਕ ਪੀਰੀਅਡ ਦੀ ਦਿੱਤੀ ਹੈ, ਫਿਰ ਉਹਨਾਂ ਦੀ ਏਜ ਦੀ ਰੇਸ਼ੋ ਕਿਸੇ ਹੋਰ ਪੀਰੀਅਡ ਦੀ ਦਿੱਤੀ ਹੈ, ਤਾਂ ਤੁਸੀਂ ਉਹਨਾਂ ਦੀ ਰੇਸ਼ੋ ਦਾ ਡਿਫਰੈਂਸ ਬਰਾਬਰ ਕਰਨਾ ਹੈ। ਤਾਂ ਇੱਥੇ 3 ਸੀ, ਇੱਥੇ 2 ਸੀ, ਬਰਾਬਰ ਕਰਨ ਲਈ 3 ਤੇ 2 ਦਾ ਐਲਸੀਐਮ, ਇਹਨੂੰ 6 ਬਣਾਉਣ ਲਈ 2 ਗੁਣਾ ਕੀਤਾ, ਇਹਨੂੰ 6 ਬਣਾਉਣ ਲਈ 3 ਗੁਣਾ ਕੀਤਾ, ਤਾਂ ਨਵੀਆਂ ਰੇਸ਼ੀਓਜ਼ ਆ ਗਈਆਂ। ਬੱਚੇ ਜਦੋਂ ਨਵੀਆਂ ਰੇਸ਼ੀਓਜ਼ ਆ ਗਈਆਂ ਤੁਸੀਂ ਧਿਆਨ ਨਾਲ ਦੇਖਣਾ ਹੈ, ਚਾਹੇ ਫਾਦਰ ਦੇਖੋ ਚਾਹੇ ਡਾਟਰ ਦੇਖੋ, ਕਿੰਨਾ ਇਨਕਰੀਜ਼ ਹੈ। ਬੱਚੇ ਫਾਦਰ 8 ਤੋਂ 9 ਹੋ ਗਿਆ, ਰੇਸ਼ੋ 'ਚ ਕਿੰਨਾ ਇਨਕਰੀਜ਼ ਹੈ 1। ਡਾਟਰ ਦੇਖ ਲਓ, ਚਾਹੇ 2 ਤੋਂ 3 ਹੋ ਗਈ, ਉਹਦਾ ਵਿਚਾਰੀ ਦਾ ਰੇਸ਼ੋ 'ਚ ਕਿੰਨਾ ਇਨਕਰੀਜ਼ ਹੈ, ਉਹਦਾ ਵੀ 1 ਇਨਕਰੀਜ਼ ਹੈ। ਤਾਂ ਬੱਚੇ ਰੇਸ਼ੋ 'ਚ ਜਿਹੜਾ 1 ਯੂਨਿਟ ਦਾ ਇਨਕਰੀਜ਼ ਹੈ ਅਸਲ 'ਚ ਕਿਹਦੇ ਬਰਾਬਰ ਹੈ, ਅਸਲ 'ਚ 5 ਸਾਲ ਦੇ ਬਰਾਬਰ ਹੈ। ਇਹਦਾ ਮਤਲਬ 1 ਯੂਨਿਟ ਦੀ ਵੈਲਿਊ 5 ਸਾਲ ਹੈ। ਜੇ 1 ਯੂਨਿਟ ਦੀ ਵੈਲਿਊ 5 ਸਾਲ ਹੈ ਤਾਂ ਤੁਸੀਂ ਕੀ ਕੱਢਣਾ, ਡਾਟਰਸ ਏਜ। ਤਾਂ then further after 5 years how many times he would be of his daughter's age। ਤਾਂ ਬੱਚੇ ਆਪਾਂ ਰੇਸ਼ੋ ਕੱਢਣੀ ਹੈ ਕਿ ਉਸ ਤੋਂ ਅਗਲੇ 50 ਸਾਲਾਂ ਬਾਅਦ ਉਹਨਾਂ ਦੀ ਉਮਰ, ਪਿਓ ਦੀ ਉਮਰ ਆਪਦੀ ਡਾਟਰ ਤੋਂ ਕਿੰਨੇ ਗੁਣਾ ਹੋ ਜੂ। ਤਾਂ ਅਗਲੇ 50 ਸਾਲਾਂ ਬਾਅਦ ਯਾਨੀ ਕਿ ਆਪਾਂ 2032 ਦੀ ਉਮਰ ਕੱਢਣੀ ਹੈ। ਤਾਂ 2032 ਦੀ ਉਮਰ ਕੱਢਣ ਦਾ ਮਤਲਬ ਪ੍ਰੈਜ਼ੈਂਟ ਉਮਰਾਂ ਕੱਢ ਲਈ 10-10 ਜੋੜ ਦਈਏ, ਪ੍ਰੈਜ਼ੈਂਟ ਉਮਰਾਂ ਕੱਢ ਕੇ 10 ਜੋੜ ਦਈਏ ਤਾਂ ਪ੍ਰੈਜ਼ੈਂਟ ਉਮਰਾਂ ਕੀ ਆ ਜਾਣਗੀਆਂ, 1 ਯੂਨਿਟ ਜੇ 5 ਸਾਲ ਦੇ ਬਰਾਬਰ ਹੈ ਤਾਂ 8 ਯੂਨਿਟ ਹੋ ਗਿਆ 40 ਤੇ 2 ਯੂਨਿਟ ਹੋ ਗਿਆ 10। ਇਹ ਤਾਂ ਆ ਗਿਆ ਪ੍ਰੈਜ਼ੈਂਟ ਏਜਿਸ। 10 ਸਾਲ ਬਾਅਦ ਕਿੰਨੀਆਂ ਹੋ ਜਾਣਗੀਆਂ, 40 ਤੇ 10 50। ਡਾਟਰ ਦੀ ਕੀ ਹੋ ਜੂਗੀ, 10 ਤੇ 10 20। ਤਾਂ ਬੱਚੇ 50 ਉਮਰ ਹੈ ਜਿਹੜੀ, 20 ਦਾ ਕਿੰਨੇ ਟਾਈਮਸ ਹੈ, 50/20, 50/20 ਯਾਨੀ ਕਿ 5/2 2.5 ਗੁਣਾ। ਤਾਂ ਆਨਸਰ ਕੀ ਆ ਜਾਊਗਾ ਇਸ ਕੁਐਸਚਨ ਦਾ ਬੱਚੇ ਤੁਹਾਡਾ 2.5 ਟਾਈਮਸ, ਸੀ ਆਪਸ਼ਨ। ਤਾਂ ਇਹ ਬੱਚੇ ਕੁਐਸਚਨ ਸੀਗਾ ਤੁਹਾਡਾ। ਅੱਗੇ ਜਾ ਕੇ ਇਹੋ ਜਿਹੇ ਕਾਫੀ ਸਵਾਲ ਆਉਣਗੇ ਜਿਹਦੇ ਵਿੱਚ ਕੀ ਹੈ, 2 ਪਰਸਨਸ ਹੋਣਗੇ, ਉਹਨਾਂ ਦੀ ਕਿਸੇ ਇੱਕ ਪੀਰੀਅਡ ਦੇ ਵਿੱਚ ਏਜ ਦੀ ਰੇਸ਼ੋ ਦਿੱਤੀ ਹੋਊ, ਕਿਸੇ ਹੋਰ ਪੀਰੀਅਡ ਦੇ ਵਿੱਚ ਏਜ ਦੀ ਰੇਸ਼ੋ ਦਿੱਤੀ ਹੋਊਗੀ। ਤਾਂ ਐਗਜ਼ਾਮੀਨਰ ਜੋ ਮਰਜ਼ੀ ਪੁੱਛੇ, ਤੁਸੀਂ ਇੱਕ ਚੀਜ਼ ਤੇ ਡਟੇ ਰਹਿਣਾ ਹੈ ਕਿ ਉਹਨਾਂ ਦਾ ਰੇਸ਼ੋ ਦੇ ਵਿੱਚ ਡਿਫਰੈਂਸ ਬਰਾਬਰ ਕਰਨਾ ਹੈ, ਬਸ ਇਹ ਕਰਨਾ। ਫਿਰ ਜੋ ਪੁੱਛਿਆ ਜਾ ਰਿਹਾ ਅਕੋਰਡਿੰਗਲੀ ਕੱਢ ਲਾਂਗੇ। ਅਗਲਾ ਕੁਐਸਚਨ ਦੇਖੋ ਬੱਚੇ, ਅਗਲਾ ਕੁਐਸਚਨ ਹੈ 1 year ago, ਪਿਛਲੇ ਸਾਲ ਦਾ ਰੇਸ਼ੋ ਆਫ ਏਜਿਸ ਆਫ ਹਨੀ ਐਂਡ ਪਿਊਸ਼ ਵਾਸ 2:3। ਐਗਜ਼ਾਮੀਨਰ ਕਹਿੰਦਾ ਪਿਛਲੇ ਸਾਲ ਹਨੀ ਤੇ ਪਿਊਸ਼ ਦੀਆਂ ਉਮਰਾਂ ਦੀ ਰੇਸ਼ੋ ਕੀ ਸੀ, 2:3। ਆਫਟਰ 5 years from now, ਅੱਜ ਤੋਂ 5 ਸਾਲ ਬਾਅਦ ਦਿਸ ਰੇਸ਼ੋ ਵਿਲ ਬਿਕਮ 4:5। ਜਿਹੜੀ ਰੇਸ਼ੀਓ 1 ਸਾਲ ਪਹਿਲਾਂ 2:3 ਸੀ, 5 ਸਾਲਾਂ ਬਾਅਦ ਉਹ 4:5 ਹੋ ਜੂ। ਐਗਜ਼ਾਮੀਨਰ ਕਹਿੰਦਾ ਹਾਊ ਓਲਡ ਇਜ਼ ਪਿਊਸ਼ ਨਾਓ। ਤਾਂ ਪਿਊਸ਼ ਦੀ ਪ੍ਰੈਜ਼ੈਂਟ ਏਜ ਦੱਸਣੀ ਹੈ ਬੱਚੇ, ਪਿਊਸ਼ ਦੀ ਪ੍ਰੈਜ਼ੈਂਟ ਏਜ ਦੱਸਣੀ ਹੈ ਬੱਚੇ। ਇਹ ਕੁਐਸਚਨ ਇੰਨਾ ਕੁ ਸੌਖਾ ਬਣ ਜੂਗਾ ਜੇ ਬਿਨਾ ਸੋਲਵ ਕੀਤੇ ਆਨਸਰ ਕੱਢਦਾ। ਪਿਊਸ਼ ਦੀ ਪ੍ਰੈਜ਼ੈਂਟ ਏਜ ਬਾਰੇ ਤਾਂ ਚਲੋ ਕੁਐਸਚਨ 'ਚ ਕੁਛ ਨਹੀਂ ਗਿਵਨ ਕੀ ਹੈ, ਜਾਂ ਤਾਂ 1 ਸਾਲ ਪਹਿਲਾਂ ਬਾਰੇ ਕੁਛ ਗਿਵਨ ਹੈ, ਜਾਂ 5 years from now ਬਾਰੇ ਕੁਛ ਗਿਵਨ ਹੈ, 5 ਸਾਲਾਂ ਬਾਅਦ ਬਾਰੇ। ਤਾਂ ਬੱਚੇ 1 ਸਾਲ ਪਹਿਲਾਂ ਕੀ ਹੈ, ਹਨੀ ਤੇ ਪਿਊਸ਼ ਦੀ ਉਮਰਾਂ ਦੀ ਰੇਸ਼ੋ ਕੀ ਹੈ, 2:3। 2:3 ਦਾ ਮਤਲਬ ਹਨੀ ਦੀ ਉਮਰ 2 ਦਾ ਮਲਟੀਪਲ, ਪਿਊਸ਼ ਦੀ ਉਮਰ 3 ਦਾ ਮਲਟੀਪਲ। 2:3 ਦਾ ਮਤਲਬ ਇਹੀ ਹੋਇਆ ਨਾ ਕਿ ਹਨੀ ਦੀ ਉਮਰ 2 ਦਾ ਮਲਟੀਪਲ ਹੈ ਤੇ ਉਹੀ ਪਿਊਸ਼ ਦੀ ਉਮਰ 3 ਦਾ ਮਲਟੀਪਲ ਹੈ। ਇੱਥੋਂ ਕੀ ਕਲੀਅਰ ਹੁੰਦਾ ਹੈ ਬੱਚੇ, ਇੱਥੋਂ ਕਲੀਅਰ ਹੁੰਦਾ ਹੈ ਆਪਾਂ, ਕਿਉਂਕਿ ਪਿਊਸ਼ ਦੀ ਉਮਰ ਕੱਢਣੀ ਹੈ ਪ੍ਰੈਜ਼ੈਂਟ, ਤਾਂ ਪਿਊਸ਼ ਦੀ ਪ੍ਰੈਜ਼ੈਂਟ ਏਜ ਜਿੰਨੀ ਮਰਜ਼ੀ ਹੋਵੇ, ਇੱਕ ਗੱਲ ਕਲੀਅਰ ਹੈ ਕਿ ਪਿਛਲੇ ਸਾਲ ਉਹਦੀ ਉਮਰ 3 ਦਾ ਮਲਟੀਪਲ ਸੀ। ਪਿਊਸ਼ ਦੀ ਉਮਰ 1 ਸਾਲ ਪਹਿਲਾਂ ਪਿਛਲੇ ਸਾਲ 3 ਦਾ ਮਲਟੀਪਲ ਸੀ। ਤਾਂ ਬੱਚੇ ਪਿਊਸ਼ ਦੀ ਪ੍ਰੈਜ਼ੈਂਟ ਏਜ ਇਹਨਾਂ ਚੋਂ ਕਿਹੜਾ ਨੰਬਰ ਹੋਊਗੀ ਜਿਹਦੇ ਵਿੱਚੋਂ 1 ਸਾਲ ਪਹਿਲਾਂ 3 ਦਾ ਮਲਟੀਪਲ ਬਣਦਾ ਸੀਗਾ। ਤਾਂ 5 ਚੋਂ 1 ਕੱਢਿਆ 4, 10 ਚੋਂ 1 ਕੱਢਿਆ 9, 12 ਚੋਂ 1 ਕੱਢਿਆ 11, 20 ਚੋਂ 1 ਕੱਢਿਆ 19। ਸਿਰਫ ਇੱਕੋ ਹੀ ਆਪਸ਼ਨ ਹੈ ਜਿੱਥੇ ਉਹਦੀ ਉਮਰ 1 ਸਾਲ ਪਹਿਲਾਂ 3 ਦਾ ਮਲਟੀਪਲ ਬਣਦੀ ਹੈ। ਤਾਂ ਬੱਚੇ ਆਨਸਰ ਆ ਗਿਆ ਸਾਡਾ 10 years, ਬਿਨਾਂ ਸੋਲਵ ਕੀਤੇ ਆਨਸਰ ਆ ਜਾਊਗਾ। ਫਿਰ ਵੀ ਮੈਂ ਸੋਲਵ ਕਰਕੇ ਦਿਖਾਉਣਾ। ਕੁਐਸਚਨ ਦੇਖੋ ਜੀ, ਹੁਣ ਜਿਵੇਂ ਆਪਾਂ ਪਿਛਲਾ ਕੁਐਸਚਨ ਕੀਤਾ ਸੀ ਬਿਲਕੁਲ ਸੇਮ ਕੁਐਸਚਨ ਹੋ ਜਾਊਗਾ। ਮੈਂ ਇਹ ਦੱਸਦਾ ਕਿ ਆਨਸਰ ਸਿੱਧਾ ਕਿਵੇਂ ਮਾਰਕ ਕੀਤਾ ਜਾ ਸਕਦਾ। ਕੁਐਸਚਨ ਬਣਿਆ 2 ਪਰਸਨਸ ਦੇ ਉੱਤੇ, ਹਨੀ ਤੇ ਪਿਊਸ਼। ਐਗਜ਼ਾਮੀਨਰ ਕਹਿੰਦਾ ਹਨੀ ਤੇ ਪਿਊਸ਼ ਦੀ 1 ਸਾਲ ਪਹਿਲਾਂ ਦੀ ਏਜ ਦੀ ਰੇਸ਼ੋ ਕੀ ਹੈ, 1 ਸਾਲ ਪਹਿਲਾਂ ਯਾਨੀ ਕਿ 2021, ਉਹਨਾਂ ਦੀ ਏਜ ਦੀ ਰੇਸ਼ੋ ਹੈ 2:3। ਤਾਂ ਹਨੀ ਵਾਲੇ ਪਾਸੇ 2, ਪਿਊਸ਼ ਵਾਲੇ ਪਾਸੇ 3। ਤੇ 5 ਸਾਲ ਬਾਅਦ ਯਾਨੀ ਕਿ 2027 ਦੇ ਵਿੱਚ ਹਨੀ ਤੇ ਪਿਊਸ਼ ਦੀ ਉਮਰਾਂ ਦੀ ਰੇਸ਼ੋ ਬਣ ਜੂਗੀ ਬੱਚੇ 4:5। ਤਾਂ ਹਨੀ 4, ਪਿਊਸ਼ 5। ਮੈਂ ਕੀ ਕਿਹਾ ਸੀਗਾ ਕਿ ਜਿਹੜੇ 2 ਪਰਸਨਸ ਦੇ ਉੱਤੇ ਸਵਾਲ ਬਣਿਆ ਉਹਨਾਂ ਦਾ ਏਜ ਡਿਫਰੈਂਸ ਹਮੇਸ਼ਾ ਸੇਮ ਹੋਊਗਾ। ਤੇ ਜਿਹੜਾ ਏਜ ਡਿਫਰੈਂਸ, ਧਿਆਨ ਨਾਲ ਸੋਚੋ, ਜਿਹੜਾ ਏਜ ਡਿਫਰੈਂਸ ਈਅਰਸ ਦੇ ਵਿੱਚ ਹਮੇਸ਼ਾ ਸੇਮ ਰਹਿਣਾ ਹੈ, ਅਸੀਂ ਉਹਨੂੰ ਰੇਸ਼ੋ 'ਚ ਵੀ ਹਮੇਸ਼ਾ ਸੇਮ ਰੱਖਣਾ ਹੈ। ਤਾਂ ਬੱਚੇ ਰੇਸ਼ੋ 'ਚ ਡਿਫਰੈਂਸ ਕਿੰਨਾ ਹੈ, ਧਿਆਨ ਨਾਲ ਦੇਖੋ। ਰੇਸ਼ੋ 'ਚ ਡਿਫਰੈਂਸ 2 ਤੇ 3 ਦਾ 1, 4 ਤੇ 5 ਦਾ
1 ਤਾਂ ਇਸ ਕੁਐਸਚਨ 'ਚ ਏਜ ਡਿਫਰੈਂਸ ਰੇਸ਼ੋ ਦੇ ਵਿੱਚ ਆਲਰੇਡੀ ਬਰਾਬਰ ਹੈ। ਤਾਂ ਜੇ ਆਲਰੇਡੀ ਬਰਾਬਰ ਹੈ ਤਾਂ ਬੱਚੇ ਫਿਰ ਕੁਛ ਕਰਨ ਦੀ ਲੋੜ ਨਹੀਂ, ਸਿੱਧਾ ਦੇਖੋ ਹਣੀ ਕਿੰਨਾ ਵੱਧ ਗਿਆ, ਚਾਹੇ ਪਿਊਸ਼ ਦੇਖ ਲਓ, ਹਣੀ 2 ਤੋਂ 4 ਹੋ ਗਿਆ, 2 ਤੋਂ 4 ਕੀ ਇਨਕਰੀਜ਼ ਹੈ 2 ਯੂਨਿਟ ਦਾ, ਪਿਊਸ਼ 3 ਤੋਂ 5 ਹੋ ਗਿਆ, ਉਹਦਾ ਵੀ ਕਿੰਨਾ ਇਨਕਰੀਜ਼ ਹੈ 2 ਯੂਨਿਟ ਦਾ। ਤਾਂ ਬੱਚੇ ਰੇਸ਼ੀਓ ਦੇ ਵਿੱਚ 2 ਯੂਨਿਟ ਦਾ ਇਨਕਰੀਜ਼ ਹੈ, ਈਅਰਸ ਦੇ ਵਿੱਚ ਕਿੰਨਾ 6 ਸਾਲ ਦਾ, ਕਿਉਂਕਿ 1 ਸਾਲ ਪਹਿਲਾਂ ਤੋਂ 5 ਸਾਲ ਅੱਗੇ ਜਾਣਾ ਹੈ ਤਾਂ 2 ਯੂਨਿਟ ਦੀ ਵੈਲਿਊ ਕੀ ਹੈ 6 ਸਾਲ। ਜੇ 2 ਯੂਨਿਟ ਦੀ ਵੈਲਿਊ 6 ਸਾਲ ਹੈ ਤਾਂ 1 ਯੂਨਿਟ ਦੀ ਵੈਲਿਊ 3 ਸਾਲ ਆ ਗਈ। ਆਪਾਂ ਬੱਚੇ ਪਿਊਸ਼ ਦੀ ਪ੍ਰੈਜ਼ੈਂਟ ਏਜ ਕੱਢਣੀ ਹੈ ਤਾਂ ਪਿਊਸ਼ ਦੀ 1 ਸਾਲ ਪਹਿਲਾਂ ਵਾਲੀ ਕੱਢ ਲਈਏ। ਪਿਊਸ਼ ਦੀ 1 ਸਾਲ ਪਹਿਲਾਂ ਦੀ ਉਮਰ ਕੀ ਹੈ 3 ਯੂਨਿਟ, ਜੇ 1 ਯੂਨਿਟ 3 ਈਅਰਸ ਹੈ ਤਾਂ 3 ਯੂਨਿਟ 9 ਈਅਰਸ ਹੋ ਗਿਆ। ਇਹ ਉਹਦੀ 1 ਸਾਲ ਪਹਿਲਾਂ ਦੀ ਉਮਰ ਹੈ ਤਾਂ ਬੱਚੇ ਉਹਦੀ ਪ੍ਰੈਜ਼ੈਂਟ ਏਜ ਕਿੰਨੀ ਹੋ ਜਾਊਗੀ 10। ਤਾਂ ਇਸ ਕੁਐਸਚਨ ਦਾ ਆਨਸਰ ਤੁਹਾਡਾ ਕੀ ਆ ਜਾਊਗਾ ਬੀ ਆਪਸ਼ਨ 10 ਈਅਰਸ, ਜਿਹੜਾ ਕਿ ਆਪਾਂ ਬਿਨਾਂ ਸੋਲਵ ਕੀਤੇ ਵੀ ਮੈਂ ਤੁਹਾਨੂੰ ਦੱਸਿਆ ਕਿ ਆਨਸਰ ਕਿਵੇਂ ਮਾਰਕ ਕਰ ਸਕਦੇ ਹਾਂ। ਤਾਂ ਇਹ ਬੱਚੇ ਆਪਣਾ ਏਜਸ ਦਾ ਅਗਲਾ ਕੁਐਸਚਨ ਸੀ। ਇਸ ਤੋਂ ਅਗਲੇ ਕੁਐਸਚਨਸ ਤੇ ਆ ਜਾਓ। ਅਗਲਾ ਕੁਐਸਚਨ ਕੀ ਹੈ 10 ਈਅਰਸ ਅਗੋ, 10 ਸਾਲ ਪਹਿਲਾਂ ਦਾ ਏਜ ਆਫ ਮਦਰ ਵਾਜ਼ 3 ਟਾਈਮਸ ਦਾ ਏਜ ਆਫ ਹਰ ਸਨ। ਕਹਿੰਦੇ 10 ਸਾਲ ਪਹਿਲਾਂ ਯਾਨੀ ਕਿ 2012 ਦੀ ਗੱਲ ਹੋ ਰਹੀ ਹੈ, ਮਦਰ ਦੀ ਏਜ ਆਪਦੇ ਬੇਟੇ ਤੋਂ ਕੀ ਹੈ 3 ਟਾਈਮਸ। 3 ਟਾਈਮਸ ਦਾ ਮਤਲਬ ਆਪਾਂ ਪਿੱਛੇ ਵੀ ਪੜ੍ਹ ਕੇ ਆਏ ਹਾਂ 3:1। ਆਫਟਰ 10 ਈਅਰਸ ਬੱਚੇ ਉਹ 10 ਈਅਰਸ ਅਗੋ ਯਾਨੀ ਕਿ 2012 ਸੀ, ਇਹ ਆਫਟਰ 10 ਈਅਰਸ ਯਾਨੀ ਕਿ 2032 ਹੈ। ਮਦਰਸ ਏਜ ਵਿਲ ਬੀ ਟਵਾਈਸ that of his son, twice ਦਾ ਮਤਲਬ 2:1 ਹੁੰਦਾ। ਉਹ ਕਹਿੰਦੇ ਫਾਈਂਡ ਦਾ ਰੇਸ਼ੋ ਆਫ देयर ਪ੍ਰੈਜ਼ੈਂਟ ਏਜਸ। ਤਾਂ ਸਾਨੂੰ 10 ਸਾਲ ਬਾਅਦ ਦਾ ਵੀ ਦਿੱਤਾ ਹੋਇਆ ਕਿ ਮਦਰ ਤੇ ਸਨ ਦੀ ਏਜ ਦੀ ਰੇਸ਼ੋ ਕੀ ਬਣਨੀ ਹੈ, 10 ਸਾਲ ਪਹਿਲਾਂ ਦਾ ਵੀ ਦਿੱਤਾ ਹੋਇਆ, ਅਸੀਂ ਪ੍ਰੈਜ਼ੈਂਟ ਦਾ ਕੱਢਣਾ। ਤਾਂ ਬੱਚੇ ਕੁਐਸਚਨ ਕੀ ਹੈ 2 ਪਰਸਨਸ ਦੇ ਉੱਤੇ, ਮਦਰ ਤੇ ਸਨ ਦੇ ਉੱਤੇ। ਤਾਂ ਪਹਿਲਾਂ ਤਾਂ ਐਗਜ਼ਾਮੀਨਰ ਕਹਿੰਦਾ ਮਦਰ ਦੀ ਏਜ 10 ਸਾਲ ਬਾਅਦ ਯਾਨੀ ਕਿ 2032 ਹੁੰਦਾ। 10 ਸਾਲ ਬਾਅਦ ਮਦਰ ਦੀ ਏਜ ਕੀ ਹੈ ਸਨ ਨਾਲੋਂ 3 ਟਾਈਮਸ, ਉਹਨੂੰ ਆਪਾਂ 3:1 ਲਿਖ ਲਾਂਗੇ। ਫਿਰ 10 ਸਾਲ ਪਹਿਲਾਂ ਕੀ ਸੀ 2012, ਸੌਰੀ ਉਹ ਬੱਚੇ 2012 ਇੱਥੇ ਆਊਗਾ, ਇਹ 10 ਸਾਲ ਪਹਿਲਾਂ ਸੀਗਾ। ਤੇ 10 ਸਾਲ ਬਾਅਦ 2032 ਦੇ ਵਿੱਚ ਕੀ ਹੋ ਜੂ ਮਦਰ ਦੀ ਏਜ ਸਨ ਨਾਲੋਂ ਟਵਾਈਸ ਹੈ, ਟਵਾਈਸ ਮਤਲਬ 2:1। ਤਾਂ ਕਰ ਕਰਾ ਕੇ ਫਿਰ ਉੱਥੇ ਹੀ ਪਹੁੰਚ ਗਏ ਕਿ ਸਵਾਲ 2 ਪਰਸਨਸ ਦੇ ਉੱਤੇ ਹੈ, ਮਦਰ ਸਨ ਦੇ ਉੱਤੇ, ਉਹਨਾਂ ਦੀ ਕਿਸੇ ਇੱਕ ਪੀਰੀਅਡ ਦੀ ਰੇਸ਼ੋ ਦਿੱਤੀ ਹੋਈ ਹੈ, ਉਹਨਾਂ ਦੀ ਹੀ ਕਿਸੇ ਹੋਰ ਪੀਰੀਅਡ ਦੀ ਰੇਸ਼ੋ ਦਿੱਤੀ ਹੈ। ਤਾਂ ਅਸੀਂ ਕੀ ਕਰਨਾ ਹੈ ਉਸ ਰੇਸ਼ੋ ਦਾ ਡਿਫਰੈਂਸ ਬਰਾਬਰ ਕਰਨਾ ਹੈ। 3 ਤੇ 1 ਦਾ ਡਿਫਰੈਂਸ 2, 2 ਤੇ 1 ਦਾ ਡਿਫਰੈਂਸ 1। ਤਾਂ ਬਰਾਬਰ ਕਰਨ ਦੇ ਲਈ ਬੱਚੇ 3 ਤੇ 1 ਦਾ ਡਿਫਰੈਂਸ ਹੁੰਦਾ 2, 2 ਤੇ 1 ਦਾ ਡਿਫਰੈਂਸ ਹੁੰਦਾ 1। ਬਰਾਬਰ ਕਰਨ ਲਈ 2 ਤੇ 1 ਦਾ ਐਲਸੀਐਮ 2 ਬਣਾਵਾਂਗੇ। ਇਹ ਆਲਰੇਡੀ 2 ਹੈ, ਜਿਹੜਾ ਆਲਰੇਡੀ 2 ਹੈ ਉੱਥੇ ਤਾਂ ਫਿਰ ਰੇਸ਼ੋ ਸੇਮ ਹੀ ਰਹੂਗੀ। ਮੈਂ 3 ਤੇ 1 ਹੀ ਲਿਖ ਦਿੰਨਾ, ਕੋਈ ਚੇਂਜ ਨਹੀਂ ਕੀਤਾ, 3 ਤੇ 1 ਲਿਖਤਾ। ਇਹਨੂੰ 2 ਬਣਾਉਣ ਲਈ 2 ਗੁਣਾ ਕਰਾਂਗੇ ਤਾਂ ਪੂਰੀ ਰੇਸ਼ੋ 2 ਗੁਣਾ ਹੋ ਜੂਗੀ 4, ਇੱਧਰ ਵੀ 2 ਗੁਣਾ ਹੋ ਗਿਆ 2। ਤਾਂ ਬੱਚੇ ਜਦੋਂ ਤੁਸੀਂ ਰੇਸ਼ੋ ਦੇ ਵਿੱਚ ਡਿਫਰੈਂਸ ਬਰਾਬਰ ਕਰ ਲਿਆ, ਰੇਸ਼ੋ 'ਚ ਡਿਫਰੈਂਸ ਬਰਾਬਰ ਕਰ ਲਿਆ, ਉਦੋਂ ਦੇਖੋ ਚਾਹੇ ਮਦਰ ਚਾਹੇ ਸਨ ਕਿੰਨਾ ਇਨਕਰੀਜ਼ ਕਰ ਰਹੇ ਆ। ਮਦਰ 3 ਤੋਂ 4 1 ਇਨਕਰੀਜ਼, ਸਨ ਵੀ 1 ਤੋਂ 2 ਉਹਦਾ ਵੀ 1 ਇਨਕਰੀਜ਼ ਹੈ। ਤਾਂ ਰੇਸ਼ੋ ਦੇ ਵਿੱਚ 1 ਯੂਨਿਟ ਦਾ ਇਨਕਰੀਜ਼ ਹੈ, ਅਸਲ 'ਚ ਕਿਹਦੇ ਬਰਾਬਰ ਹੈ 2012 ਤੋਂ 32 20 ਸਾਲ। ਤਾਂ 1 ਯੂਨਿਟ ਦੀ ਵੈਲਿਊ ਬੱਚੇ 20 ਸਾਲ ਆ ਗਈ। ਜੇ 1 ਯੂਨਿਟ 20 ਸਾਲ ਹੈ, ਅਸੀਂ ਉਹਨਾਂ ਦੀ ਪ੍ਰੈਜ਼ੈਂਟ ਏਜਸ ਦੀ ਰੇਸ਼ੋ ਕੱਢਣੀ ਹੈ ਤਾਂ ਪ੍ਰੈਜ਼ੈਂਟ ਏਜਸ ਕੱਢਣੀਆਂ ਪੈਣਗੀਆਂ, ਜਿਹਦੀ ਰੇਸ਼ੋ ਕੱਢਾਂਗੇ ਤਾਂ ਪ੍ਰੈਜ਼ੈਂਟ ਏਜਸ ਕੱਢਣ ਲਈ ਅਸੀਂ 10 ਸਾਲ ਪੁਰਾਣੀਆਂ ਉਮਰਾਂ ਕੱਢ ਲੈਂਦੇ ਹਾਂ, ਉਹਦੇ ਵਿੱਚ 10 ਜੋੜ ਕੇ ਪ੍ਰੈਜ਼ੈਂਟ ਤੇ ਆ ਜਾਾਂਗੇ। ਤਾਂ 10 ਸਾਲ ਪੁਰਾਣੀਆਂ ਉਮਰਾਂ, 1 ਯੂਨਿਟ ਜੇ 20 ਸਾਲ ਹੈ ਤਾਂ 3 ਯੂਨਿਟ ਕੀ ਆ ਗਿਆ ਬੱਚੇ 60 ਸਾਲ। ਇੱਧਰ 1 ਯੂਨਿਟ ਹੀ ਹੈ ਤਾਂ ਇਹ ਆ ਜਾਊਗਾ 20 ਸਾਲ। ਬੱਚੇ 10 ਸਾਲ ਪਹਿਲਾਂ ਮਦਰ 60 ਦੀ ਸੀ ਤਾਂ ਅੱਜ ਕਿੰਨੇ ਦੀ ਹੋ ਜੂਗੀ 17 ਦੀ। 10 ਸਾਲ ਪਹਿਲਾਂ ਮੁੰਡਾ 20 ਦਾ ਸੀ ਤਾਂ ਅੱਜ ਕਿੰਨੇ ਦਾ ਹੋ ਜੂਗਾ 30 ਦਾ। ਤਾਂ ਬੱਚੇ ਉਹਨਾਂ ਦੀਆਂ ਪ੍ਰੈਜ਼ੈਂਟ ਏਜਸ ਆ ਗਿਆ 70 ਤੇ 30। ਤਾਂ ਰੇਸ਼ੋ ਕੀ ਬਣ ਗਈ 70 ਤੇ 30 ਦੀ 7:3। ਤਾਂ ਰੇਸ਼ੋ ਆਫ देयर ਪ੍ਰੈਜ਼ੈਂਟ ਏਜਸ ਇਜ਼ ਥਰਡ ਆਪਸ਼ਨ ਬੱਚੇ 7:3। ਤਾਂ ਏਜਸ ਦੇ ਵਿੱਚ ਆਮ ਤੌਰ ਤੇ ਜਦੋਂ ਇਹ ਸਵਾਲ ਆਉਂਦੇ ਨੇ ਕਿ 2 ਪਰਸਨਸ ਦੇ ਉੱਤੇ ਕੁਐਸਚਨ ਬਿਲਡ ਹੋ ਗਿਆ, ਸਾਨੂੰ ਉਹਨਾਂ ਦੀ ਕਿਸੇ ਪੀਰੀਅਡ ਦੀ ਰੇਸ਼ੋ ਗਿਵਨ ਹੈ, ਸਾਨੂੰ ਉਹਨਾਂ ਦੋਹਾਂ ਦੀ ਹੀ ਕਿਸੇ ਹੋਰ ਪੀਰੀਅਡ ਦੀ ਰੇਸ਼ੋ ਗਿਵਨ ਹੈ, ਤਾਂ ਬੱਚੇ ਤੁਸੀਂ ਹੋਰ ਕੁਝ ਨਹੀਂ ਕਰਨਾ, ਤੁਸੀਂ ਉਹਨਾਂ ਦਾ ਰੇਸ਼ੋ 'ਚ ਡਿਫਰੈਂਸ ਬਰਾਬਰ ਕਰਨਾ ਹੈ। ਜਿਹੜਾ ਕਿ ਅਲੱਗ-ਅਲੱਗ ਹੈ ਉਹਨੂੰ ਬਰਾਬਰ ਕਰਨ ਲਈ ਐਲਸੀਐਮ ਲਵਾਂਗੇ। ਐਲਸੀਐਮ ਲੈ ਕੇ ਜਦੋਂ ਡਿਫਰੈਂਸ ਬਰਾਬਰ ਕੀਤਾ ਨਵੀਆਂ ਰੇਸ਼ੀਓਜ਼ ਆ ਗਈਆਂ। ਉਹ ਨਵੀਆਂ ਰੇਸ਼ੀਓਜ਼ ਦੇ ਵਿੱਚ ਦੇਖੋ ਮਦਰ ਦੇਖ ਲਓ ਚਾਹੇ ਸਨ ਦੇਖ ਲਓ ਇੱਕੋ ਜਿੰਨਾ ਇਨਕਰੀਜ਼ ਹੈ, ਤੇ ਰੇਸ਼ੀਓ 'ਚ ਜਿਹੜਾ ਉਹ ਇਨਕਰੀਜ਼ ਹੈ ਅਸਲ 'ਚ ਕਿਹਦੇ ਬਰਾਬਰ ਹੈ ਇਕੁਅਲ ਪੁੱਟ ਕਰਕੇ ਜੋ ਮਰਜ਼ੀ ਕੱਢਦੇ ਫਿਰੋ, ਜੋ ਐਗਜ਼ਾਮੀਨਰ ਪੁੱਛ ਰਿਹਾ ਉਹ ਸਾਡਾ ਆਨਸਰ ਨਿਕਲਦਾ ਜਾਊਗਾ। ਅਗਲਾ ਕੁਐਸਚਨ ਦੇਖਦੇ ਹਾਂ ਬੱਚੇ ਇਹਦੇ ਵਿੱਚ। ਅਗਲਾ ਕੁਐਸਚਨ ਦਾ ਕਰੰਟ ਏਜਸ, ਕਰੰਟ ਦਾ ਮਤਲਬ ਪ੍ਰੈਜ਼ੈਂਟ ਦੀ ਹੀ ਗੱਲ ਹੁੰਦੀ ਹੈ। ਦਾ ਕਰੰਟ ਏਜਸ ਆਫ ਮਮਤਾ ਐਂਡ ਮੋਦੀ ਆਰ ਇਨ ਦਾ ਰੇਸ਼ੋ 5:3। ਐਗਜ਼ਾਮੀਨਰ ਕਹਿੰਦਾ ਮਮਤਾ ਤੇ ਮੋਦੀ ਦੀਆਂ ਪ੍ਰੈਜ਼ੈਂਟ ਏਜਸ ਦੀਆਂ ਰੇਸ਼ੋ ਕੀ ਹੈ 5:3। 15 ਈਅਰਸ ਫਰੋਮ ਨਾਓ
ਹੁਣ ਤੋਂ 15 ਸਾਲ ਬਾਅਦ ਪਹਿਲਾਂ ਤਾਂ ਪ੍ਰੈਜ਼ੈਂਟ ਏਜਸ, ਜਿਹਨੂੰ ਕਰੰਟ ਏਜਸ ਲਿਖਿਆ ਉਹ ਬੇਸਿਕਲੀ ਪ੍ਰੈਜ਼ੈਂਟ ਏਜਸ ਹੈ, ਜਿਹਦੀ ਰੇਸ਼ੋ 5:3 ਦਿੱਤੀ ਹੈ। 15 ਸਾਲ ਬਾਅਦ देयर एजेस विल बी इन द रेशियो 10:7 ਤੇ 15 ਸਾਲ ਬਾਅਦ ਉਹਨਾਂ ਦੀਆਂ ਉਮਰਾਂ ਕੀ ਹੋ ਜਾਣਗੀਆਂ ਬੱਚੇ 10:7 ਦੇ ਵਿੱਚ ਹੋ ਜਾਣਗੀਆਂ। ਐਗਜ਼ਾਮੀਨਰ ਕਹਿੰਦਾ ਫਾਈਂਡ ਦਾ ਪ੍ਰੈਜ਼ੈਂਟ ਏਜ ਆਫ ਮਮਤਾ। ਮਮਤਾ ਦੀ ਪ੍ਰੈਜ਼ੈਂਟ ਏਜ ਦੱਸੋ ਜੀ। ਮਮਤਾ ਦੀ ਪ੍ਰੈਜ਼ੈਂਟ ਏਜ 5 ਦਾ ਮਲਟੀਪਲ। 5 ਦਾ ਮਲਟੀਪਲ ਕੀ ਹੈ? ਸਿਰਫ ਇੱਕੋ ਹੀ ਆਪਸ਼ਨ ਹੈ ਬੱਚੇ। ਕਰੰਟ ਏਜਸ ਜਦੋਂ ਦਿੱਤੀਆਂ ਨੇ ਸਾਨੂੰ ਕਿ ਮਮਤਾ ਤੇ ਮੋਦੀ, ਮਮਤਾ ਪਹਿਲਾਂ ਲਿਖਿਆ, ਮੋਦੀ ਮਗਰੋਂ ਲਿਖਿਆ, ਉਹਨਾਂ ਦੀਆਂ ਪ੍ਰੈਜ਼ੈਂਟ ਏਜਸ ਦੀਆਂ ਰੇਸ਼ੀਓਜ਼ ਦਿੱਤੀਆਂ ਹੋਈਆਂ ਨੇ ਕਿ 5:3 ਹੈ। 5:3 ਦਾ ਮਤਲਬ ਮਮਤਾ ਦੀ ਉਮਰ 5 ਦਾ ਮਲਟੀਪਲ, ਮੋਦੀ ਦੀ ਉਮਰ 3 ਦਾ ਮਲਟੀਪਲ। ਤੇ ਸਾਨੂੰ ਅਖੀਰ ਤੇ ਪ੍ਰੈਜ਼ੈਂਟ ਏਜ ਆਫ ਮਮਤਾ ਹੀ ਪੁੱਛਿਆ। ਮਮਤਾ ਦੀ ਪ੍ਰੈਜ਼ੈਂਟ ਏਜ ਕੀ ਹੈ? ਇੱਥੋਂ ਕਲੀਅਰ ਹੈ ਕਿ 5 ਦਾ ਮਲਟੀਪਲ ਤਾਂ ਹੋਊਗੀ, ਤਾਂ 5 ਦਾ ਮਲਟੀਪਲ ਇੱਕੋ ਹੀ ਆਪਸ਼ਨ ਹੈ ਬੱਚਿਓ, ਸਾਡਾ ਆਨਸਰ ਸਹੀ ਹੋ ਜਾਊਗਾ। ਫਿਰ ਵੀ ਆਪਾਂ ਸੋਲਵ ਕਰਦੇ ਹਾਂ। ਤਾਂ ਇੱਥੇ ਮੈਂ ਮਮਤਾ ਲਿਖ ਲੈਣਾ, ਇੱਥੇ ਮੈਂ ਮੋਦੀ ਲਿਖ ਲੈਣਾ। ਜਿੰਨੇ ਬੱਚੇ ਜੁੜ ਚੁੱਕੇ ਨੇ ਪਲੀਜ਼ ਸੈਸ਼ਨ ਸ਼ੇਅਰ ਕਰਦੇ ਜਾਓ। ਸਾਨੂੰ ਕੀ ਦਿੱਤਾ ਹੋਇਆ? ਮਮਤਾ ਤੇ ਮੋਦੀ ਦੀਆਂ ਪ੍ਰੈਜ਼ੈਂਟ ਏਜਸ, ਪ੍ਰੈਜ਼ੈਂਟ ਨੂੰ ਮੈਂ P ਲਿਖ ਲਿਆ, ਉਹ ਕੀ ਹੈ ਬੱਚੇ 5:3। ਤੇ ਉਸ ਤੋਂ ਬਾਅਦ 15 ਇਅਰਸ ਫਰੋਮ ਨਾਓ, 15 ਇਅਰਸ ਫਰੋਮ ਨਾਓ ਨੂੰ ਮੈਂ +15 ਲਿਖ ਲੈਣਾ। ਉੱਥੇ ਮਮਤਾ ਤੇ ਮੋਦੀ ਦੀ ਉਮਰ ਕੀ ਬਣ ਜਾਣਗੀ? 10:7। ਤਾਂ ਇਸ ਤੋਂ ਬਾਅਦ ਬੱਚੇ ਤੁਸੀਂ ਕੀ ਕਰਨਾ ਕੁਐਸਚਨ ਦਾ ਕਿ ਦੋ ਪਰਸਨਸ ਦੇ ਉੱਤੇ ਕੁਐਸਚਨ ਹੈ, ਉਹਨਾਂ ਦੀ ਸਾਨੂੰ ਪ੍ਰੈਜ਼ੈਂਟ ਏਜ ਦੀ ਰੇਸ਼ੋ ਦਿੱਤੀ ਹੈ, ਉਹਨਾਂ ਦੀ ਸਾਨੂੰ 15 ਸਾਲ ਬਾਅਦ ਦੀ ਏਜ ਦੀ ਰੇਸ਼ੋ ਦਿੱਤੀ ਹੈ। ਤਾਂ ਕਿਉਂਕਿ ਦੋ ਪਰਸਨਸ ਦਾ ਏਜ ਡਿਫਰੈਂਸ ਹਮੇਸ਼ਾ ਸੇਮ ਹੁੰਦਾ ਹੈ, ਤਾਂ ਤੁਸੀਂ ਉਹਨੂੰ ਰੇਸ਼ੋ 'ਚ ਵੀ ਸੇਮ ਕਰਨਾ। ਤਾਂ ਰੇਸ਼ੋ 'ਚ ਦੇਖੋ ਕਿੰਨਾ ਹੈ, ਰੇਸ਼ੋ 'ਚ ਕਿੰਨਾ? 5 ਤੇ 3 ਦਾ ਡਿਫਰੈਂਸ 2, 10 ਤੇ 7 ਦਾ ਡਿਫਰੈਂਸ 3। ਤਾਂ ਬਰਾਬਰ ਕਰਨ ਲਈ 2 ਤੇ 3 ਨੂੰ ਬਰਾਬਰ ਕਰਾਂਗੇ ਐਲਸੀਐਮ ਲੈ ਕੇ। 2 ਤੇ 3 ਦਾ ਐਲਸੀਐਮ ਆ ਗਿਆ 6। ਤਾਂ ਬੱਚੇ ਇਹ ਬਣੂਗਾ 6 3 ਗੁਣਾ ਕਰਕੇ, ਤਾਂ ਇਹ ਪੂਰੀ ਰੇਸ਼ੋ 3 ਗੁਣਾ ਹੋ ਜੂਗੀ 15, ਤੇ ਇੱਧਰ 3 ਗੁਣਾ ਹੋ ਕੇ ਆ ਗਿਆ 9। ਤੇ ਇਹ 6 ਬਣੂਗਾ 2 ਗੁਣਾ ਕਰਕੇ, ਤਾਂ ਪੂਰੀ ਰੇਸ਼ੋ 2 ਗੁਣਾ ਹੋ ਜੂਗੀ 20, ਇਹ 2 ਗੁਣਾ ਹੋ ਜੂਗਾ 14। ਤਾਂ ਬੱਚੇ ਜਦੋਂ ਤੁਸੀਂ ਡਿਫਰੈਂਸ ਬਰਾਬਰ ਕਰਤਾ ਫਿਰ ਕਿਸੇ ਇੱਕ ਨੂੰ ਚੱਕ ਲਓ। ਮਮਤਾ 15 ਤੋਂ 20 5 ਯੂਨਿਟ ਦਾ ਇਨਕਰੀਜ਼, ਮੋਦੀ 9 ਤੋਂ 14 ਉਹ ਵੀ 5 ਯੂਨਿਟ ਦਾ ਇਨਕਰੀਜ਼। ਤਾਂ ਰੇਸ਼ੀਓ ਦੇ ਵਿੱਚ ਜਿਹੜਾ 5 ਯੂਨਿਟ ਦਾ ਇਨਕਰੀਜ਼ ਹੈ ਉਹ ਅਸਲ 'ਚ 15 ਸਾਲ ਦੇ ਬਰਾਬਰ ਹੈ। 15 ਸਾਲ ਦਾ ਇਨਕਰੀਜ਼ ਹੈ, ਤਾਂ ਜੇ 5 ਯੂਨਿਟ ਦੀ ਵੈਲਿਊ 15 ਸਾਲ ਤਾਂ 1 ਯੂਨਿਟ 3 ਸਾਲ ਆ ਗਿਆ। 1 ਯੂਨਿਟ 3 ਸਾਲ ਆ ਗਿਆ। ਤਾਂ ਇਸ ਤੋਂ ਬਾਅਦ ਪੁੱਛਿਆ ਕਿ ਪ੍ਰੈਜ਼ੈਂਟ ਏਜ ਆਫ ਮਮਤਾ। ਮਮਤਾ ਦੀ ਪ੍ਰੈਜ਼ੈਂਟ ਏਜ ਰੇਸ਼ੋ 'ਚ 15 ਹੈ, ਤਾਂ 15 ਦੀ ਵੈਲਿਊ ਜੇ 1 ਯੂਨਿਟ 3 ਸਾਲ ਹੈ ਤਾਂ 15 ਯੂਨਿਟ, 15 ਗੁਣਾ 3 45 ਸਾਲ ਬੱਚੇ। ਸਾਡਾ ਬੀ ਆਪਸ਼ਨ ਆਨਸਰ ਆ ਗਿਆ। ਤਾਂ ਇਹ ਬੱਚੇ ਆਪਣੇ ਕੁਝ ਏਜਸ ਦੇ ਕੁਐਸਚਨ ਨੇ, ਜਿਹਦੇ ਵਿੱਚ ਕੁਝ ਸਿੰਪਲ ਕੁਐਸਚਨਸ ਜਿਹੜੇ ਆਪਾਂ ਕਲਾਸਾਂ 'ਚ ਵੀ ਆਮ ਤੌਰ ਤੇ ਕੀਤੇ ਆ, ਕੁਝ ਟਿਪੀਕਲ ਕੁਐਸਚਨਸ 1-2 ਕੀਤੇ ਆ, ਅੱਗੇ 2-3 ਕੁਐਸਚਨ ਹੋਰ ਆਉਣਗੇ। ਏਜਸ ਦੇ ਹਮੇਸ਼ਾ ਇਸ ਲੈਵਲ ਦੇ ਕੁਐਸਚਨ ਨਹੀਂ। ਔਖੇ ਤੋਂ ਔਖਾ ਕੁਐਸਚਨ ਜਿਹੜਾ ਨੈਬ ਦੇ ਪੇਪਰ 'ਚ ਵੀ ਕੁਐਸਚਨ ਆਇਆ ਸੀ, ਖੈਰ ਨੈਬ ਤਹਿਸੀਲਦਾਰ ਦੇ ਪੇਪਰ 'ਚ ਜਿਹੜਾ ਸਾਡਾ ਏਜਸ ਦਾ ਕੁਐਸਚਨ ਸੀਗਾ, ਉਹ ਨੈਬ ਦੇ ਪੇਪਰ ਤੋਂ ਪਹਿਲਾਂ ਮਹੀਨਾ ਜਿਹੜਾ ਆਪਾਂ PYQ ਉਹਦਾ ਸੈਸ਼ਨ ਕੀਤਾ ਸੀ, ਉਹ ਸੈਸ਼ਨ ਦੇ ਵਿੱਚ ਬਿਲਕੁਲ ਸੇਮ ਕੁਐਸਚਨ ਕੀਤਾ ਸੀ, ਉਹੀ ਪੇਪਰ ਦੇ ਵਿੱਚ ਆ ਗਿਆ ਸੀ। ਤਾਂ ਉਹ ਦੋਨੇ ਕੁਐਸਚਨ ਵੀ ਅੱਜ ਦੀ ਕਲਾਸ 'ਚ ਕਰਾਂਗੇ। ਇਸ ਤੋਂ ਬਿਨਾਂ ਏਜਸ ਦੇ ਜਿੰਨੇ ਕੁ ਤਰ੍ਹਾਂ ਦੇ ਕੁਐਸਚਨਸ ਬਣੇ ਨੇ, ਚਾਹੇ ਬੈਂਕ ਦੇ ਪੇਪਰਾਂ 'ਚ ਆਏ ਨੇ, SSC 'ਚ ਆਏ ਨੇ, ਇਨਫੈਕਟ ਕੈਟ ਦੇ ਪੇਪਰ 'ਚ ਆਏ ਨੇ, ਜਾਂ ਪੰਜਾਬ ਦੇ ਪੇਪਰਾਂ 'ਚ ਜੋ ਆਪਣਾ ਏਜਸ ਚੈਪਟਰ 'ਚੋਂ ਪੁੱਛਿਆ ਗਿਆ, ਏਜਸ ਚੈਪਟਰ ਦੇ ਉਹ ਸਵਾਲ ਤਾਂ ਆਪਾਂ ਕਰਾਂਗੇ। ਇਸੇ ਤਰ੍ਹਾਂ ਪਾਰਟਨਰਸ਼ਿਪ ਦੇ ਵਿੱਚ ਆ ਜਾਵਾਂਗੇ। ਪਾਰਟਨਰਸ਼ਿਪ ਸਾਡਾ ਇਹੋ ਜਿਹਾ ਚੈਪਟਰ ਹੈ ਜਿਹਦੇ ਵਿੱਚੋਂ ਪੰਜਾਬ ਦੇ ਪੇਪਰ 'ਚ ਸਭ ਤੋਂ ਘੱਟ ਸਵਾਲ ਆਏ ਨੇ। ਕਦੇ ਹੀ ਕਿਸੇ ਪੇਪਰ 'ਚ ਪਾਰਟਨਰਸ਼ਿਪ ਦਾ ਕੁਐਸਚਨ ਦੇਖਿਆ ਗਿਆ, ਪਰ ਫਿਰ ਵੀ ਉਹਦੇ ਬਾਵਜੂਦ ਆਪਾਂ ਕਿਉਂਕਿ ਸਿਲੇਬਸ ਦਾ ਹਿੱਸਾ ਹੈ ਤੇ ਕਿਸੇ ਵੀ ਪੇਪਰ 'ਚ ਕਦੇ ਵੀ ਸਵਾਲ ਦੇਖਿਆ ਜਾ ਸਕਦਾ, ਤਾਂ ਇਸ ਕਰਕੇ ਉਹਦੀ ਵੀ ਆਪਾਂ ਪੂਰੀ ਪ੍ਰੈਕਟਿਸ ਕਰਾਂਗੇ। ਉਹਦੇ ਵੀ ਆਪਾਂ ਹਰ ਲੈਵਲ ਦੇ ਕੁਐਸਚਨਸ ਦੇਖਾਂਗੇ, ਸੌਖੇ ਔਖੇ, ਟੇਢੇ, ਟਿਪੀਕਲ, ਟਫ, ਲੈਂਥੀ, ਹਰ ਤਰ੍ਹਾਂ ਦੇ ਕੁਐਸਚਨ ਆਪਾਂ ਪਾਰਟਨਰਸ਼ਿਪ ਦੇ ਵੀ ਅੱਜ ਦੀ ਕਲਾਸ ਦੇ ਵਿੱਚ ਹੀ ਦੇਖਾਂਗੇ। ਅਗਲਾ ਕੁਐਸਚਨ ਦੇਖੋ ਬੱਚੇ ਕੀ ਹੈ, ਦ ਸਮ ਆਫ ਏਜਸ ਆਫ A ਐਂਡ B। A ਤੇ B ਦੀਆਂ ਏਜਸ ਦਾ ਸਮ 6 ਇਅਰਸ ਅਗੋ ਵਾਜ਼ 88 ਇਅਰਸ। ਐਗਜ਼ਾਮੀਨਰ ਕਹਿੰਦਾ A ਤੇ B ਦੀਆਂ ਏਜਸ ਦਾ ਸਮ, ਪਰ ਪ੍ਰੈਜ਼ੈਂਟ ਏਜਸ ਦਾ ਸਮ ਨਹੀਂ, 6 ਸਾਲ ਪਹਿਲਾਂ ਦਾ ਸਮ, ਉਹ ਕੀ ਹੈ 88 ਸਾਲ। ਤੇ ਏਜ 18 ਇਅਰਸ ਅਗੋ is equal to B's age 6 years ago। ਤੇ A ਦੀ ਏਜ 18 ਸਾਲ ਪਹਿਲਾਂ ਕਿਹਦੇ ਬਰਾਬਰ ਹੈ? B ਦੀ ਏਜ 6 ਸਾਲ ਪਹਿਲਾਂ। ਤਾਂ ਬੱਚੇ A ਤੇ B ਦਾ ਜੇ 6 ਸਾਲ ਪਹਿਲਾਂ ਦਾ ਸਮ 88 ਹੈ ਤਾਂ ਪ੍ਰੈਜ਼ੈਂਟ ਸਮ ਕੀ ਹੋਊਗਾ ਬੱਚੇ? 6 ਸਾਲ ਪਹਿਲਾਂ ਤੋਂ ਪ੍ਰੈਜ਼ੈਂਟ ਤੇ ਜਾਣ ਲਈ 6 ਜੋੜਾਂਗੇ, 6 ਸਾਲ ਅਗੋ ਨੂੰ ਪ੍ਰੈਜ਼ੈਂਟ ਤੇ ਲੈ ਕੇ ਆਉਣ ਲਈ 6 ਜੋੜਾਂਗੇ, ਪਰ ਕਿਉਂਕਿ ਦੋ ਪਰਸਨ ਨੇ ਦੋਨਾਂ ਦਾ 6 ਜੁੜੂਗਾ, ਦੋਨਾਂ ਦਾ 6 ਜੁੜ ਗਿਆ ਤਾਂ 6 ਤੇ 6 12 ਜੁੜ ਜੂਗਾ, ਸਮ ਬਣ ਜੂਗਾ 100। ਤਾਂ ਬੱਚੇ A ਤੇ B ਦਾ ਪ੍ਰੈਜ਼ੈਂਟ ਏਜਸ ਦਾ ਸਮ ਕੀ ਆ ਗਿਆ 100। ਉਸ ਤੋਂ ਬਾਅਦ ਐਗਜ਼ਾਮੀਨਰ ਕਹਿੰਦਾ, ਮੈਂ ਵਾਈਟ ਨਾਲ ਅੰਡਰਲਾਈਨ ਕਰਦਾ, ਵਾਈਟ ਦੇ ਨਾਲ ਹੀ ਲਿਖੂੰਗਾ ਕਿ A ਦੀ ਏਜ 18 ਸਾਲ ਪਹਿਲਾਂ
ਕਿਹਦੇ ਬਰਾਬਰ ਹੈ B ਦੀ ਏਜ 6 ਸਾਲ ਪਹਿਲਾਂ ਤਾਂ A ਦੀ ਏਜ 18 ਸਾਲ ਪਹਿਲਾਂ ਕਿਹਦੇ ਬਰਾਬਰ ਹੈ B ਦੀ ਏਜ 6 ਸਾਲ ਪਹਿਲਾਂ ਜੇ A ਦੀ ਏਜ ਨੂੰ ਆਪਾਂ A ਮੰਨਿਆ ਤਾਂ 18 ਸਾਲ ਪਹਿਲਾਂ A - 18 B ਦੀ ਏਜ ਨੂੰ B ਮੰਨਿਆ ਤਾਂ 6 ਸਾਲ ਪਹਿਲਾਂ B - 6 ਇਹ ਬਰਾਬਰ ਹੈ ਤਾਂ ਬੱਚੇ ਉਹ 6 ਇਧਰ ਪਲੱਸ ਹੋ ਜਾਊਗਾ ਤਾਂ A - 12 ਹੀ ਰਹਿ ਗਿਆ ਜਿਹੜਾ -18 ਸੀ 6 ਪਲੱਸ ਹੋ ਗਿਆ ਉਹ ਕਿਹਦੇ ਬਰਾਬਰ ਹੈ B ਦੇ ਬਰਾਬਰ ਹੈ ਤਾਂ ਇੱਥੋਂ ਕੀ ਪਤਾ ਲੱਗ ਗਿਆ ਕਿ B ਦੀ ਉਮਰ ਕਿੰਨੀ ਹੈ A ਤੋਂ 12 ਘੱਟ ਅੱਗੇ ਐਗਜ਼ਾਮੀਨਰ ਕਹਿੰਦਾ ਫਾਈਂਡ ਦਾ ਏਜ ਆਫ A 2 ਇਅਰਸ ਹੈਂਸ A ਦੀ 2 ਸਾਲ ਬਾਅਦ ਤਾਂ ਬੱਚੇ A + B ਸਾਨੂੰ 100 ਦਿੱਤਾ ਹੋਇਆ ਉਹਦੇ ਵਿੱਚ B ਨੂੰ ਜੇ ਮੈਂ A - 12 ਪੁੱਟ ਕਰਦਾ ਤਾਂ A ਨੂੰ A B ਨੂੰ ਮੈਂ A - 12 ਪੁੱਟ ਕਰਦਾ ਤਾਂ ਉਹ ਆ ਗਿਆ 100 12 ਉਧਰ ਪਲੱਸ ਹੋ ਜਾਊਗਾ 12 ਉਧਰ ਜਾ ਕੇ ਪਲੱਸ ਹੋ ਜੂ ਤਾਂ 112 2A ਜੇ 112 ਹੈ ਤਾਂ A ਦੀ ਵੈਲਿਊ 56 ਆ ਗਈ ਬੱਚੇ A ਦੀ ਪ੍ਰੈਜ਼ੈਂਟ ਏਜ 56 ਆ ਗਈ ਪਰ ਉਹਨੇ 2 ਸਾਲ ਬਾਅਦ ਹੈਂਸ ਲਿਖਿਆ ਮਤਲਬ ਬਾਅਦ ਫਿਊਚਰ ਦੀ ਗੱਲ ਹੈ ਤਾਂ ਜੇ ਪ੍ਰੈਜ਼ੈਂਟਲੀ ਉਹ 56 ਸਾਲ ਦਾ ਹੈ ਤਾਂ 2 ਸਾਲ ਬਾਅਦ ਕਿੰਨੇ ਦਾ ਹੋ ਜਾਊਗਾ ਬੱਚੇ ਆਨਸਰ ਆ ਜਾਊਗਾ ਇਸ ਕੁਐਸਚਨ ਦਾ 58 ਇਅਰਸ ਤਾਂ D ਆਪਸ਼ਨ ਆਨਸਰ ਆ ਗਿਆ ਇਸ ਕੁਐਸਚਨ ਦਾ ਤੁਹਾਡਾ 58 ਇਅਰਸ ਤੇ ਇਹਦੇ ਨਾਲ ਇੱਕ ਜ਼ਰੂਰੀ ਗੱਲ ਬੱਚੇ ਮੈਂ ਦੱਸਦਾ ਪਿਛਲੀਆਂ ਵੀਡੀਓਜ਼ ਦੇ ਮੈਂ ਕਮੈਂਟ ਸੈਕਸ਼ਨ ਦੇ ਵਿੱਚ ਬੱਚੇ ਦੇ ਕਮੈਂਟਸ ਪੜ੍ਹੇ ਸੀ 2 ਬੱਚਿਆਂ ਦੇ ਅਲੱਗ-ਅਲੱਗ ਸਮੇਂ ਤੇ ਕਮੈਂਟ ਆਏ ਹੋਏ ਨੇ ਉਹ PDF ਪੁੱਛ ਰਹੇ ਨੇ ਕਿ ਇਸ ਪੂਰੀ ਜਿਹੜਾ ਇਹ ਪੂਰਾ ਸੈਸ਼ਨ ਹੈ ਇਹਦੀ ਪੂਰੀ ਜਿਹੜੀ ਫਾਈਲ ਬਣੂਗੀ PDF ਉਹ ਕਿੱਥੇ ਮਿਲੂਗੀ ਤਾਂ ਬੱਚੇ ਉਹਦੇ ਲਈ ਮੈਂ ਪਹਿਲਾਂ ਵੀ ਦੱਸਿਆ ਸੀਗਾ ਕਿ ਸਕਸੈਸ ਟਰੀ ਪੰਜਾਬ ਦਾ ਜਿਹੜਾ ਟੈਲੀਗ੍ਰਾਮ ਚੈਨਲ ਹੈ ਇਹ ਪੂਰੀ ਮੈਂ ਫਾਈਲ ਕੰਪਲੀਟ ਕਰਵਾਉਂਗਾ ਇਹਦੀ PDF ਬਣਾ ਕੇ ਇਹ PPT ਹੈ ਇਹਦੀ PDF ਬਣਾ ਕੇ ਜਿਹਦੇ ਵਿੱਚ ਆ ਸੋਲਿਊਸ਼ਨਸ ਵੀ ਦਿਖਣਗੇ ਇਹ ਸਾਰੀ ਦੀ ਸਾਰੀ PDF ਜਿਵੇਂ ਹੀ ਤੁਹਾਡਾ ਇਹ ਸੈਸ਼ਨ ਖਤਮ ਹੋਊਗਾ ਤਾਂ ਉਹਦੇ ਘੰਟੇ ਦੇ ਵਿੱਚ ਤੁਸੀਂ ਟੈਲੀਗ੍ਰਾਮ ਚੈਨਲ ਤੇ ਜਾ ਕੇ ਕਲੈਕਟ ਕਰ ਸਕਦੇ ਹੋ ਪਰਸੈਂਟੇਜ ਦੀ ਵੀ ਉੱਥੇ ਪਈ ਆ ਰੇਸ਼ੀਓ ਦੀ ਕਲਾਸ ਸਾਡੀ ਹੋ ਚੁੱਕੀ ਹੈ ਉਹਦੀ PDF ਵੀ ਉੱਥੋਂ ਮਿਲ ਜੂਗੀ ਅੱਜ ਏਜਿਸ ਤੇ ਪਾਰਟਨਰਸ਼ਿਪ ਦੋਨਾਂ ਚੈਪਟਰਸ ਦੇ ਸਵਾਲ ਕਰ ਰਹੇ ਆ ਇਹਦੀ PDF ਵੀ ਮਿਲ ਜੂਗੀ ਇਸ ਤੋਂ ਬਿਨਾ ਇੰਗਲਿਸ਼ ਦੇ ਕਲਾਸਿਸ ਚੱਲ ਰਹੀਆਂ ਨੇ ਤੁਹਾਡੀਆਂ GS ਦੀਆਂ ਕਲਾਸਿਸ ਜਿਹਦੇ ਵਿੱਚ ਜਿਓਗ੍ਰਾਫੀ ਸਟਾਰਟ ਕੀਤੀ ਹੈ ਰੀਜ਼ਨਿੰਗ ਦੀ ਇੱਕ ਕਲਾਸ ਹੋ ਚੁੱਕੀ ਹੈ ਤਾਂ ਉਹ ਸਾਰੀਆਂ ਕਲਾਸਿਸ ਦੇ ਜਿਹੜੀਆਂ PPT ਫਾਈਲਸ ਨੇ ਉਹਨਾਂ ਦੀ PDF ਇਨਕਲੂਡਿੰਗ ਸੋਲਿਊਸ਼ਨਸ ਉਹ PDF ਤੁਸੀਂ ਸਕਸੈਸ ਟਰੀ ਪੰਜਾਬ ਦੇ ਟੈਲੀਗ੍ਰਾਮ ਚੈਨਲ ਤੋਂ ਕਲੈਕਟ ਕਰ ਸਕਦੇ ਹੋ ਤਾਂ ਟੈਲੀਗ੍ਰਾਮ ਚੈਨਲ ਜਿਹੜੇ ਬੱਚੇ ਨੇ ਨਹੀਂ ਜੁਆਇਨ ਕੀਤਾ ਉਹ ਜੁਆਇਨ ਕਰ ਸਕਦੇ ਨੇ ਉੱਥੋਂ PDF ਮਿਲ ਜੂਗੀ ਅਗਲੇ ਕੁਐਸਚਨ ਤੇ ਆ ਜਾਓ ਬੱਚੇ ਅਗਲਾ ਕੁਐਸਚਨ ਥੋੜਾ ਜਿਹਾ ਧਿਆਨ ਨਾਲ ਦੇਖਣ ਵਾਲਾ ਹੈ ਇੰਟਰਸਟਿੰਗ ਕੁਐਸਚਨ ਹੈ ਦੇਖਣ ਸਾਰ ਆਨਸਰ ਨਹੀਂ ਆਊਗਾ ਥੋੜਾ ਜਿਹਾ ਦਿਮਾਗ ਲੱਗੂ ਇਸ ਕੁਐਸਚਨ 'ਚ ਕੁਐਸਚਨ ਕੀ ਹੈ 3 ਇਅਰਸ ਅਗੋ 3 ਸਾਲ ਪਹਿਲਾਂ ਐਵਰੇਜ ਏਜ ਆਫ ਅਮਿਤ ਬਿੱਟੂ ਐਂਡ ਚਿੰਟੂ A B ਤੇ C is 27 ਇਅਰਸ ਉਹ ਕਹਿੰਦੇ ਅਮਿਤ ਬਿੱਟੂ ਤੇ ਚਿੰਟੂ ਤਿੰਨ ਜਾਣੇ ਨੇ ABC ਕਹਿ ਸਕਦੇ ਉਹਨਾਂ ਦੀ 3 ਸਾਲ ਪਹਿਲਾਂ ਦੀ ਐਵਰੇਜ 27 ਆ 4 ਇਅਰਸ ਹੈਂਸ 4 ਸਾਲ ਬਾਅਦ ਇਹ 3 ਸਾਲ ਪਹਿਲਾਂ ਸੀ ਇਹ 4 ਸਾਲ ਬਾਅਦ ਹੈ ਦਾ ਰੇਸ਼ੀਓ ਆਫ ਅਮਿਤ ਐਂਡ ਚਿੰਟੂਜ਼ ਏਜ ਇਜ਼ 7:10 ਉਹ ਕਹਿੰਦੇ ਇਫ ਬਿੱਟੂ ਇਜ਼ ਇੱਥੇ ਰੇਸ਼ੀਓ ਦੇ ਵਿੱਚ ਅਮਿਤ ਤੇ ਚਿੰਟੂ ਹੈ ਬਿੱਟੂ ਬਾਹਰ ਕੱਢਤਾ ਪਰ ਬਿੱਟੂ ਅੱਗੇ ਜਾ ਕੇ ਕਹਿਤਾ ਕਿ ਇਜ਼ 6 ਇਅਰਸ ਯੰਗਰ ਦੈਨ ਚਿੰਟੂ ਦੈਨ ਫਾਈਂਡ ਦਾ ਪ੍ਰੈਜ਼ੈਂਟ ਏਜ ਆਫ ਅਮਿਤ ਬੱਚੇ ਇਹ ਥੋੜਾ ਜਿਹਾ ਕੰਪਲੈਕਸ ਕੁਐਸਚਨ ਹੈ ਤਾਂ ਇਹਨੂੰ ਕਿੰਨੇ ਛੋਟੇ ਤੋਂ ਛੋਟੇ ਮਤਲਬ ਸ਼ਾਰਟਕਟ ਮੈਥਡ ਨਾਲ ਛੋਟੇ ਤੋਂ ਛੋਟੇ ਤਰੀਕੇ ਨਾਲ ਕਰ ਸਕਦੇ ਉਹ ਧਿਆਨ ਨਾਲ ਦੇਖਿਓ ਉਹਦੇ ਲਈ ਮੈਂ ਥੋੜਾ ਜਿਹਾ ਠਰਮੇ ਨਾਲ ਸਮਝਾਉਂਗਾ ਪਰ ਸਮਝਾਉਂਗਾ ਸ਼ਾਰਟਕਟ ਤਾਂ ਇਹਦੇ ਵਿੱਚ ਇਕੁਏਸ਼ਨ ਨਹੀਂ ਬਣਾਵਾਂਗੇ ਬੱਚੇ ਪਹਿਲਾਂ ਤਾਂ ਸਾਨੂੰ ਕਹਿੰਦੇ ਅਮਿਤ ਮੈਂ ਇਹਨੂੰ A B ਤੇ C ਕਹਿ ਦਿੰਨਾ ABC ਦੀ ਐਵਰੇਜ 27 ਹੈ ਕਦੋਂ 3 ਸਾਲ ਪਹਿਲਾਂ ਤਾਂ ਬੱਚੇ ਜਿਵੇਂ ਇੱਕ ਕੁਐਸਚਨ ਦੇ ਵਿੱਚ ਸਮ ਆਇਆ ਸੀ ਖੈਰ ਪਿਛਲੇ ਕੁਐਸਚਨ ਦੇ ਵਿੱਚ ਵੀ ਸਮ ਆਇਆ ਸੀਗਾ ਕਿ ਭਾਈ A ਤੇ B ਦਾ 6 ਸਾਲ ਪਹਿਲਾਂ ਦਾ ਸਮ 88 ਹੈ ਤਾਂ ਪ੍ਰੈਜ਼ੈਂਟ ਸਮ ਕੀ ਹੋਊਗਾ ਤਾਂ ਬੱਚੇ ਪ੍ਰੈਜ਼ੈਂਟ ਸਮ ਕੱਢਣ ਲਈ ਆਪਾਂ 6 ਸਾਲ ਅਗੋ ਤੋਂ ਪ੍ਰੈਜ਼ੈਂਟ ਤੇ ਜਾਵਾਂਗੇ ਤਾਂ 6 ਸਾਲ ਪਿੱਛੋਂ ਪ੍ਰੈਜ਼ੈਂਟ ਤੇ ਜਾਣ ਲਈ 6 ਜੋੜਨਾ ਪਰ ਕਿਉਂਕਿ ਦੋ ਜਾਣੇ ਨੇ ਤਾਂ ਦੋਨਾਂ ਦਾ 6 ਜੋੜਿਆ ਤੇ 12 ਜੋੜ ਕੇ 100 ਲਿਖਤਾ ਸਮ ਦੇ ਮਾਮਲੇ 'ਚ ਜਿੰਨੇ ਪਰਸਨ ਨੇ ਸਭ ਦਾ ਉਨਾ ਜੁੜਦਾ ਹੈਗਾ 6 ਸਾਲ ਪਿੱਛੋਂ ਪ੍ਰੈਜ਼ੈਂਟ ਤੇ ਉਹਨਾਂ ਤਾਂ 6 ਜੋੜ ਕੇ ਆਵਾਂਗੇ ਪਰ ਕਿਉਂਕਿ 2 ਪਰਸਨ ਨੇ ਤਾਂ ਦੋਨਾਂ ਦਾ 6 ਯਾਨੀ ਕਿ ਕੁੱਲ 12 ਜੁੜੂਗਾ ਜਦੋਂ ਸਮ ਦੀ ਗੱਲ ਹੁੰਦੀ ਹੈ ਪਰ ਬੱਚੇ ਜਦੋਂ ਐਵਰੇਜ ਦੀ ਗੱਲ ਹੁੰਦੀ ਆ ਐਵਰੇਜ ਦੇ ਮਾਮਲੇ 'ਚ ਚਾਹੇ 3 ਪਰਸਨ ਨੇ ਚਾਹੇ 5 ਪਰਸਨ ਨੇ ਚਾਹੇ 20 ਪਰਸਨ ਨੇ ਚਾਹੇ 2 ਹੀ ਪਰਸਨ ਨੇ 10 ਪਰਸਨ ਨੇ ਜਿੰਨੇ ਮਰਜ਼ੀ ਬੰਦੇ ਹੁਣ ਮੈਟਰ ਹੀ ਨਹੀਂ ਕਰਦਾ ਐਵਰੇਜ ਦੇ ਮਾਮਲੇ 'ਚ ਜਿੰਨੇ ਸਾਲ ਐਵਰੇਜ ਦੇ ਵਿੱਚ ਜੋੜਨੇ ਆ ਜਿੰਨੇ ਸਾਲ ਸਮੇਂ 'ਚ ਜਿੰਨਾ ਅੱਗੇ ਜਾਣਾ ਐਵਰੇਜ ਉਨੀ ਵੱਧ ਜੂਗੀ ਜੇ ਸਮੇਂ ਦੇ ਵਿੱਚ ਆਪਾਂ 3 ਅੱਗੇ ਜਾਣਾ ਤਾਂ ਐਵਰੇਜ ਵੀ 3 ਹੀ ਇਨਕਰੀਜ਼ ਕਰੂ ਚਾਹੇ 2 ਪਰਸਨਸ ਨੇ ਚਾਹੇ 5 ਪਰਸਨਸ ਨੇ ਚਾਹੇ 50 ਨੇ ਤਾਂ ਇੱਥੇ 3 ਸਾਲ ਪਹਿਲਾਂ ਦੀ ਐਵਰੇਜ ਜੇ 27 ਹੈ ਤਾਂ ਪ੍ਰੈਜ਼ੈਂਟ ਐਵਰੇਜ ਕੀ ਆ ਜੂਗੀ 27 + 3 30 ਸਾਲ ਆ ਤਾਂ ਆ ਗਈ ਬੱਚੇ ਪ੍ਰੈਜ਼ੈਂਟ ਐਵਰੇਜ ਪਰ ਅੱਗੇ ਸਾਨੂੰ ਰੇਸ਼ੋ ਦੇ ਵਿੱਚ ਦਿੱਤਾ ਹੋਇਆ 4 ਸਾਲ ਬਾਅਦ ਅਮਿਤ ਤੇ ਚਿੰਟੂ 7:10 ਹੈ ਅਮਿਤ ਤੇ ਚਿੰਟੂ 7:10 ਹੈ
ਬਿੱਟੂ ਸਾਨੂੰ ਦਿੱਤਾ ਨਹੀਂ ਹੋਇਆ। ਬੱਚੇ ਬਿੱਟੂ ਦੇ ਬਾਰੇ ਅੱਗੇ ਦੇਤਾ, ਇਹ 4 ਸਾਲ ਬਾਅਦ ਦੀ ਗੱਲ ਹੈ। ਤਾਂ ਬੱਚੇ ਜੇ ਪ੍ਰੈਜ਼ੈਂਟ ਏਜ ਦੀ ਐਵਰੇਜ, ਏਜ ਮੈਂ ਗਲਤੀ ਨਾਲ ਲਿਖ ਗਿਆ, ਐਵਰੇਜ ਲਿਖਣਾ ਸੀ ਨਾਲ, ਜਾਂ ਐਵਰੇਜ ਆਫ ਪ੍ਰੈਜ਼ੈਂਟ ਏਜ ਲਿਖਣਾ ਸੀ। ਪ੍ਰੈਜ਼ੈਂਟ ਐਵਰੇਜ ਤੁਹਾਡੀ 30 ਸਾਲ ਹੈ, ਤਾਂ 4 ਸਾਲ ਦੀ ਐਵਰੇਜ, 4 ਸਾਲ ਬਾਅਦ ਦੀ ਐਵਰੇਜ ਵੀ ਕਲੀਅਰ ਹੈ ਕਿ 34 ਹੋ ਜੂ। 4 ਸਾਲ ਬਾਅਦ ਦੀ ਐਵਰੇਜ ਵੀ ਕਲੀਅਰ ਹੈ ਕਿ 34 ਹੋ ਜੂ। ਤਾਂ ਉਹ 4 ਸਾਲ ਬਾਅਦ ਦਾ ਹੀ ਸਾਨੂੰ ਰਿਲੇਸ਼ਨ ਦਿੱਤਾ ਹੋਇਆ ਕਿ ਅਮਿਤ ਤੇ ਚਿੰਟੂ 7:10 ਹੈ, ਜਿਹਦੇ ਵਿੱਚ ਬਿੱਟੂ ਨਹੀਂ ਹੈਗਾ। ਤੇ ਬਿੱਟੂ ਕਹਿੰਦੇ ਕੀ ਹੈ, 6 ਸਾਲ ਯੰਗਰ ਦੈਨ ਚਿੰਟੂ। ਬੱਚੇ ਇਹਨਾਂ ਦਾ ਸਮ ਕੀ ਹੋ ਜੂ, 4 ਸਾਲ ਬਾਅਦ ਦਾ ਸਮ ਹੋ ਜੂਗਾ 34 ਗੁਣਾ 3 102, ਸਮ ਹੋ ਗਿਆ 102। ਪਰ ਉਹ ਸਮ 102 ਹੈ ਜਿਹੜਾ, ਉਹ A B ਤੇ C ਤਿੰਨਾਂ ਦਾ। ਰੇਸ਼ੋ ਸਾਨੂੰ 4 ਸਾਲ ਬਾਅਦ ਦੀ, ਬੱਚਿਓ 4 ਸਾਲ ਬਾਅਦ ਦੀ ਐਵਰੇਜ ਕੱਢੀ ਹੈ, 4 ਸਾਲ ਬਾਅਦ ਦਾ ਹੀ ਸਮ ਕੱਢਿਆ ਜੋ ਕਿ 102 ਬਣ ਗਿਆ। ਪਰ ਰੇਸ਼ੋ ਸਾਨੂੰ ਸਿਰਫ 2 ਜਾਣੇ ਦੀ ਦਿੱਤੀ ਹੈ, ਬਿੱਟੂ ਨਹੀਂ ਦਿੱਤਾ ਹੋਇਆ। ਬਿੱਟੂ ਦੇ ਬਾਰੇ ਕਹਿੰਦੇ ਕੀ ਹੈ, 6 ਸਾਲ ਘੱਟ ਹੈ ਚਿੰਟੂ ਨਾਲੋਂ। ਬਿੱਟੂ ਦੇ ਬਾਰੇ ਇੱਕ ਗੱਲ ਕਹਿਤੀ ਕਿ ਚਿੰਟੂ ਨਾਲੋਂ 6 ਸਾਲ ਘੱਟ ਹੈ। ਮੈਂ ਕਹਿੰਦਾ ਤੁਸੀਂ ਇਹ ਮੰਨ ਲਓ ਕਿ ਯਾਰ ਬਿੱਟੂ ਵੀ ਚਿੰਟੂ ਦੇ ਬਰਾਬਰ ਹੈ। ਜੇ ਬਿੱਟੂ ਵੀ ਚਿੰਟੂ ਦੇ ਬਰਾਬਰ ਹੁੰਦਾ, ਮੰਨ ਲਓ ਬਿੱਟੂ ਵੀ ਚਿੰਟੂ ਦੇ ਬਰਾਬਰ ਹੁੰਦਾ, ਤਾਂ ਰੇਸ਼ੀਓ ਦੇ ਵਿੱਚ ਬਿੱਟੂ ਵੀ 10 ਤੇ ਆ ਜਾਂਦਾ, ਕਿਉਂਕਿ ਚਿੰਟੂ 10 ਤਾਂ ਬਿੱਟੂ ਵੀ 10। ਪਰ ਇਹ ਕਦੋਂ ਹੁੰਦਾ, ਬਿੱਟੂ 10 ਕਦੋਂ ਬਣਦਾ, ਜਦੋਂ ਉਹ ਚਿੰਟੂ ਦੇ ਬਰਾਬਰ ਹੁੰਦਾ। ਜਿਹੜਾ ਅਸਲ 'ਚ 6 ਸਾਲ ਛੋਟਾ ਹੈ ਉਹ ਬਰਾਬਰ ਹੁੰਦਾ, ਤਾਂ ਸਮ ਵੀ 6 ਜੁੜ ਕੇ 108 ਬਣ ਜਾਂਦਾ। ਸਮ ਵੀ 6 ਜੋੜ ਕੇ 108 ਬਣ ਜਾਂਦਾ। ਤਾਂ ਰੇਸ਼ੀਓ ਦੇ ਵਿੱਚੋਂ 7 10 10 ਬਣ ਜਾਂਦੇ। ਰੇਸ਼ੀਓ ਦੇ ਵਿੱਚ ਸਮ ਕਿੰਨਾ ਬਣ ਗਿਆ, 10 ਤੇ 10 20 ਤੇ 7 27। ਰੇਸ਼ੀਓ 'ਚ ਸਮ ਬਣ ਗਿਆ 27। ਉਹਦੀ ਵੈਲਿਊ ਕੀ ਹੈ, 108 ਸਾਲ। ਜੇ 27 ਦੀ ਵੈਲਿਊ 108 ਹੈ ਤਾਂ 1 ਦੀ ਵੈਲਿਊ 4 ਸਾਲ। ਫਾਈਂਡ ਦਾ ਪ੍ਰੈਜ਼ੈਂਟ ਏਜ ਆਫ ਅਮਿਤ। ਅਮਿਤ ਦੀ ਉਮਰ, 1 ਦੀ ਵੈਲਿਊ 4 ਸਾਲ ਹੈ ਤਾਂ 7 ਦੀ ਵੈਲਿਊ 28 ਸਾਲ। 28 ਸਾਲ ਕੀ ਆ ਗਈ, 4 ਸਾਲ ਬਾਅਦ ਦੀ ਉਮਰ। ਬੱਚੇ ਜਿਹੜੇ ਸਮੇਂ ਦੀ ਰੇਸ਼ੀਓ ਦਿੱਤੀ ਹੈ ਉਸੇ ਦੀ ਉਮਰ ਆਈ ਹੈ। ਜੇ 4 ਸਾਲ ਬਾਅਦ ਉਹਨੇ 28 ਦਾ ਹੋਣਾ ਤਾਂ ਪ੍ਰੈਜ਼ੈਂਟ ਏਜ ਕੀ ਹੋ, 28 ਚੋਂ 4 ਕੱਢ ਦਿਓ, ਆਨਸਰ ਆ ਜੂ 24 ਸਾਲ। ਕਿਤੇ 28 ਨਾ ਮਾਰਕ ਕਰ ਦਿਓ, 28 ਆਨਸਰ ਨਹੀਂ ਹੋਣਾ ਇਸ ਕੁਐਸਚਨ ਦਾ। ਤੁਸੀਂ ਉਮਰ ਜਿਹੜੀ ਕੱਢੀ ਆ ਉਹ 4 ਸਾਲ ਬਾਅਦ ਦੀ ਕੱਢੀ ਹੈ। ਮੈਂ ਇਸ ਕੁਐਸਚਨ ਨੂੰ ਬੋਲ ਕੇ ਮਾੜਾ ਜਿਹਾ ਰਿਪੀਟ ਕਰ ਦੇਣਾ, ਕੁਝ ਬੱਚਿਆਂ ਲਈ ਇਹ ਬਿਲਕੁਲ ਨਵਾਂ ਕੁਐਸਚਨ ਹੈ। ਐਗਜ਼ਾਮੀਨਰ ਕਹਿੰਦਾ ਅਮਿਤ ਬਿੱਟੂ ਚਿੰਟੂ 3 ਜਾਣੇ ਨੇ ABC, ਉਹਨਾਂ ਦੀ 3 ਸਾਲ ਪਹਿਲਾਂ ਦੀ ਐਵਰੇਜ 27 ਹੈ। ਤਾਂ ਤੁਸੀਂ ਦਿਮਾਗ 'ਚ ਕੀ ਲਿਆਉਣਾ ਕਿ ਭਾਈ ਜੇ 3 ਸਾਲ ਪਹਿਲਾਂ ਦੀ ਐਵਰੇਜ, ਸਮ ਨਹੀਂ, ਐਵਰੇਜ 27 ਹੈ ਤਾਂ ਅੱਜ ਦੀ ਐਵਰੇਜ 30 ਹੋ ਜੂਗੀ। ਐਵਰੇਜ ਉਨੀ ਹੀ ਵਧੂ ਜਿੰਨਾ ਸਮਾਂ ਵਧਾਉਣਾ, ਚਾਹੇ 4 ਜਾਣੇ ਚਾਹੇ 40 ਜਾਣੇ ਆ। ਪ੍ਰੈਜ਼ੈਂਟ ਐਵਰੇਜ 30 ਆ ਗਈ। ਅੱਗੇ ਜਾ ਕੇ ਐਗਜ਼ਾਮੀਨਰ ਕਹਿੰਦਾ 4 ਸਾਲ ਬਾਅਦ ਅਮਿਤ ਤੇ ਚਿੰਟੂ 7:10 'ਚ ਹੋਣਗੇ ਤੇ ਬਿੱਟੂ ਚਿੰਟੂ ਤੋਂ 6 ਛੋਟਾ ਹੈ। ਰੇਸ਼ੋ ਦੇ ਵਿੱਚ ਅਮਿਤ ਤੇ ਚਿੰਟੂ ਨੇ, ਬਿੱਟੂ ਨਹੀਂ ਹੈਗਾ। ਪਰ ਜੇ ਚਿੰਟੂ ਅੱਗੇ ਜਾ ਕੇ ਬਿੱਟੂ ਜਿਹੜਾ 6 ਸਾਲ ਛੋਟਾ ਕਹਿਤਾ, ਮੈਂ ਕਿਹਾ ਕਿ ਯਾਰ ਬਿੱਟੂ ਨੂੰ ਵੀ ਚਿੰਟੂ ਦੇ ਬਰਾਬਰ ਮੰਨ ਲਓ, 6 ਹੀ ਵੱਧ ਦੇਣੇ ਸਾਲ, 6 ਦੇ ਦਿੰਨੇ ਆ, ਚਿੰਟੂ ਦੇ ਬਰਾਬਰ ਮੰਨ ਲਓ। ਤਾਂ ਬਿੱਟੂ ਨੂੰ ਜਦੋਂ ਚਿੰਟੂ ਦੇ ਬਰਾਬਰ ਮੰਨ ਲਿਆ ਤਾਂ ਬਿੱਟੂ ਆਪਣਾ ਚਿੰਟੂ ਤਾਂ 10 ਹੈਗਾ ਸੀ, ਬਿੱਟੂ ਵੀ 10 ਹੋ ਗਿਆ। ਪਰ ਇਹ ਕਦੋਂ ਹੋਇਆ, ਇਹ 10 ਹੋਇਆ ਜਦੋਂ ਉਹਨੂੰ ਫਾਲਤੂ 6 ਦਿੱਤੇ। ਤਾਂ ਫਾਲਤੂ 6 ਦਿੰਦਿਆਂ ਪ੍ਰੈਜ਼ੈਂਟ ਐਵਰੇਜ 30 ਆ ਗਈ, 4 ਸਾਲ ਬਾਅਦ ਦੀ ਐਵਰੇਜ 34, ਜਿਹਦਾ ਸਮ 102 ਬਣ ਗਿਆ। ਪਰ ਬਿੱਟੂ ਨੂੰ ਫਾਲਤੂ 6 ਦਿੱਤੇ ਤਾਂ ਸਮ 108 ਬਣ ਗਿਆ। ਸਮ 108 ਕਦੋਂ ਬਣ ਗਿਆ, ਜਦੋਂ ਬਿੱਟੂ ਨੂੰ 6 ਫਾਲਤੂ ਦਿੱਤੇ ਤਾਂ ਕਿ ਉਹਨੂੰ 10 ਬਣਾ ਦਈਏ ਰੇਸ਼ੋ 'ਚ। ਤਾਂ ਰੇਸ਼ੋ 'ਚ 7 10 10, ਸਮ 27, ਅਸਲ 'ਚ 108, 1 ਦੀ ਵੈਲਿਊ 4। ਤਾਂ ਅਮਿਤ ਆ ਗਿਆ 28, ਅਮਿਤ ਆ ਗਿਆ 28। 4 ਸਾਲ ਬਾਅਦ ਤਾਂ ਪ੍ਰੈਜ਼ੈਂਟ ਹੋ ਜੂ 24 ਸਾਲ। ਆਨਸਰ ਤੁਹਾਡਾ। ਤਾਂ ਬੱਚੇ ਇਹ ਸਾਡਾ ਥੋੜਾ ਜਿਹਾ ਇੰਟਰਸਟਿੰਗ ਕੁਐਸਚਨ ਸੀਗਾ, ਥੋੜਾ ਜਿਹਾ ਟਿਪੀਕਲ ਹੈਗਾ। ਜੇ ਇਕੁਏਸ਼ਨਸ ਬਣਾਓਗੇ ਫਿਰ ਲੈਂਥੀ ਵੀ ਬਹੁਤ ਜ਼ਿਆਦਾ ਹੈਗਾ, ਔਖਾ ਵੀ ਹੈਗਾ। ਪਰ ਜੇ ਐਂ ਜੇ ਦਿਮਾਗ ਚੱਲ ਜੂਗਾ ਕਿ ਆਹ ਕਰ ਸਕਦੇ ਆ, ਫਿਰ ਇਹ ਬਹੁਤ ਈਜ਼ੀ ਕੁਐਸਚਨ ਹੈ, ਵਿਦਿਨ 30 ਸੈਕਿੰਡਸ ਕਰਨ ਵਾਲਾ ਕੁਐਸਚਨ ਬਣ ਜੂਗਾ। ਇਸ ਤੋਂ ਬਾਅਦ ਅੱਗੇ ਦੇਖੋ ਬੱਚੇ, ਅਗਲਾ ਕੁਐਸਚਨ ਦਾ ਪ੍ਰੈਜ਼ੈਂਟ ਏਜ ਆਫ ਨੇਹਾ ਇਜ਼ 1/4 ਦੈਟ ਆਫ ਹਰ ਫਾਦਰ। ਨੇਹਾ ਦੀ ਉਮਰ ਕੀ ਹੈ, ਪਿਓ ਨਾਲ 1/4 ਹੈ। 1/4 ਦਾ ਮਤਲਬ ਜੇ ਪਿਓ 4 ਉਮਰ ਦਾ ਤਾਂ ਨੇਹਾ 1 ਹੈ। ਰੇਸ਼ੋ ਦੇ ਵਿੱਚ 1:4। ਇਹ ਹੈ ਪ੍ਰੈਜ਼ੈਂਟ। ਆਫਟਰ 6 ਇਅਰਸ, 6 ਸਾਲ ਬਾਅਦ ਦਾ ਫਾਦਰਸ ਏਜ ਵਿਲ ਬੀ ਟਵਾਈਸ ਦਾ ਏਜ ਆਫ ਸੁਨੀਲ। 6 ਸਾਲ ਬਾਅਦ ਕੀ ਹੋਇਆ ਬੱਚੇ, ਨੇਹਾ ਤੇ ਉਹਦੇ ਫਾਦਰ ਦਾ ਡਾਟਾ ਪ੍ਰੈਜ਼ੈਂਟ ਦਾ, ਪਰ 6 ਸਾਲਾਂ ਬਾਅਦ ਕੀ ਹੋਇਆ, ਫਾਦਰ ਦੀ ਉਮਰ ਸੁਨੀਲ ਨਾਲੋਂ ਟਵਾਈਸ ਹੈ। ਤੇ ਉਹ ਕਹਿੰਦੇ ਇਫ ਸੁਨੀਲ ਸੈਲੀਬ੍ਰੇਟਡ ਹਿਸ 5th ਬਰਥਡੇ 8 ਇਅਰਸ ਅਗੋ, ਜੇ 8 ਸਾਲ ਪਹਿਲਾਂ ਸੁਨੀਲ ਨੇ ਆਪਣਾ 5ਵਾਂ ਜਨਮ ਦਿਨ ਮਨਾਇਆ ਸੀ। ਬੱਚੇ ਜੇ ਮੈਂ 4 ਸਾਲ ਪਹਿਲਾਂ ਆਪਣਾ 26ਵਾਂ ਜਨਮ ਦਿਨ ਮਨਾਇਆ ਹੁੰਦਾ ਤਾਂ ਮੇਰੀ ਉਮਰ ਕਿੰਨੀ ਹੁੰਦੀ, 4 ਸਾਲ ਪਹਿਲਾਂ ਮੈਂ 26 ਦਾ ਸੀ ਤਾਂ ਅੱਜ 30 ਦਾ ਹੋ ਗਿਆ। ਇਸੇ ਤਰ੍ਹਾਂ ਸੁਨੀਲ ਨੇ ਜੇ 8 ਸਾਲ ਪਹਿਲਾਂ ਆਪਣਾ 5ਵਾਂ ਜਨਮ ਦਿਨ ਮਨਾਇਆ ਸੀ ਤਾਂ ਸੁਨੀਲ ਦੀ ਉਮਰ ਕਿੰਨੀ ਹੋ ਗਈ, ਸੁਨੀਲ ਦੀ ਉਮਰ ਹੋ ਗਈ 8 ਦੇ ਵਿੱਚ 5 ਜੋੜ ਦੋ 13 ਸਾਲ। ਤਾਂ ਸੁਨੀਲ ਦੀ ਪ੍ਰੈਜ਼ੈਂਟ ਏਜ ਪਤਾ ਲੱਗ ਗਈ 13 ਸਾਲ। ਇਸ ਤੋਂ ਬਾਅਦ ਬੱਚੇ ਨੇਹਾ ਤੇ ਫਾਦਰ, ਇਹ ਤਾਂ ਪ੍ਰੈਜ਼ੈਂਟ ਹੈ 1:4। ਨੇਹਾ ਤੇ ਫਾਦਰ ਤਾਂ ਪ੍ਰੈਜ਼ੈਂਟ ਦਿੱਤੇ 1:4, ਪਰ 6 ਸਾਲ ਬਾਅਦ ਫਾਦਰ ਦੀ ਉਮਰ ਸੁਨੀਲ ਨਾਲੋਂ ਕੀ ਹੈ,
6 ਸਾਲ ਬਾਅਦ ਫਾਦਰ ਦੀ ਉਮਰ ਸੁਨੀਲ ਨਾਲੋਂ 2:1 ਹੈ। ਫਾਦਰ 2 ਸੁਨੀਲ 1 ਕਦੋਂ? 6 ਸਾਲ ਬਾਅਦ। ਤਾਂ ਫਾਦਰ +6 ਸਨ +6 ਸੁਨੀਲ +6 ਉਹ 2:1 ਹੈ। ਤਾਂ ਬੱਚੇ ਧਿਆਨ ਨਾਲ ਦੇਖੋ, ਸੁਨੀਲ ਦੀ ਪ੍ਰੈਜ਼ੈਂਟ ਏਜ ਤੁਸੀਂ 13 ਸਾਲ ਕੱਢ ਚੁੱਕੇ ਹੋ। ਜੇ ਉਹਦੀ ਪ੍ਰੈਜ਼ੈਂਟ ਏਜ 13 ਹੈ, ਸਾਨੂੰ 6 ਸਾਲ ਬਾਅਦ ਦੀ ਚਾਹੀਦੀ ਹੈ, ਤਾਂ ਉਹ ਹੋਗੀ 13 ਤੇ 6 19। ਤਾਂ ਰੇਸ਼ੋ ਦੇ ਵਿੱਚ 1 ਦੀ ਵੈਲਿਊ ਕੀ ਹੈ? 19 ਈਅਰਸ। ਜੇ 1 ਦੀ ਵੈਲਿਊ 19 ਹੈ ਤਾਂ 2 ਦੀ ਵੈਲਿਊ 38 ਆ ਗਈ। 38 ਕੀ ਆ ਗਈ? ਫਾਦਰ 6 ਸਾਲ ਬਾਅਦ 38 ਦਾ ਹੋ ਜੂ। ਫਾਦਰ ਜੇ 6 ਸਾਲ ਬਾਅਦ 38 ਦਾ ਹੋਊਗਾ ਤਾਂ ਫਾਦਰ ਦੀ ਪ੍ਰੈਜ਼ੈਂਟ ਏਜ ਕੀ ਹੋ ਜੂ? 6 ਮਾਈਨਸ ਕਰਕੇ 32 ਸਾਲ। ਫਾਦਰ ਦੀ ਪ੍ਰੈਜ਼ੈਂਟ ਏਜ ਜੋ ਕਿ ਇੱਧਰ ਰੇਸ਼ੋ 'ਚ 4 ਹੈ ਉਹ ਹੋਗੀ 32 ਸਾਲ। ਜੇ 4 ਦੀ ਵੈਲਿਊ 32 ਹੈ ਤਾਂ ਨੇਹਾ ਦੀ ਪ੍ਰੈਜ਼ੈਂਟ ਏਜ ਕੀ ਹੋਗੀ? ਇੱਧਰ 8 ਗੁਣਾ ਤਾਂ ਇੱਧਰ ਵੀ 8 ਗੁਣਾ ਹੋ ਜੂਗਾ। ਨੇਹਾ ਦੀ ਪ੍ਰੈਜ਼ੈਂਟ ਏਜ ਹੋਗੀ 8 ਈਅਰਸ। ਸਾਨੂੰ ਕੀ ਪੁੱਛਿਆ? ਨੇਹਾਜ਼ ਪ੍ਰੈਜ਼ੈਂਟ ਏਜ, ਸੋ ਦੈਟ ਵਿਲ ਬੀ ਫਸਟ ਆਪਸ਼ਨ 8 ਈਅਰਸ। ਤਾਂ ਬੱਚੇ ਇਹ ਸਾਡਾ ਕੁਐਸਚਨ ਜਿਹਦੇ ਵਿੱਚ 3 ਪਰਸਨਸ ਦੇ ਉੱਤੇ ਕੁਐਸਚਨ ਹੈ। ਨੇਹਾ ਤੇ ਫਾਦਰ ਦਾ ਅਲੱਗ ਕੰਪੈਰੀਜ਼ਨ ਦਿੱਤਾ ਹੋਇਆ, ਫਾਦਰ ਦਾ ਸੁਨੀਲ ਦੇ ਨਾਲ ਅਲੱਗ ਕੰਪੈਰੀਜ਼ਨ 6 ਸਾਲ ਬਾਅਦ ਦਾ ਦਿੱਤਾ ਹੋਇਆ, ਫਿਰ ਕਰਾ ਕੇ ਸੁਨੀਲ ਦੀ ਉਮਰ ਦਿੱਤੀ ਹੋਈ ਹੈ ਕਿ ਭਾਈ ਉਹਨੇ 8 ਸਾਲ ਪਹਿਲਾਂ ਆਪਣਾ 5ਵਾਂ ਜਨਮ ਦਿਨ ਮਨਾਇਆ ਸੀ, ਤਾਂ ਅੱਜ ਉਹਦੀ ਉਮਰ 5 ਚ 8 ਜੋੜਾਂਗੇ 13 ਸਾਲ। ਉਹਦੀ ਪ੍ਰੈਜ਼ੈਂਟ ਆ ਗਈ 13, ਪਰ ਸਾਨੂੰ ਰੇਸ਼ੋ ਦੇ ਵਿੱਚ ਫਾਦਰ ਤੇ ਸੁਨੀਲ 6 ਸਾਲ ਬਾਅਦ ਦੇ ਦਿੱਤੇ ਆ। ਤਾਂ ਜੇ ਪ੍ਰੈਜ਼ੈਂਟ 13 ਤਾਂ 6 ਸਾਲ ਬਾਅਦ 19, ਉਹ 1 ਦੀ ਵੈਲਿਊ 19, ਤਾਂ 2 ਦੀ ਵੈਲਿਊ 38। 2 ਦੀ ਵੈਲਿਊ 38 ਤਾਂ ਆ ਗਈ, ਪਰ ਉਹ ਕੀ ਆਈ ਹੈ? ਫਾਦਰ ਦੀ 6 ਸਾਲ ਬਾਅਦ ਦੀ ਉਮਰ ਆਈ ਹੈ। ਇਹਨੇ 6 ਸਾਲ ਬਾਅਦ, ਫਾਦਰ ਨੇ 6 ਸਾਲ ਬਾਅਦ 38 ਦਾ ਹੋਣਾ, ਤਾਂ ਅੱਜ 32 ਦਾ, ਤਾਂ ਫਾਦਰ ਦੀ ਪ੍ਰੈਜ਼ੈਂਟ ਏਜ 32। 4 ਦੀ ਵੈਲਿਊ 32 ਤਾਂ 1 ਦੀ ਵੈਲਿਊ ਆਨਸਰ ਆ ਗਿਆ ਤੁਹਾਡਾ 8 ਈਅਰਸ। ਤਾਂ ਬੱਚੇ ਇਹ ਕੁਐਸਚਨ ਸੀਗਾ। ਇਸ ਤੋਂ ਬਾਅਦ ਦੇਖੋ, ਇਸ ਤੋਂ ਬਾਅਦ ਕੁਐਸਚਨ ਹੈ ਏਜ 10 ਈਅਰਸ ਫਰੋਮ ਨਾਓ। ਏ ਦੀ ਉਮਰ ਅੱਜ ਤੋਂ 10 ਸਾਲ ਬਾਅਦ, ਫਰੋਮ ਨਾਓ ਮਤਲਬ ਅੱਜ ਤੋਂ 10 ਸਾਲ ਬਾਅਦ ਕੀ ਹੋ ਜੂਗੀ? ਵਿਲ ਬੀ ਟਵਾਈਸ, ਦੁੱਗਣੀ ਹੋ ਜੂ। ਕਿਹਦੇ ਤੋਂ ਦੁੱਗਣੀ ਹੋ ਜੂ? B's age 10 years ago। ਤਾਂ ਬੱਚੇ A ਦੀ ਉਮਰ 10 ਸਾਲ ਬਾਅਦ ਕਿਹਦੇ ਨਾਲ? B ਦੀ ਉਮਰ 10 ਸਾਲ ਪਹਿਲਾਂ, ਉਹ 2:1 ਹੈ। ਤਾਂ ਇਹਨੂੰ ਮੈਂ A + 10 ਲਿਖ ਦਿੰਦਾ 10 ਸਾਲ ਬਾਅਦ, ਤੇ ਇਹਨੂੰ ਮੈਂ B - 10 ਲਿਖ ਦਿੰਦਾ 10 ਸਾਲ ਪਹਿਲਾਂ। ਇਹ ਬੱਚੇ 2:1 ਦੇ ਵਿੱਚ ਹੈ। ਉਹ ਕਹਿੰਦੇ ਇਫ A is 6 years elder than B। ਬੱਚੇ ਸਾਨੂੰ ਜਿਹੜੀ ਰੇਸ਼ੋ ਦਿੱਤੀ ਹੈ ਕਾਦੀ? A 10 ਸਾਲ ਬਾਅਦ ਤੇ B 10 ਸਾਲ ਪਹਿਲਾਂ, ਉਹ ਟਵਾਈਸ ਹੈ ਤਾਂ 2:1। ਪਰ ਇਹਨਾਂ 'ਚ ਡਿਫਰੈਂਸ ਕਿੰਨਾ ਇਹ ਤਾਂ ਨਹੀਂ ਪਤਾ। ਰੇਸ਼ੋ 'ਚ ਤਾਂ ਪਤਾ ਕਿ 1 ਦਾ ਡਿਫਰੈਂਸ ਹੈ, 2 ਤੇ 1 'ਚ 1 ਦਾ ਡਿਫਰੈਂਸ ਹੈ, ਪਰ ਅਸਲ 'ਚ ਡਿਫਰੈਂਸ ਨਹੀਂ ਪਤਾ। ਉਹ ਸਾਨੂੰ ਅੱਗੇ ਦਿੱਤਾ, ਕਹਿੰਦੇ A is 6 years elder than B। ਆ ਜਿਹੜਾ A ਹੈ, ਜੇ ਇੱਥੇ 10 ਸਾਲ ਬਾਅਦ ਹੈ ਤਾਂ ਇੱਥੇ ਲਿਖ ਦਾਂਗੇ A ਦੀ ਪ੍ਰੈਜ਼ੈਂਟ ਏਜ। ਉਹ B 10 ਸਾਲ ਪਹਿਲਾਂ ਸੀ ਤਾਂ ਇੱਥੇ B ਦੀ ਪ੍ਰੈਜ਼ੈਂਟ ਏਜ। ਤਾਂ ਐਗਜ਼ਾਮੀਨਰ ਕਹਿੰਦਾ A ਹੈ ਜਿਹੜਾ B ਤੋਂ 6 ਸਾਲ ਵੱਡਾ ਹੈ, ਤਾਂ ਇੱਥੇ 6 ਸਾਲ ਦਾ ਡਿਫਰੈਂਸ ਹੈ। A ਹੈ ਜਿਹੜਾ B ਤੋਂ 6 ਸਾਲ ਵੱਡਾ, ਤਾਂ ਇੱਥੇ 6 ਸਾਲ, ਇੱਥੇ 10 ਸਾਲ ਹੈਗਾ ਹੀ ਆ, ਇੱਥੇ ਵੀ 10 ਸਾਲ ਇਹਨਾਂ ਦਾ ਹੈਗਾ ਹੀ ਆ। ਤਾਂ ਬੱਚੇ ਰੇਸ਼ੀਓ ਦੇ ਵਿੱਚ ਕਿੰਨਾ ਡਿਫਰੈਂਸ ਸੀ? 2 ਤੇ 1 ਦਾ 1 ਯੂਨਿਟ। ਰੇਸ਼ੀਓ ਦੇ ਵਿੱਚ ਕਿੰਨਾ ਡਿਫਰੈਂਸ ਸੀਗਾ? 1 ਯੂਨਿਟ। ਤੇ ਉਹ 1 ਯੂਨਿਟ ਸਾਲਾਂ 'ਚ ਕਿਹਦੇ ਬਰਾਬਰ ਹੈ? 10 ਤੇ 6 16 ਤੇ 10 26। 1 ਯੂਨਿਟ ਦੀ ਵੈਲਿਊ 26 ਸਾਲ। ਜੇ 1 ਯੂਨਿਟ ਦੀ ਵੈਲਿਊ 26 ਸਾਲ ਤਾਂ ਇੱਧਰ ਤਾਂ 1 ਯੂਨਿਟ ਹੀ ਹੈ, ਇਹ ਤਾਂ ਆ ਗਿਆ 26। ਇੱਧਰ 2 ਯੂਨਿਟ ਹੈ, ਇਹ ਆ ਗਿਆ 52। 26 ਤੇ 52 ਕੀ ਆਏ? A 10 ਸਾਲ ਬਾਅਦ 52 ਦਾ ਹੋਊਗਾ। ਬੱਚੇ ਜੇ A 10 ਸਾਲ ਬਾਅਦ 52 ਦਾ ਹੋਊਗਾ, A ਦੀ ਪ੍ਰੈਜ਼ੈਂਟ ਏਜ ਆ ਗਈ 10 ਮਾਈਨਸ ਹੋ ਕੇ 42। ਆਪਾਂ ਫਾਈਂਡ ਕੀ ਕਰਨਾ? ਰੇਸ਼ੋ ਆਫ देयर ਪ੍ਰੈਜ਼ੈਂਟ ਏਜਸ। ਤਾਂ ਪ੍ਰੈਜ਼ੈਂਟ ਕੱਢਣੀਆਂ ਨੇ। A 10 ਸਾਲ ਬਾਅਦ 52 ਦਾ ਹੋਇਆ ਤਾਂ ਪ੍ਰੈਜ਼ੈਂਟ 42। ਉਧਰ B 10 ਸਾਲ ਪਹਿਲਾਂ 26 ਦਾ ਸੀਗਾ, ਤਾਂ B ਦੀ ਪ੍ਰੈਜ਼ੈਂਟ ਏਜ ਕੀ ਆ ਗਈ? 36। ਤਾਂ ਪ੍ਰੈਜ਼ੈਂਟ ਏਜਸ ਦੀ ਰੇਸ਼ੋ ਕੀ ਹੈ ਬੱਚੇ? 42 ਤੇ 36 6 ਦੇ ਟੇਬਲ 'ਚ ਕੱਟਿਆ ਗਿਆ 7:6। ਤਾਂ ਇਸ ਕੁਐਸਚਨ ਦਾ ਆਨਸਰ ਤੁਹਾਡਾ C ਆਪਸ਼ਨ 7:6। ਤਾਂ ਜਿੰਨੇ ਸਟੂਡੈਂਟਸ ਨੂੰ ਸਮਝ ਆ ਰਿਹਾ ਜਾਂ ਨਹੀਂ ਵੀ ਸਮਝ ਆ ਰਿਹਾ, ਪਲੀਜ਼ ਕਮੈਂਟ ਸੈਕਸ਼ਨ ਦੇ ਵਿੱਚ ਲਗਾਤਾਰ ਕਮੈਂਟ ਕਰਕੇ ਦੱਸਦੇ ਜਾਇਆ ਕਰੋ। ਜਿਹੜੇ ਸਟੂਡੈਂਟਸ ਲਾਈਵ ਬੈਠੇ ਦੇਖ ਰਹੇ ਨੇ ਪਲੀਜ਼ ਉਹ ਦੱਸਦੇ ਜਾਇਆ ਕਰੋ। ਜਿਹੜੇ ਮਗਰੋਂ ਵੀਡੀਓ ਦੇਖਣਗੇ ਬਾਈ ਬਣ ਕੇ ਤੁਸੀਂ ਵੀ ਕਮੈਂਟ ਸੈਕਸ਼ਨ ਦੇ ਵਿੱਚ ਆਪਦਾ ਕਮੈਂਟ ਕਰ ਦਿਆ ਕਰੋ ਕਿ ਭਾਈ ਫਲਾਣੀ ਚੀਜ਼ ਸਮਝ ਆ ਗਈ, ਫਲਾਣੀ ਨਹੀਂ ਆਈ, ਇੰਨਾ ਕੁ ਸਮਝ ਆ ਰਿਹਾ, ਇੰਨਾ ਕੁ ਨਹੀਂ ਆ ਰਿਹਾ, ਆਹ ਲੈਵਲ ਰੱਖੀਏ, ਆਹ ਲੈਵਲ ਨਾ ਰੱਖੀਏ। ਇੱਕ ਇਹਦੇ ਬਾਰੇ ਕਮੈਂਟ ਕਰ ਦਿਆ ਕਰੋ। ਦੂਜਾ, ਬਾਈ ਬਣ ਕੇ ਸੈਸ਼ਨ ਨੂੰ ਲਗਾਤਾਰ ਲਾਈਕ ਤੇ ਸ਼ੇਅਰ, ਲਾਈਕ ਤਾਂ ਚਲੋ ਇੱਕ ਵਾਰ ਕਰਨਾ ਹੈਗਾ, ਸ਼ੇਅਰ ਜ਼ਰੂਰ ਕਰਦੇ ਜਾਇਆ ਕਰੋ ਤਾਂ ਕਿ ਮੈਕਸਿਮਮ ਸਟੂਡੈਂਟਸ ਜੁੜ ਸਕਣ, ਐਨਗੇਜ ਕਰ ਸਕਣ। ਉਹ ਸਾਰੇ ਦੇ ਨਾਲ ਮੈਂ ਇੰਟਰੈਕਟ ਕਰਦਾ ਹੋਇਆ ਆਪਣਾ ਉਹੋ ਜਿਹਾ ਲੈਵਲ ਬਣਾ ਸਕਣ ਜਿਹੜਾ ਕਿ ਆਪਣਾ ਮੈਕਸਿਮਮ ਬੈਨੀਫੀਸ਼ੀਅਲ ਮਤਲਬ ਲੈਵਲ ਹੋਵੇ। ਅਗਲਾ ਕੁਐਸਚਨ ਬੱਚੇ, ਦ ਏਜ ਆਫ ਸ਼ਾਮ ਇਜ਼ ਹਾਫ ਦ ਏਜ ਆਫ ਹਿਜ਼ ਫਾਦਰ। ਸੇਮ ਹੀ ਕੁਐਸਚਨ ਹੈ। ਸ਼ਾਮ ਦੀ ਉਮਰ ਫਾਦਰ ਨਾਲੋਂ ਹਾਫ ਹੈ। ਹਾਫ ਦਾ ਮਤਲਬ 1:2, ਜਿੱਧਰ ਸ਼ਾਮ 1 ਹੈ ਤੇ ਫਾਦਰ 2 ਹੈ। ਇਹ ਸੀ ਪ੍ਰੈਜ਼ੈਂਟ, ਕਿਉਂਕਿ ਇਜ਼ ਲਿਖਿਆ ਹੋਇਆ ਹੈ ਮਤਲਬ ਪ੍ਰੈਜ਼ੈਂਟ ਦੀ ਗੱਲ ਹੈ। ਆਫਟਰ 20 ਈਅਰਸ 20 ਸਾਲ ਬਾਅਦ, the age of father is 1.5 times the age of ਸ਼ਾਮ।
20 ਸਾਲ ਬਾਅਦ ਕੀ ਹੈ ਫਾਦਰ ਦੀ ਏਜ ਸ਼ਾਮ ਨਾਲੋਂ 1.5 ਟਾਈਮਸ 1.5 ਕੀ ਹੁੰਦਾ ਬੱਚੇ 3/2 3/2 ਨੂੰ ਜੇ ਰੇਸ਼ੋ 'ਚ ਲਿਖਾਂਗੇ ਤਾਂ 3:2 ਜਿੱਥੇ ਫਾਦਰ 3 ਹੈ ਸ਼ਾਮ 2 ਹੈ ਤਾਂ ਬੱਚੇ ਪਹਿਲੇ 'ਚ ਸ਼ਾਮ 1 ਤੇ ਫਾਦਰ 2 ਹੈ ਦੂਜੇ 'ਚ ਫਾਦਰ ਪਹਿਲਾਂ ਸ਼ਾਮ ਮਗਰੋਂ ਲਿਖਿਆ ਤਾਂ ਆਪਾਂ ਕੁਐਸਚਨ ਜੇ ਚਲਾਵਾਂਗੇ ਆਪਾਂ ਕਿਉਂਕਿ ਕੁਐਸਚਨ ਦੇ ਵਿੱਚ ਸ਼ਾਮ ਪਹਿਲਾਂ ਮੈਂਸ਼ਨ ਹੈ ਫਾਦਰ ਮਗਰੋਂ ਮੈਂਸ਼ਨ ਹੈ ਤਾਂ ਆਪਾਂ ਕੁਐਸਚਨ ਇਸੇ ਤਰ੍ਹਾਂ ਕਰਾਂਗੇ ਸਾਨੂੰ ਕੀ ਦਿੱਤਾ ਪਹਿਲਾਂ ਪ੍ਰੈਜ਼ੈਂਟ ਦਾ ਡਾਟਾ ਪ੍ਰੈਜ਼ੈਂਟ ਦੇ ਵਿੱਚ ਕਹਿੰਦੇ ਸ਼ਾਮ ਦੀ ਉਮਰ ਪਿਓ ਨਾਲੋਂ ਅੱਧੀ ਹੈ ਅੱਧੀ ਮਤਲਬ ਰੇਸ਼ੋ ਦੇ ਵਿੱਚ 1:2 ਉਸ ਤੋਂ ਬਾਅਦ ਕਹਿੰਦੇ 10 ਸਾਲ ਬਾਅਦ ਕੀ ਹੋ ਜਾਊਗਾ ਸੌਰੀ 20 ਸਾਲ ਬਾਅਦ ਕੀ ਹੋ ਜਾਊਗਾ ਪਿਓ ਦੀ ਉਮਰ ਸ਼ਾਮ ਨਾਲੋਂ 1.5 ਗੁਣਾ ਯਾਨੀ ਕਿ 3:2 ਪਰ ਸ਼ਾਮ ਪਹਿਲਾਂ ਲਿਖਣਾ ਹੈ ਤਾਂ ਬੱਚੇ 2 ਪਹਿਲਾਂ ਲਿਖਾਂਗੇ ਪਿਓ ਮਗਰੋਂ ਲਿਖਣਾ ਹੈ ਤਾਂ 3 ਮਗਰੋਂ ਲਿਖਾਂਗੇ ਕੁਐਸਚਨ ਸਾਡਾ ਉੱਥੇ ਹੀ ਆ ਗਿਆ ਦੋ ਪਰਸਨਸ ਫਾਦਰ ਤੇ ਸ਼ਾਮ ਤੇ ਫਾਦਰ ਉਹਨਾਂ ਦੀ ਪ੍ਰੈਜ਼ੈਂਟ ਏਜਸ ਦੀ ਰੇਸ਼ੋ ਦਿੱਤੀ ਹੈ ਉਹਨਾਂ ਦੀ 20 ਸਾਲ ਬਾਅਦ ਦੀ ਰੇਸ਼ੋ ਦਿੱਤੀ ਹੈ ਅਸੀਂ ਕੀ ਕਰਨਾ ਹੈ ਕਿਉਂਕਿ ਦੋ ਪਰਸਨਸ ਦਾ ਏਜ ਡਿਫਰੈਂਸ ਹਮੇਸ਼ਾ ਸੇਮ ਹੁੰਦਾ ਤਾਂ ਅਸੀਂ ਉਹਨਾਂ ਦਾ ਡਿਫਰੈਂਸ ਰੇਸ਼ੋ 'ਚ ਵੀ ਸੇਮ ਕਰਨਾ ਹੈ ਤਾਂ ਰੇਸ਼ੋ 'ਚ ਡਿਫਰੈਂਸ ਸ਼ਾਮ ਤੇ ਫਾਦਰ ਦਾ 1 ਮਾਰਕਰ ਦਾ ਕਲਰ ਚੇਂਜ ਕਰਕੇ ਦੱਸਦਾ ਰੇਸ਼ੋ ਦੇ ਵਿੱਚ ਡਿਫਰੈਂਸ ਕਿੰਨਾ ਸ਼ਾਮ ਤੇ ਫਾਦਰ ਦਾ 1 ਦੂਜੀ ਰੇਸ਼ੋ 'ਚ ਕਿੰਨਾ 2 ਤੇ 1 ਦਾ ਵੀ 1 ਤਾਂ ਡਿਫਰੈਂਸ ਆਲਰੇਡੀ ਬਰਾਬਰ ਹੈ ਤਾਂ ਤੁਹਾਡਾ ਕੰਮ ਸੌਖਾ ਹੋ ਗਿਆ ਡਿਫਰੈਂਸ ਆਲਰੇਡੀ ਬਰਾਬਰ ਹੈ ਤਾਂ ਦੇਖੋ ਸ਼ਾਮ 1 ਤੋਂ 2 ਕਿੰਨਾ ਇਨਕਰੀਜ਼ ਹੈ 1 ਯੂਨਿਟ ਫਾਦਰ 2 ਤੋਂ 3 ਉਹਦਾ ਕਿੰਨਾ ਇਨਕਰੀਜ਼ ਹੈ ਬੱਚੇ ਉਹ ਵੀ 1 ਯੂਨਿਟ ਤੇ ਉਹ 1 ਯੂਨਿਟ ਕਿਹਦੇ ਬਰਾਬਰ ਹੈ 20 ਇਅਰਸ ਦੇ ਬਰਾਬਰ ਹੈ ਰੇਸ਼ੀਓ ਦੇ ਵਿੱਚ ਜਿਹੜਾ 1 ਯੂਨਿਟ ਦਾ ਇਨਕਰੀਜ਼ ਹੈ ਉਹ ਕਿਹਦੇ ਬਰਾਬਰ ਹੈ 20 ਸਾਲ ਦੇ ਬਰਾਬਰ ਹੈ ਅਸੀਂ ਕੀ ਕਰਨਾ ਫਾਈਂਡ ਦਾ ਰੇਸ਼ੀਓ ਆਫ ਦ ਏਜਸ ਆਫਟਰ 10 ਇਅਰਸ 10 ਸਾਲ ਬਾਅਦ ਤਾਂ ਬੱਚੇ ਸਾਨੂੰ ਪ੍ਰੈਜ਼ੈਂਟ ਦਾ ਡਾਟਾ ਦਿੱਤਾ ਹੈ ਜਾਂ 20 ਸਾਲ ਬਾਅਦ ਦਾ ਡਾਟਾ ਹੈ ਅਸੀਂ 10 ਸਾਲ ਬਾਅਦ ਦਾ ਕੱਢਣਾ ਹੈਗਾ ਤਾਂ ਪ੍ਰੈਜ਼ੈਂਟ ਕੱਢ ਕੇ 10 ਜੋੜੀਏ ਪ੍ਰੈਜ਼ੈਂਟ ਕੱਢ ਕੇ 10 ਜੋੜਾਂਗੇ ਤਾਂ ਧਿਆਨ ਨਾਲ ਦੇਖੋ 1 ਯੂਨਿਟ ਜੇ 20 ਸਾਲ ਹੈ ਤਾਂ ਸ਼ਾਮ ਦੀ ਉਮਰ ਤਾਂ 1 ਯੂਨਿਟ ਹੀ ਹੈ ਉਹ 20 ਸਾਲ ਹੈ ਫਾਦਰ ਦੀ ਉਮਰ 2 ਯੂਨਿਟ ਹੈ ਤਾਂ ਉਹ 40 ਸਾਲ ਹੈ ਇਹ ਤਾਂ ਆ ਗਿਆ ਇਹਨਾਂ ਦੀਆਂ ਪ੍ਰੈਜ਼ੈਂਟ ਏਜਸ ਪਰ ਆਪਾਂ 10 ਸਾਲ ਬਾਅਦ ਦੀਆਂ ਕੱਢਣੀਆਂ ਨੇ ਤਾਂ ਸ਼ਾਮ ਹੋ ਗਿਆ 20 ਤੇ 10 30 ਫਾਦਰ ਹੋ ਗਿਆ 40 ਤੇ 10 50 ਤਾਂ 30 ਤੇ 50 ਕੀ ਹੋ ਗਿਆ ਬੱਚੇ ਤੁਹਾਡੀ ਰੇਸ਼ੀਓ ਆ ਜੂਗੀ 3:5 ਤਾਂ ਇਸ ਕੁਐਸਚਨ ਦਾ ਆਨਸਰ ਤੁਹਾਡਾ ਬੱਚੇ ਫਸਟ ਆਪਸ਼ਨ ਆ ਜਾਊਗਾ 3:5 ਤਾਂ ਪਲੀਜ਼ ਕਮੈਂਟ ਸੈਕਸ਼ਨ ਦੇ ਵਿੱਚ ਬਾਈ ਬਣ ਕੇ ਲਗਾਤਾਰ ਕਮੈਂਟ ਕਰਕੇ ਦੱਸਦੇ ਜਾਓ ਕਿ ਸਮਝ ਆ ਰਿਹਾ ਹੈਗਾ ਪੱਲੇ ਪੈ ਰਿਹਾ ਹੈ ਜਿਹੜੀ ਸਪੀਡ ਤੇ ਚੱਲ ਰਹੇ ਆ ਇਹ ਸਪੀਡ ਇਸ ਕਰਕੇ ਬਣਾਈ ਹੈ ਕਿ ਤੁਸੀਂ ਸਿਰਫ ਪ੍ਰੈਕਟਿਸ ਕਰ ਰਹੇ ਹੋ ਸਿਲੇਬਸ ਇੱਕ ਵਾਰ ਤਿਆਰ ਹੈ ਜਿਹੜੇ ਬੱਚਿਆਂ ਨੂੰ ਤਾਂ ਦੇਖੋ ਬਹੁਤ ਸਾਫ਼ ਜੀ ਗੱਲ ਹੈ ਜਿਹੜੇ ਬੱਚਿਆਂ ਨੂੰ ਤਾਂ ਲੱਗ ਰਿਹਾ ਕਿ ਸਭ ਕੁਝ ਉੱਪਰ ਦੀ ਲੰਘ ਗਿਆ ਜੇ ਤੁਹਾਡੇ 'ਚ ਕੋਈ ਬੱਚਾ ਹੈ ਜਿਹਨੂੰ ਲੱਗ ਰਿਹਾ ਕਿ ਜਿਵੇਂ ਸਭ ਕੁਝ ਉੱਪਰ ਦੀ ਲੰਘ ਗਿਆ ਉਹਨੂੰ ਤਾਂ ਮਤਲਬ ਸਿਲੇਬਸ ਹੀ ਤਿਆਰ ਕਰਨ ਦੀ ਲੋੜ ਹੈ ਉਹ ਬੱਚੇ ਤਾਂ ਆਪਦਾ ਹਲੇ ਸਿਲੇਬਸ ਵੱਲ ਧਿਆਨ ਦੇਣਗੇ ਜੇ ਉਹਨਾਂ ਨੇ ਸੈਲਫ ਸਟੱਡੀ ਕਰਨੀ ਹੈ ਵੈਲ ਐਂਡ ਗੁੱਡ ਹੈ ਸੈਲਫ ਸਟੱਡੀ ਕਰ ਸਕਦੇ ਨੇ ਉਹਦੀ ਮੈਂ ਇੱਕ ਵੀਡੀਓ ਬਣਾਈ ਹੈ ਘੱਟੋ ਘੱਟ ਮੈਥ ਦੀ ਸੈਲਫ ਸਟੱਡੀ ਮੈਂ ਦੱਸੀ ਤੁਸੀਂ ਕਿਵੇਂ ਕਰਨੀ ਹੈ ਜੇ ਤੁਸੀਂ ਕਿਤੋਂ ਵੀ ਕੋਚਿੰਗ ਲੈਣੀ ਹੈ ਆਈਦਰ ਸਕਸੈਸ ਟਰੀ ਦਾ ਮਾਸਟਰ ਕੋਰਸ ਦਾ ਬੈਚ ਲੈਣਾ ਹੈ ਕਿਤੋਂ ਆਨਲਾਈਨ ਜਾਂ ਆਫਲਾਈਨ ਕੋਚਿੰਗ ਲੈਣੀ ਹੈ ਤਾਂ ਉਹਦੇ ਵਿੱਚ ਵੀ ਮੈਂ ਮੈਥ ਦਾ ਦੱਸਿਆ ਹੋਇਆ ਕਿ ਤੁਸੀਂ ਆਪਦੇ ਟੀਚਰ ਤੋਂ ਜਦੋਂ ਮੈਥ ਪੜ੍ਹਨਾ ਤਾਂ ਕੁਝ ਇਸ ਤਰ੍ਹਾਂ ਪੜ੍ਹਨਾ ਹੈਗਾ ਫਿਰ ਉਹਦੀ ਇਸ ਤਰ੍ਹਾਂ ਤੁਸੀਂ ਆਪ ਪ੍ਰੈਕਟਿਸ ਕਰਨੀ ਹੈ ਤੁਸੀਂ ਸਿਲੇਬਸ ਵੱਲ ਧਿਆਨ ਦਿਓ ਜਿਹੜੇ ਬੱਚੇ ਦੇ ਚੀਜ਼ਾਂ ਉੱਪਰ ਦੀ ਲੰਘ ਰਹੀਆਂ ਨੇ ਜਿਹੜੇ ਬੱਚਿਆਂ ਨੂੰ ਸਮਝ ਆ ਰਹੀਆਂ ਨੇ ਉਹਨਾਂ ਦੇ ਵਿੱਚੋਂ ਜਿਹੜੇ ਸਵਾਲ ਤੁਹਾਨੂੰ ਆਲਰੇਡੀ ਆਉਂਦੇ ਆ ਉਹ ਮੇਰੀ ਵੇਟ ਨਹੀਂ ਕਰਨੀ ਤੁਸੀਂ ਆਪਦਾ ਆਨਸਰ ਕਰੋ ਜਿਹੜੇ ਸਵਾਲ ਤੁਹਾਨੂੰ ਲੱਗਦਾ ਕਿ ਯਾਰ ਪਹਿਲੀ ਵਾਰ ਦੇਖੇ ਆ ਜਾਂ ਦੇਖੇ ਹੋਏ ਆ ਪਰ ਲੈਂਥੀ ਮੈਥਡ ਨਾਲ ਆਉਂਦੇ ਸੀ ਉਹ ਬਾਈ ਬਣ ਕੇ ਤੁਸੀਂ ਆਪਦਾ ਕਾਪੀ ਪੈਨ ਛੱਡ ਕੇ ਮੈਨੂੰ ਦੇਖਦੇ ਜਾਓ ਕਿ ਮੈਂ ਕਿਵੇਂ ਸੋਲਵ ਕਰਾਉਣਾਗਾ ਤਾਂ ਇਸ ਤਰ੍ਹਾਂ ਆਪਾਂ ਲਗਾਤਾਰ ਤਿਆਰੀ ਕਰਦੇ ਜਾਈਏ ਜੇ ਕੋਈ ਚੀਜ਼ਾਂ ਦੁਬਾਰਾ ਦੇਖਣ ਦੀ ਲੋੜ ਲੱਗਦੀ ਆ ਉਹ ਤੁਸੀਂ ਆਪਦਾ ਵੀਡੀਓ ਮਗਰੋਂ ਵੀ ਰਿਪੀਟ ਕਰ ਸਕਦੇ ਹੋ ਕਿ ਜਦੋਂ ਮਰਜ਼ੀ ਦੁਬਾਰਾ ਦੇਖ ਸਕਦੇ ਹੋ YouTube ਤੇ ਪੂਰੇ ਦੇ ਪੂਰੇ ਸੈਸ਼ਨ ਹਮੇਸ਼ਾ ਲਈ ਪਏ ਨੇਗੇ ਅਗਲੇ ਕੁਐਸਚਨ ਤੇ ਬੱਚੇ ਆਪਾਂ ਆ ਜਾਂਦੇ ਆ ਅਗਲਾ ਕੁਐਸਚਨ ਬੱਚੇ ਮੈਂ PYQ ਦੇ ਸੈਸ਼ਨ 'ਚ ਵੀ ਕਰਾਇਆ ਸੀਗਾ ਜਿਹੜਾ ਆਪਣਾ ਵਿਸਾਖੀ ਵਾਲੇ ਦਿਨ ਸ਼ੁਰੂ ਹੋਇਆ ਸੀ ਨੈਬ ਦੇ ਪੇਪਰ ਤੋਂ ਪਹਿਲਾਂ ਨੈਬ ਦੇ ਪੇਪਰ 'ਚ ਬਿਲਕੁਲ ਸਿਮਿਲਰ ਕੁਐਸਚਨ ਆਇਆ ਸੀਗਾ ਅੱਜ ਫੇਰ ਕਰਦੇ ਆ ਕੁਐਸਚਨ ਹੈ ਅ ਮੈਨ ਸੈਡ ਟੂ ਹਿਸ ਸਨ ਕੋਈ ਬੰਦਾ ਆਪਣੇ ਮੁੰਡੇ ਨੂੰ ਕੀ ਕਹਿੰਦਾ I was 1/3 1/3 ਦਾ ਮਤਲਬ ਸਿੱਧਾ 1:3 ਹੁੰਦਾ I ਕੌਣ ਹੈ ਇੱਥੇ ਫਾਦਰ ਆਪ ਹੈ ਕਿਉਂਕਿ ਸਨ ਨੂੰ ਕਹਿ ਰਿਹਾ ਤਾਂ ਇਹਦਾ ਮਤਲਬ ਫਾਦਰ ਹੈ ਉਹ ਕਹਿੰਦਾ ਮੈਂ ਕੀ ਸੀ 1/3 ਉਮਰ ਦਾ ਸੀ ਕਿਹਦੇ ਤੋਂ 1/3 ਆਫ ਯੂਅਰ ਪ੍ਰੈਜ਼ੈਂਟ ਏਜ ਜਿੰਨੀ ਸਨ ਦੀ ਪ੍ਰੈਜ਼ੈਂਟ ਏਜ ਹੈ ਮੈਂ ਉਹਦਾ 1/3 ਸੀ ਯਾਨੀ ਕਿ 1:3 ਸੀ ਕਦੋਂ ਜਦੋਂ ਤੂੰ ਜੰਮਿਆ ਸੀ ਤਾਂ ਜਦੋਂ ਸਨ ਜੰਮਿਆ ਸੀ ਸਨ ਵਾਸ ਬੋਰਨ ਇੱਧਰ ਆਪਾਂ ਲਿਖ ਲੈਂਦੇ ਆ ਪ੍ਰੈਜ਼ੈਂਟ ਤਾਂ ਬੱਚੇ ਧਿਆਨ ਨਾਲ ਦੇਖੋ ਇਹ ਕੁਐਸਚਨ ਇੰਨਾ ਸੌਖਾ ਹੱਲ ਹੋ ਜਾਊਗਾ ਜਦੋਂ ਆ ਤਾਂ ਪ੍ਰੈਜ਼ੈਂਟ ਏਜਸ ਨੇ ਇੱਥੇ ਫਾਦਰ ਲਿਖ ਲਿਆ ਇੱਥੇ ਸਨ ਲਿਖ ਲਿਆ ਆ ਜਦੋਂ ਜਵਾਕ ਜੰਮਿਆ ਸੀ ਇੱਥੇ ਫਾਦਰ ਲਿਖ ਲਿਆ ਇੱਥੇ ਸਨ ਲਿਖ ਲਿਆ ਤਾਂ ਬੱਚੇ ਪਿਓ ਕੀ ਕਹਿ ਰਿਹਾ ਹੈ ਤੁਸੀਂ ਮਾੜੀ ਜੀ ਅੰਗਰੇਜ਼ੀ ਚ ਲੈਣ ਸਮਝੋ ਪਿਓ ਕਹਿੰਦਾ ਮੇਰੀ ਉਮਰ ਕੀ ਸੀ ਪਿਓ ਆਪਦੇ ਆਪ ਨੂੰ ਆਈ ਕਹਿ ਰਿਹਾ ਕਹਿੰਦਾ ਮੇਰੀ ਉਮਰ ਕੀ ਸੀ 1/3 ਦਾ ਮਤਲਬ 3 ਤੋਂ 1 1/3 ਕਿਹਦੇ ਤੋਂ 1/3 ਸੀ ਤੇਰੀ ਪ੍ਰੈਜ਼ੈਂਟ ਏਜ ਤੋਂ
ਕਦੋਂ ਵੈਨ ਯੂ ਵਰ ਬੋਰਨ। ਉਹਨੇ ਆਈ ਦੇ ਨਾਲ ਵਾਜ਼ ਲਾਤਾ ਨਾ, ਵਾਜ਼ ਮਤਲਬ ਆਪਦੀ ਕੋਈ ਪੁਰਾਣੀ ਉਮਰ ਦੀ ਗੱਲ ਕਰ ਰਿਹਾ। ਕਿਹੜੀ ਪੁਰਾਣੀ? ਜਦੋਂ ਜਵਾਕ ਜੰਮਿਆ ਸੀ ਉਦੋਂ ਮੇਰੀ ਉਮਰ ਕੀ ਹੈ ਤੇਰੀ ਪ੍ਰੈਜ਼ੈਂਟ ਦਾ 1/3। ਪ੍ਰੈਜ਼ੈਂਟ ਦਾ 1/3 ਮਤਲਬ ਜੇ ਸਨ ਦੀ ਪ੍ਰੈਜ਼ੈਂਟ ਏਜ 3 ਹੈ ਤਾਂ ਫਾਦਰ ਦੀ ਉਦੋਂ ਉਮਰ 1 ਸੀ। ਸਨ ਦੀ ਪ੍ਰੈਜ਼ੈਂਟ ਏਜ ਜੇ 3 ਹੈ ਤਾਂ ਫਾਦਰ ਦੀ ਜਵਾਕ ਜੰਮਣ ਵੇਲੇ ਉਮਰ 1 ਸੀ, ਪਰ ਜਵਾਕ ਜੰਮਣ ਵੇਲੇ ਫਾਦਰ ਦੀ ਉਮਰ 1 ਸੀ ਪਰ ਸਨ ਦੀ ਤਾਂ 0 ਸੀ। ਜਿਹੜਾ ਜਵਾਕ ਹੁਣੇ ਜੰਮਿਆ ਉਹ 7 ਸਾਲ ਦਾ ਤਾਂ ਜੰਮਦਾ ਨਹੀਂ, ਉਹ 0 ਉਮਰ ਦਾ ਹੀ ਜੰਮੂਗਾ। ਤਾਂ ਬੱਚੇ ਇੱਥੇ ਕੀ ਹੈ ਫਾਦਰ ਤੇ ਸਨ 1 0 ਕਿੰਨਾ ਜ਼ਿਆਦਾ ਹੈ ਰੇਸ਼ੀਓ ਦੇ ਵਿੱਚ 1 ਕਿੰਨਾ ਜ਼ਿਆਦਾ ਹੈ 1। ਤਾਂ ਫਾਦਰ ਨੇ ਤਾਂ ਹਮੇਸ਼ਾ ਉਨਾ ਹੀ ਵੱਡਾ ਰਹਿਣਾ, ਤਾਂ ਇੱਥੇ ਫਾਦਰ ਕਿੰਨਾ ਹੋ ਜੂ 4। ਐਗਜ਼ਾਮੀਨਰ ਨੇ ਕੀ ਪੁੱਛਿਆ? ਇਫ ਦਾ ਪ੍ਰੈਜ਼ੈਂਟ ਏਜ ਆਫ ਦਾ ਮੈਨ ਇਜ਼ 48 ਈਅਰਸ ਫਾਈਂਡ ਦਾ ਪ੍ਰੈਜ਼ੈਂਟ ਏਜ ਆਫ ਦਾ ਸਨ। ਤਾਂ ਬੱਚੇ ਸਨ ਦੀ ਪ੍ਰੈਜ਼ੈਂਟ ਏਜ ਜੇ ਫਾਦਰ ਦੀ ਪ੍ਰੈਜ਼ੈਂਟ ਏਜ 48 ਈਅਰਸ ਦਿੱਤੀ ਹੋਈ ਹੈ ਜੋ ਕਿ ਆਪਾਂ ਰੇਸ਼ੀਓ 'ਚ 4 ਕੱਢੀ, ਤਾਂ ਸਨ ਦੀ ਏਜ ਕੀ ਹੋਊਗੀ? ਇਹ ਕੁਐਸਚਨ ਹੈ। 4 ਦੀ ਵੈਲਿਊ 12 ਗੁਣਾ ਕਰਕੇ ਤਾਂ 3 ਦੀ ਵੈਲਿਊ ਵੀ 12 ਗੁਣਾ ਕਰਕੇ ਤੁਹਾਡਾ ਆਨਸਰ ਆ ਜੂ। ਇੰਨਾ ਕੁ ਸੌਖਾ ਕੁਐਸਚਨ ਬਣ ਜੂਗਾ ਇਹ 36 ਸਾਲ। ਬੇਸਿਕਲੀ ਆ 4 ਕਿਵੇਂ ਆਇਆ ਮੈਂ ਇਹ ਰਿਪੀਟ ਕਰ ਦਿੰਨਾ। ਬੰਦਾ ਕਹਿੰਦਾ ਵੀ ਜਦੋਂ ਤੂੰ ਜੰਮਿਆ ਸੀ ਮੇਰੀ ਉਦੋਂ ਉਮਰ ਕੀ ਸੀ? ਤੇਰੀ ਪ੍ਰੈਜ਼ੈਂਟ ਏਜ ਦਾ 1/3। ਮਤਲਬ ਜੇ ਜਵਾਕ ਦੀ ਪ੍ਰੈਜ਼ੈਂਟ ਏਜ 3 ਹੈ ਤਾਂ ਤੇਰੇ ਜੰਮਣ ਵੇਲੇ ਮੇਰੀ ਉਮਰ 1/3 ਸੀ, ਯਾਨੀ ਕਿ 1 ਸੀ। ਤਾਂ ਜੰਮਣ ਵੇਲੇ ਜਵਾਕ ਦੀ ਉਮਰ ਤਾਂ 0 ਸੀ, ਤਾਂ ਪਿਓ ਕਿੰਨਾ ਜ਼ਿਆਦਾ ਰੇਸ਼ੋ 'ਚ 1, ਤਾਂ ਪਿਓ ਨੇ ਤਾਂ ਹਮੇਸ਼ਾ ਹੀ 1 ਜ਼ਿਆਦਾ ਰਹਿਣਾ। ਤਾਂ ਜਵਾਕ ਜੇ ਅੱਜ 3 ਦਾ ਤਾਂ ਪਿਓ 4 ਦਾ ਹੋਊਗਾ। ਤਾਂ 4 ਦੀ ਵੈਲਿਊ ਕੁਐਸਚਨ 'ਚ 48 ਦਿੱਤੀ ਹੈ 12 ਗੁਣਾ, ਤਾਂ ਸਨ ਦੀ ਪ੍ਰੈਜ਼ੈਂਟ ਏਜ 12 ਗੁਣਾ ਕਰਕੇ 36 ਸਾਲ। ਬੱਚੇ ਇਸ ਕੁਐਸਚਨ ਦਾ ਆਨਸਰ ਆ ਗਿਆ। ਸਮਝ ਆ ਗਿਆ ਜੀ ਸਾਰਿਆਂ ਨੂੰ? ਕਲੀਅਰ ਆ? ਬਾਈ ਬਣ ਕੇ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਦੱਸਦੇ ਜਾਓ, ਤੇ ਜਿਹੜੇ ਬੱਚੇ ਲੇਟ ਜੁੜੇ ਨੇ ਸੈਸ਼ਨ ਨੂੰ ਪਲੀਜ਼ ਲਾਈਕ ਤੇ ਸ਼ੇਅਰ ਕਰਦੇ ਜਾਓ। ਅਗਲੇ ਕੁਐਸਚਨ ਤੇ ਹੁੰਨੇ ਬੱਚੇ। ਅਗਲਾ ਕੁਐਸਚਨ ਇਹੀ ਕੁਐਸਚਨ ਤੁਸੀਂ ਨਾਇਬ ਤਹਿਸੀਲਦਾਰ ਦੇ ਪੇਪਰ 'ਚ ਦੇਖਿਆ ਸੀ। A said to B, A person B ਨੂੰ ਕੀ ਕਹਿੰਦਾ? I am, I ਕੌਣ ਹੈ? A ਆਪ। I ਦੇ ਨਾਲ ਉਹਨੇ am ਲਾ ਲਿਆ, ਮਤਲਬ A ਆਪਣੀ ਪ੍ਰੈਜ਼ੈਂਟ ਦੀ ਗੱਲ ਕਰ ਰਿਹਾ। ਕਹਿੰਦਾ ਮੇਰੀ ਉਮਰ ਕਿੰਨੀ ਹੈ? twice ਮਤਲਬ 2:1। ਕਿਹਦਾ? as old as you were। I ਦੇ ਨਾਲ ਮਾਂ ਦੇ ਪੁੱਤ ਨੇ am ਲਾ ਲਿਆ, ਮਤਲਬ ਆਪਣੀ ਉਹ ਪ੍ਰੈਜ਼ੈਂਟ ਦੀ ਗੱਲ ਕਰ ਰਿਹਾ, ਪਰ you ਯਾਨੀ ਕਿ B ਉਹਦੇ ਨਾਲ ਵਰ ਲਾਤਾ, ਮਤਲਬ B ਦੀ ਕੋਈ ਪ੍ਰੈਜ਼ੈਂਟ ਏਜ। ਉਹ ਕਹਿੰਦਾ ਮੇਰੀ B ਦੀ ਕੋਈ ਪੁਰਾਣੀ ਏਜ। ਉਹ ਕਹਿੰਦਾ ਮੇਰੀ ਪ੍ਰੈਜ਼ੈਂਟ ਏਜ ਹੈ ਜਿਹੜੀ ਉਹ ਤੇਰੀ ਕਿਸੇ ਪੁਰਾਣੀ ਏਜ ਲਈ ਮੈਂ B ਡੈਸ਼ ਲਿਖਤਾ, ਤੇਰੀ ਕਿਸੇ ਪੁਰਾਣੀ ਏਜ ਤੋਂ ਦੁੱਗਣੀ ਹੈ, ਯਾਨੀ ਕਿ 2:1 ਹੈ। ਪਰ B ਦੀ ਪੁਰਾਣੀ ਏਜ ਕਿਹੜੀ? when I was as old as you are। ਜਦੋਂ ਮੈਂ ਕਿੰਨੀ ਉਮਰ ਦਾ ਸੀ? ਤੇਰੀ ਪ੍ਰੈਜ਼ੈਂਟ ਉਮਰ ਜਿੰਨਾ। U ਦੇ ਨਾਲ R ਲੱਗਤਾ ਨਾ, ਤਾਂ ਬੱਚੇ ਉਹ ਕਹਿੰਦਾ ਆਹ A ਹੈ। A ਕਹਿੰਦਾ ਮੇਰੀ ਉਮਰ ਤੇਰੇ ਤੋਂ ਦੁੱਗਣੀ ਹੈ। ਦੁੱਗਣੀ ਦਾ ਮਤਲਬ 2:1, ਪਰ ਮੇਰੀ ਪ੍ਰੈਜ਼ੈਂਟ ਏਜ ਤੇਰੀ ਕੋਈ ਪੁਰਾਣੀ ਏਜ, ਤਾਂ ਪੁਰਾਣੀ ਏਜ ਲਈ ਮੈਂ B ਡੈਸ਼ ਲਿਖਤਾ। ਪੁਰਾਣੀ ਕਿਹੜੀ? ਉਹ ਕਹਿੰਦਾ ਤੇਰੀ ਉਹ ਪੁਰਾਣੀ ਜਦੋਂ ਮੈਂ ਉਸ ਉਮਰ ਦਾ ਸੀ ਜਿੰਨੀ ਤੇਰੀ ਅੱਜ ਉਮਰ ਹੈ। ਤਾਂ ਬੱਚੇ ਜੇ ਆਹ B ਦੀ ਪ੍ਰੈਜ਼ੈਂਟ ਏਜ ਹੈ ਜੋ ਕਿ ਸਾਨੂੰ ਰੇਸ਼ੋ ਦੇ ਵਿੱਚ ਨਹੀਂ ਪਤਾ, ਸਾਨੂੰ ਰੇਸ਼ੋ ਦੇ ਵਿੱਚ A ਦੀ ਪ੍ਰੈਜ਼ੈਂਟ ਏਜ ਪਤਾ ਹੈ, ਸਾਨੂੰ ਰੇਸ਼ੋ ਦੇ ਵਿੱਚ ਬੱਚੇ A ਦੀ ਪ੍ਰੈਜ਼ੈਂਟ ਏਜ ਪਤਾ, B ਦੀ ਪੁਰਾਣੀ ਏਜ ਪਤਾ ਕਿ ਉਹ ਤੋਂ ਦੁੱਗਣੀ ਹੈ ਤਾਂ 2:1। B ਦੀ ਪੁਰਾਣੀ ਏਜ ਕਿਹੜੀ? ਜਦੋਂ ਮੈਂ ਤੇਰੀ ਉਮਰ ਦਾ ਸੀ ਇੰਨੇ ਸਾਲ ਪਹਿਲਾਂ, ਉਦੋਂ ਤੂੰ ਜਿੰਨੀ ਉਮਰ ਦਾ ਸੀਗਾ ਉਹ ਤੋਂ ਮੈਂ ਦੁੱਗਣਾ। ਤਾਂ ਬੱਚੇ ਜਿੰਨਾ A B ਦੇ ਪਿੱਛੇ ਪਿਆ ਹੋਇਆ ਹੈ B ਓਨਾ ਹੀ ਪਿੱਛੇ ਚੱਲ ਜੂਗਾ। A ਨੇ B ਦੀ ਉਮਰ ਦਾ ਹੋਣ ਲਈ ਜਿੰਨਾ ਪਿੱਛੇ ਜਾਣਾ ਹੈ, B ਨੇ B ਡੈਸ਼ ਹੋਣ ਲਈ ਓਨਾ ਹੀ ਪਿੱਛੇ ਜਾਣਾ ਹੈ। ਇਹਦਾ ਮਤਲਬ ਕੀ ਹੈ? ਇੱਥੇ ਡਿਫਰੈਂਸ ਤੇ ਇੱਥੇ ਡਿਫਰੈਂਸ ਬਰਾਬਰ ਨੇ, ਇੱਥੇ ਤੇ ਇੱਥੇ ਡਿਫਰੈਂਸ ਬਰਾਬਰ ਨੇ। ਕਹਿਣ ਦਾ ਮਤਲਬ B ਦੀ ਵੈਲਿਊ ਕੀ ਹੈ? B ਦੀ ਵੈਲਿਊ ਹੈ ਇਹਨਾਂ ਦੋਨਾਂ ਦੇ ਬਿਲਕੁਲ ਅੱਧ 'ਚ। ਤਾਂ ਇਹਨਾਂ ਦੋਨਾਂ ਦੇ ਬਿਲਕੁਲ ਅੱਧ 'ਚ ਕੀ ਹੋ ਗਿਆ ਬੱਚੇ? 1.5 ਜਾਂ 1.5 ਲਿਖ ਦਿਓ, ਵੈਸੇ ਬੈਟਰ ਰਹੂਗਾ ਕਿ ਆਪਾਂ 1.5 ਲਿਖ ਦਈਏ। ਤਾਂ ਬੱਚੇ B ਦੀ ਪ੍ਰੈਜ਼ੈਂਟ ਏਜ ਕੀ ਆ ਗਈ? 1.5। ਤਾਂ A ਤੇ B ਦੀਆਂ ਏਜਿਸ ਦੀ ਰੇਸ਼ੋ ਕੀ ਬਣ ਜਾਣਗੇ? 2:1.5। ਹੋਲ ਨੰਬਰ 'ਚ ਕਰਨ ਲਈ 4:3। ਤਾਂ A ਤੇ B ਦੀਆਂ ਪ੍ਰੈਜ਼ੈਂਟ ਏਜਿਸ ਕੀ ਬਣ ਗਿਆ? 4:3। ਉਹ ਕਹਿੰਦੇ ਸਮ ਆਫ देयर ਏਜਿਸ ਇਜ਼ 63। ਤਾਂ A ਦੀ ਪ੍ਰੈਜ਼ੈਂਟ ਏਜ ਦੱਸੋ। ਤਾਂ ਬੱਚੇ ਉਹਨਾਂ ਦਾ ਰੇਸ਼ੋ ਦੇ ਵਿੱਚ ਸਮ ਕੀ ਹੈ? 4 ਤੇ 3 7। ਰੇਸ਼ੋ ਦੇ ਵਿੱਚ ਸਮ 7 ਹੈ ਜੋ ਕਿ ਅਸਲ 'ਚ 63 ਸਾਲ ਦਿੱਤਾ ਹੈ। ਤਾਂ ਇਹਦਾ ਮਤਲਬ 1 ਦੀ ਵੈਲਿਊ 9 ਸਾਲ, ਤੇ ਉਹਨਾਂ ਨੇ A ਦੀ ਪ੍ਰੈਜ਼ੈਂਟ ਏਜ ਪੁੱਛੀ ਹੈ। ਤਾਂ A ਦੀ ਪ੍ਰੈਜ਼ੈਂਟ ਏਜ ਕੀ ਹੈ? 4 ਯੂਨਿਟ। ਜੇ 1 ਦੀ ਵੈਲਿਊ 9 ਹੈ ਤਾਂ 4 ਦੀ ਵੈਲਿਊ ਤੁਹਾਡੇ ਸਾਹਮਣੇ ਆਨਸਰ 36 ਸਾਲ ਆ ਜਾਊਗਾ ਜੀ। ਇਸ ਕੁਐਸਚਨ ਦਾ ਆਨਸਰ ਤੁਹਾਡਾ C ਆਪਸ਼ਨ 36 ਈਅਰਸ। ਤਾਂ ਬੱਚੇ ਇਹ ਆਪਣੇ ਏਜਿਸ ਚੈਪਟਰ ਦੇ ਸਵਾਲ ਸੀਗੇ। ਮਤਲਬ ਆਪਣਾ ਮੇਰੇ ਖਿਆਲ 'ਚ 35-40 ਮਿੰਟ ਦੀ 45 ਮਿੰਟ ਦੀ ਕਲਾਸ ਹੋ ਗਈ, ਜਿਹਦੇ ਵਿੱਚ ਆਪਾਂ ਏਜਿਸ ਦੇ ਕੁਝ 11-12 ਕੁਐਸਚਨ ਕੀਤੇ ਨੇ। 2-2 3-3 ਮਿੰਟ ਦੇ ਵਿੱਚ ਇੱਕ ਕੁਐਸਚਨ ਕਰ ਰਹੇ ਹਾਂ, ਜਿਹਦੇ ਵਿੱਚ ਕੁਝ ਆਪਣੇ ਮਤਲਬ ਬਹੁਤ ਸਿੰਪਲ ਕੁਐਸਚਨ ਤਾਂ ਕੋਈ ਨਹੀਂ ਸੀ ਹੈਗਾ ਕਿ ਆਪਾਂ ਕਹੀਏ ਕਿ ਦੇਖਣ ਸਾਰ ਆਨਸਰ ਆ ਗਿਆ। ਹਾਲਾਂਕਿ 1-2 ਕੁਐਸਚਨ ਆਪਾਂ ਕੀਤੇ ਜਿੱਥੇ ਆਪਸ਼ਨ ਚੱਕ ਲਿਆ, ਆਪਸ਼ਨ ਚੱਕਣ ਵਾਲੇ ਸਵਾਲਾਂ 'ਚ ਆਪਾਂ ਦੇਖਣ ਸਾਰ ਆਨਸਰ ਕੱਢ ਲੈਂਦੇ ਹਾਂ। ਪਰ ਸੋਲਿਊਸ਼ਨ ਵਾਈਜ਼ ਦੇਖੀਏ ਤਾਂ ਕੋਈ ਕੁਐਸਚਨ, ਚਾਹੇ ਆਪਾਂ ਸ਼ਾਰਟਕਟਸ ਡਿਸਕਸ ਕੀਤੇ ਆ, ਕੋਈ ਕੁਐਸਚਨ ਇਹੋ ਜਿਹਾ ਨਹੀਂ ਸੀ ਹੈਗਾ ਜਿਹੜਾ ਦੇਖਣ ਸਾਰ ਆਨਸਰ ਆਵੇ। ਪਰ
ਆਪਾਂ ਕੁਐਸਚਨਸ ਉਹ ਲੈਵਲ ਦੇ ਪ੍ਰੈਕਟਿਸ ਕਰ ਰਹੇ ਹਾਂ ਜਿਹੜੇ ਘੱਟੋ ਘੱਟ ਆਪਾਂ ਕਹਿੰਦੇ ਕਿ ਯਾਰ ਪੀਪੀਐਸਸੀ ਨੇ ਤਾਂ ਪਾਉਣੇ ਹੀ ਪਾਉਣੇ ਨੇ, ਨੈਬ ਦੇ ਬਰਾਬਰ ਲੈਵਲ ਦੇ। ਆਹ ਪਿਛਲਾ ਕੁਐਸਚਨ, ਇਸ ਤੋਂ ਪਿਛਲਾ ਕੁਐਸਚਨ, ਇਹ ਦੋਨੇ ਕੁਐਸਚਨ ਬਿਲਕੁਲ ਸੇਮ ਨੈਬ ਦੇ ਪੇਪਰ ਦੇ ਵਿੱਚ ਕੁਐਸਚਨ ਆਇਆ ਹੋਇਆ ਸੀਗਾ। ਅਗਲੇ ਪਿਛਲੇ ਐਗਜ਼ਾਮਸ ਦੇ ਵਿੱਚ ਜਿਹੜੇ ਕੁਝ ਚੰਗੇ ਲੈਵਲ ਦੇ ਕੁਐਸਚਨ ਆਏ ਨੇ ਉਹਦੇ ਬਰਾਬਰ ਮੈਂ ਫਾਈਲ ਤਿਆਰ ਕਰਕੇ ਲੈ ਕੇ ਆਇਆ। ਇਸ ਤੋਂ ਬਾਅਦ ਆਪਾਂ ਪਾਰਟਨਰਸ਼ਿਪ ਦੇਖਣ ਲੱਗੇ ਆ, ਤਾਂ ਪਾਰਟਨਰਸ਼ਿਪ ਦੇ ਵਿੱਚ ਮੈਂ ਪਹਿਲਾਂ ਹੀ ਦੱਸ ਦਿੰਦਾ, ਪਾਰਟਨਰਸ਼ਿਪ ਚੈਪਟਰ ਸਾਡਾ ਪੰਜਾਬ ਦੇ ਪੇਪਰਾਂ 'ਚ ਜੇ ਕੋਈ ਚੈਪਟਰ ਸਭ ਤੋਂ ਘੱਟ ਪੁੱਛਿਆ ਗਿਆ ਉਹ ਚੈਪਟਰ ਹੈਗਾ। ਪਰ ਕਿਉਂਕਿ ਪਿਛਲੇ ਸਮੇਂ 'ਚ ਨਹੀਂ ਕੁਐਸਚਨ ਆਇਆ ਹੋਇਆ ਤਾਂ ਇਹਦਾ ਮਤਲਬ ਕਿ ਅਗਲੇ ਸਮੇਂ 'ਚ ਕਦੇ ਵੀ ਇੱਕ ਅੱਧਾ ਕੁਐਸਚਨ ਆਪਾਂ ਬੜੇ ਆਰਾਮ ਨਾਲ ਦੇਖ ਸਕਦੇ ਹਾਂ। ਤਾਂ ਪਾਰਟਨਰਸ਼ਿਪ ਚੈਪਟਰ ਪੂਰੇ ਦਾ ਪੂਰਾ ਕੀ ਕੁਝ ਕਵਰ ਕਰਦਾ ਹੈਗਾ, ਆਪਾਂ ਉਹ ਸਾਰੇ ਤਰ੍ਹਾਂ ਦੇ ਸਵਾਲ ਦੇਖਾਂਗੇ। ਫਿਰ ਉਹ ਸਾਰੇ ਤਰ੍ਹਾਂ ਦੇ ਸਵਾਲਾਂ ਦੇ ਵਿੱਚ ਕੋਈ ਇਹੋ ਜਿਹਾ ਸਵਾਲ ਨਹੀਂ ਕਰਨ ਲੱਗੇ ਜਿਹੜਾ ਕਹੀਏ ਕਿ ਦੇਖਣ ਸਾਰ ਆਨਸਰ ਆ ਗਿਆ, ਸਿੰਪਲ ਜਿਹਾ ਕੁਐਸਚਨ ਹੈ। ਆਪਾਂ ਘੱਟੋ ਘੱਟ ਉਸ ਲੈਵਲ ਦੇ ਕੁਐਸਚਨਸ ਕਰਾਂਗੇ ਕਿ ਜਿਨ੍ਹਾਂ ਤੇ ਆਪਣਾ ਦਿਮਾਗ ਲੱਗੇ। ਪੀਪੀਐਸਸੀ ਨੇ ਸਾਡਾ ਦਿਮਾਗ ਲਗਵਾਉਣਾ ਹੈਗਾ। ਪੀਪੀਐਸਸੀ ਨੇ ਸਾਡੀ ਪੇਪਰ ਦੇ ਵਿੱਚ ਰੀਜ਼ਨਿੰਗ ਚੈੱਕ ਕਰਨੀ ਹੈ ਕਿ ਅਸੀਂ ਆਹ ਲੰਬੀਆਂ ਸਟੇਟਮੈਂਟਸ ਪੜ੍ਹ ਪਾ ਰਹੇ ਹਾਂ, ਕਨਫਿਊਜ਼ ਤਾਂ ਨਹੀਂ ਹੁੰਦੇ। ਲੰਬੀਆਂ ਸਟੇਟਮੈਂਟਸ ਨੂੰ ਪੜ੍ਹ ਕੇ ਅਸੀਂ ਸੋਲੂਸ਼ਨਸ ਕਰ ਰਹੇ ਹਾਂਗੇ, ਆਨਸਰਸ ਕੱਢ ਪਾ ਰਹੇ ਹਾਂ, ਸਹੀ ਆਨਸਰ ਮਾਰਕ ਕਰ ਪਾ ਰਹੇ ਹਾਂ। ਪੀਪੀਐਸਸੀ ਜਿਵੇਂ ਸਾਡਾ ਟੈਸਟ ਲੈ ਰਿਹਾ ਹੈਗਾ, ਅਸੀਂ ਉਸ ਤਰ੍ਹਾਂ ਦੀ ਪ੍ਰੈਕਟਿਸ ਪਹਿਲਾਂ ਹੀ ਕਰ ਰਹੇ ਹਾਂ। ਤਾਂ ਇਸ ਸੈਸ਼ਨ ਦੇ ਵਿੱਚ ਸਿਲੈਕਸ਼ਨ ਗਾਈਡ ਦਾ ਜਿਹੜਾ ਸੈਸ਼ਨ ਹੈ ਇਹਦੇ ਵਿੱਚ ਆਪਾਂ ਇਸ ਚੀਜ਼ ਨੂੰ ਧਿਆਨ 'ਚ ਰੱਖ ਕੇ ਹਮੇਸ਼ਾ ਪ੍ਰੈਕਟਿਸ ਕਰਾਂਗੇ। ਤਾਂ ਬੱਚੇ ਪਾਰਟਨਰਸ਼ਿਪ ਦਾ ਕੁਐਸਚਨ ਕੀ ਹੈ? A ਐਂਡ B ਦੋ ਜਾਣੇ ਨੇ ਸਟਾਰਟਡ ਅ ਬਿਜ਼ਨਸ ਇਨਵੈਸਟਿੰਗ। A ਨੇ 50,000 ਰੁਪਏ ਇਨਵੈਸਟ ਕੀਤੇ, B ਨੇ 25,000 ਰੁਪਏ ਇਨਵੈਸਟ ਕੀਤੇ। ਐਗਜ਼ਾਮੀਨਰ ਕਹਿੰਦਾ A ਤੇ B ਨੇ ਬਿਜ਼ਨਸ ਸ਼ੁਰੂ ਕੀਤਾ, A ਨੇ 50, B ਨੇ 25,000 ਇਨਵੈਸਟ ਕਰਕੇ। ਆਫਟਰ 4 ਮੰਥਸ 4 ਮਹੀਨੇ ਬਾਅਦ ਕੀ ਹੋਇਆ? ਇਹ ਤਾਂ ਬੱਚੇ ਸ਼ੁਰੂ 'ਚ ਗੱਲ ਦਿੱਤੀ ਹੈ A ਤੇ B ਦੀ। 4 ਮਹੀਨੇ ਬਾਅਦ C ਵੀ ਉਹਨਾਂ ਨੂੰ ਜੁੜਦਾ ਹੈ ਵਿਦ ਦ ਕੈਪੀਟਲ ਆਫ 25,000। C ਵੀ ਜੁੜਦਾ 25,000 ਰੁਪਏ ਲੈ ਕੇ। ਐਗਜ਼ਾਮੀਨਰ ਕਹਿੰਦਾ ਫਾਈਂਡ ਦਾ ਰੇਸ਼ੀਓ ਆਫ देयर ਪ੍ਰੋਫਿਟਸ ਐਟ ਦਾ ਐਂਡ ਆਫ ਦਾ ਈਅਰ। ਐਟ ਦਾ ਐਂਡ ਆਫ ਦਾ ਈਅਰ ਦਾ ਮਤਲਬ ਕੀ ਹੈ ਬੱਚੇ? ਕੁਐਸਚਨ 12 ਮਹੀਨਿਆਂ ਦਾ। ਐਟ ਦਾ ਐਂਡ ਆਫ ਦਾ ਈਅਰ ਮਤਲਬ ਬਿਜ਼ਨਸ 1 ਸਾਲ ਤੱਕ ਚੱਲਿਆ। 1 ਸਾਲ ਦਾ ਮਤਲਬ ਮਹੀਨਿਆਂ 'ਚ ਗੱਲ ਕਰੀਏ ਤਾਂ ਬਿਜ਼ਨਸ 12 ਮਹੀਨੇ ਚੱਲਿਆ। ਤਾਂ ਜਿਹੜੇ ਦੋ ਪਰਸਨ ਬਿਜ਼ਨਸ ਸਟਾਰਟ ਕਰਦੇ ਨੇ A ਤੇ B, ਉਹਨਾਂ ਦਾ ਸਮਾਂ 12 ਮਹੀਨੇ ਕਲੀਅਰ ਹੈ। ਤੇ ਜਿਹੜਾ ਉਹਨਾਂ ਨੂੰ 4 ਮਹੀਨੇ ਬਾਅਦ ਜੁੜ ਰਿਹਾ ਹੈ ਉਹਦਾ ਸਮਾਂ ਕੀ ਹੈ? 12 ਚੋਂ 4 ਕੱਢ ਦੋ, 8 ਮਹੀਨੇ। ਇਹ ਸਾਨੂੰ ਕਲੀਅਰ ਹੋ ਰਿਹਾ ਹੈਗਾ, ਸਮਾਂ ਕਲੀਅਰ ਹੈ। ਇਨਵੈਸਟਮੈਂਟਾਂ ਕਲੀਅਰ ਨੇ ABC ਦੀਆਂ, ਸਮਾਂ ਕਲੀਅਰ ਹੋ ਗਿਆ। ਆਪਾਂ ਬੱਚੇ ਉਹਨਾਂ ਦੇ ਪ੍ਰੋਫਿਟ ਦੀ ਰੇਸ਼ੀਓ ਕੱਢਣੀ ਹੈ। ਤਾਂ ਇੰਨੀ ਗੱਲ ਸਾਰਿਆਂ ਨੂੰ ਪਤਾ ਹੈ ਕਿ ਪ੍ਰੋਫਿਟ ਦੀ ਰੇਸ਼ੀਓ ਹਮੇਸ਼ਾ ਕਿਹਦੇ ਬਰਾਬਰ ਰੱਖਦੇ ਹਾਂ ਆਪਾਂ? ਪ੍ਰੋਫਿਟ ਦੀ ਰੇਸ਼ੀਓ ਆਪਾਂ ਹਮੇਸ਼ਾ ਰੱਖਦੇ ਹਾਂ ਇਨਵੈਸਟਮੈਂਟ ਇਨਟੂ ਟਾਈਮ ਦੇ ਬਰਾਬਰ। ਤਾਂ ਬੱਚੇ ਜਿਹੜੇ ਸਟੂਡੈਂਟਸ ਨੂੰ ਆਹ ਰਿਲੇਸ਼ਨ ਪਤਾ ਹੈ ਉਹ ਸਾਰੇ ਦਾ ਸਾਰਾ ਆਪਣਾ ਪਾਰਟਨਰਸ਼ਿਪ ਚੈਪਟਰ ਇਹਦੇ ਤੇ ਚਲਾ ਸਕਦੇ ਨੇ। ਤਾਂ ਆਪਾਂ ਇੱਥੇ ਪ੍ਰੋਫਿਟ ਦੀ ਰੇਸ਼ੀਓ ਦੱਸਣੀ ਹੈ A, B ਤੇ C ਦੀ। ਤਾਂ ਉਹਨਾਂ ਦੇ ਪ੍ਰੋਫਿਟਸ ਦੀ ਰੇਸ਼ੀਓ ਕੀ ਹੋਗੀ? ਉਹਨਾਂ ਦਾ ਇਨਵੈਸਟਮੈਂਟ ਇਨਟੂ ਟਾਈਮ। ਤਾਂ A ਦੀ ਇਨਵੈਸਟਮੈਂਟ ਕੀ ਹੈ ਬੱਚੇ? ਕਿਉਂਕਿ ਆਪਾਂ ਰੇਸ਼ੀਓ ਲੈਣੀ ਹੈ, ਆਪਾਂ ਰੇਸ਼ੀਓ ਲੈਣੀ ਹੈ। ਤਾਂ ਰੇਸ਼ੀਓ ਲੈਣ ਵੇਲੇ ਤੁਸੀਂ ਜੋ ਉਹਨਾਂ ਦੀਆਂ ਇਨਵੈਸਟਮੈਂਟਾਂ ਦਿੱਤੀਆਂ ਹੋਈਆਂ ਨੇ ਹਜ਼ਾਰਾਂ ਦੇ ਵਿੱਚ, ਉਹਨਾਂ ਦੀ ਆਲਰੇਡੀ ਰੇਸ਼ੀਓ ਲੈ ਲਓ। 50,000, 25,000, 25,000। ਤਾਂ ਬੱਚੇ 50, 25, 25, 50, 25, 25 ਨੂੰ ਵੀ ਤੁਸੀਂ 2, 1 ਤੇ 1 ਯੂਜ਼ ਕਰ ਸਕਦੇ ਹੋ। ਤਾਂ A ਦੀ ਇਨਵੈਸਟਮੈਂਟ 2 ਰੁਪਏ 12 ਮਹੀਨਿਆਂ ਲਈ, B ਦੀ ਇਨਵੈਸਟਮੈਂਟ 1 ਰੁਪਇਆ, ਇਹ ਵੀ 12 ਮਹੀਨਿਆਂ ਲਈ, C ਦੀ ਇਨਵੈਸਟਮੈਂਟ ਵੀ 1 ਰੁਪਇਆ ਪਰ ਸਿਰਫ 8 ਮਹੀਨਿਆਂ ਲਈ। ਤਾਂ ਇਹਨਾਂ ਦੇ ਪ੍ਰੋਫਿਟਸ ਦੀ ਰੇਸ਼ੀਓ ਕੀ ਆ ਗਈ? ਇਨਵੈਸਟਮੈਂਟ ਇਨਟੂ ਟਾਈਮ। ਤਿੰਨਾਂ ਦਾ ਇਨਵੈਸਟਮੈਂਟ ਇਨਟੂ ਟਾਈਮ। ਟਾਈਮ ਤਾਂ ਚਲੋ 12 ਮਹੀਨੇ A ਤੇ B ਦਾ, C 4 ਮਹੀਨੇ ਬਾਅਦ ਆਇਆ ਤਾਂ 8 ਮਹੀਨੇ। ਪਰ ਇਨਵੈਸਟਮੈਂਟ ਕੀ ਲਿਖਿਆ? 50, 25, 25,000 ਨਹੀਂ ਲਿਖਿਆ ਕਿਉਂਕਿ ਅਖੀਰ ਤੇ ਰੇਸ਼ੀਓ ਲੈਣੀ ਹੈ ਤਾਂ ਇਨਵੈਸਟਮੈਂਟ ਦੀ ਹੀ ਰੇਸ਼ੀਓ ਲੈ ਲਈ। ਤਾਂ ਬੱਚੇ ਇਹਦੇ ਵਿੱਚ ਕਾਮਨ ਦੇਖੋ 4 ਦੇ ਟੇਬਲ 'ਚ 3, 4 ਦੇ ਟੇਬਲ 'ਚ 3, 4 ਦੇ ਟੇਬਲ 'ਚ 2, ਹੋਰ ਕੁਝ ਕਾਮਨ ਨਹੀਂ ਹੈਗਾ। 2 × 3 6, 1 × 3 3, 1 × 2 2। ਤਾਂ ਆਨਸਰ ਕੀ ਆ ਗਿਆ? 6:3:2। ਤਾਂ ਬੱਚੇ C ਆਪਸ਼ਨ ਤੁਹਾਡਾ ਆਨਸਰ ਆ ਗਿਆ। ਪਾਰਟਨਰਸ਼ਿਪ ਚੈਪਟਰ ਸਾਰੇ ਦਾ ਸਾਰਾ ਇਸ ਰਿਲੇਸ਼ਨ ਤੇ ਚੱਲੂਗਾ, ਇਹ ਧਿਆਨ 'ਚ ਰੱਖਣਾ ਬੱਚੇ। ਅਗਲਾ ਕੁਐਸਚਨ, ਰਾਮ ਸਟਾਰਟਡ ਅ ਬਿਜ਼ਨਸ ਬਾय ਇਨਵੈਸਟਿੰਗ ₹45,000। ਰਾਮ ਕੋਈ ਪਰਸਨ ਹੈ, ਉਹਨੇ ਬਿਜ਼ਨਸ ਸ਼ੁਰੂ ਕੀਤਾ 45,000 ਰੁਪਏ ਇਨਵੈਸਟ ਕਰਕੇ। 2 ਮਹੀਨੇ ਬਾਅਦ ਸੰਜੇ ਜੁਆਇਨ ਕਰਦਾ ਵਿਦ ਕੈਪੀਟਲ ਆਫ 60,000। ਆਫਟਰ 4 ਮੰਥਸ ਆਦਿਤਿਆ ਜੁਆਇਨਡ them with a capital of ₹90,000। ਤਾਂ ਬੱਚੇ ਰਾਮ ਨੇ ਬਿਜ਼ਨਸ ਸ਼ੁਰੂ ਕੀਤਾ 45,000 ਰੁਪਏ ਇਨਵੈਸਟ ਕਰਕੇ। 2 ਮਹੀਨੇ ਬਾਅਦ ਸੰਜੇ ਆਇਆ, 60,000 ਰੁਪਏ ਉਹਨੇ ਇਨਵੈਸਟ ਕੀਤੇ। ਤੇ 4 ਮਹੀਨੇ ਬਾਅਦ ਆਦਿਤਿਆ ਆਇਆ, ਉਹਨੇ 90,000 ਇਨਵੈਸਟ ਕੀਤਾ। ਬੱਚੇ ਰਾਮ ਨੇ ਸ਼ੁਰੂ ਕੀਤਾ, ਇਹ ਕਲੀਅਰ ਆ। 2 ਮਹੀਨੇ ਬਾਅਦ ਸੰਜੇ ਆਇਆ, ਇਹ ਵੀ ਕਲੀਅਰ ਹੈ। ਪਰ ਜਿਹੜਾ 4 ਮਹੀਨੇ ਬਾਅਦ ਆਦਿਤਿਆ ਆਇਆ, ਇੱਥੇ ਕਿਸੇ ਨੇ ਕਨਫਿਊਜ਼ ਨਹੀਂ ਹੋਣਾ ਕਿ ਆਦਿਤਿਆ ਜਿਹੜੇ 4 ਮਹੀਨੇ ਬਾਅਦ ਆਇਆ ਕਿ ਉਹ ਸ਼ੁਰੂ ਤੋਂ 4 ਮਹੀਨੇ ਬਾਅਦ ਆਇਆ ਜਾਂ 2 ਮਹੀਨੇ ਬਾਅਦ ਸੰਜੇ ਆਇਆ ਉਹਦੇ ਤੋਂ 4 ਮਹੀਨੇ ਬਾਅਦ ਆਇਆ। ਇੱਥੇ ਕਾਫੀ ਬੱਚਿਆਂ ਨੂੰ ਕਨਫਿਊਜ਼ਨ ਹੋਊਗੀ। ਤਾਂ ਮੈਂ ਬੱਚੇ ਦੱਸ ਦਿੰਦਾ, ਸੰਜੇ ਦੇ ਨਾਲ ਆਫਟਰ 2 ਮੰਥਸ ਸਿੱਧਾ ਲਿਖਿਆ ਤਾਂ ਉਹ ਸ਼ੁਰੂ ਤੋਂ 2 ਮਹੀਨੇ ਬਾਅਦ ਆਇਆ। ਆਦਿਤਿਆ ਦੇ ਨਾਲ ਵੀ ਆਫਟਰ 4 ਮੰਥਸ ਸਿੱਧਾ ਲਿਖਿਆ ਤਾਂ ਉਹ ਸ਼ੁਰੂ ਤੋਂ ਹੀ 4 ਮਹੀਨੇ ਬਾਅਦ ਆਇਆ। ਜੇ ਆਫਟਰ 4 ਮੰਥਸ ਦੇ ਮੂਰੇ
ਆਫਟਰ ਨੈਕਸਟ 4 ਮੰਥਸ ਲਿਖਿਆ ਹੁੰਦਾ, ਆਫਟਰ ਇਟਸ 4 ਮੰਥਸ ਲਿਖਿਆ ਹੁੰਦਾ, ਆਫਟਰ ਫਰਦਰ 4 ਮੰਥਸ ਲਿਖਿਆ ਹੁੰਦਾ। ਬੱਚੇ ਜੇ ਕੋਈ ਇਹੋ ਜਿਹਾ ਸ਼ਬਦ ਲਿਖਿਆ ਹੁੰਦਾ ਆਫਟਰ ਫਰਦਰ 4 ਮੰਥਸ, ਫਿਰ ਆਪਾਂ ਕਹਿੰਦੇ ਕਿ ਅਗਲੇ ਸੰਜੇ ਤੋਂ ਕਾਊਂਟ ਕਰਕੇ ਅਗਲੇ 4 ਮਹੀਨੇ, ਪਰ ਉਹੋ ਜਿਹਾ ਕੋਈ ਸ਼ਬਦ ਨਹੀਂ ਲਿਖਿਆ ਤਾਂ ਸ਼ੁਰੂ ਤੋਂ 4 ਮਹੀਨੇ ਬਾਅਦ ਅਦਿੱਤਿਆ ਆਇਆ। ਤਾਂ ਬੱਚੇ ਇਹ ਹਮੇਸ਼ਾ ਧਿਆਨ ਦੇ ਵਿੱਚ ਰੱਖਣਾ ਹੈਗਾ। ਫਿਰ ਟਾਈਮ ਪਤਾ ਲੱਗ ਗਿਆ ਸਾਰਿਆਂ ਦਾ ਸਾਨੂੰ। ਰਾਮ ਕਿਉਂਕਿ ਬਿਜ਼ਨਸ ਸ਼ੁਰੂ ਓਕੇ ਐਟ ਦਾ ਐਂਡ ਆਫ ਦਾ ਈਅਰ, ਐਂਡ ਆਫ ਦਾ ਈਅਰ ਮਤਲਬ ਸਵਾਲ 12 ਮਹੀਨਿਆਂ ਦਾ। ਦੇ ਅਰਨਡ ਅ ਟੋਟਲ ਪ੍ਰੋਫਿਟ ਆਫ 37200, ਵਟ ਇਜ਼ ਰਾਮਜ਼ ਸ਼ੇਅਰ ਇਨ ਦਾ ਪ੍ਰੋਫਿਟ। ਤਾਂ ਬੱਚੇ ਰਾਮ ਬਿਜ਼ਨਸ ਸ਼ੁਰੂ ਕਰਦਾ ਤਾਂ ਉਹਦਾ ਸਮਾਂ 12 ਮਹੀਨੇ, ਸੰਜੇ 2 ਮਹੀਨੇ ਬਾਅਦ ਆਇਆ ਤਾਂ ਉਹਦਾ ਸਮਾਂ 12 ਚੋਂ 2 ਕੱਢ ਕੇ 10 ਮਹੀਨੇ, ਅਦਿੱਤਿਆ ਉਹ ਤੋਂ 2 ਮਹੀਨੇ ਮਤਲਬ ਕੁੱਲ 4 ਮਹੀਨੇ ਬਾਅਦ ਆਇਆ ਤਾਂ ਉਹਦਾ ਸਮਾਂ 8 ਮਹੀਨੇ। ਇਨਵੈਸਟਮੈਂਟ ਸਾਨੂੰ ਦਿੱਤੇ ਨੇ 45,000, 60,000, 90,000, 1000 1000 1000 ਗਿਆ। 15 ਦੇ ਟੇਬਲ 'ਚ 3, 15 ਦੇ ਟੇਬਲ 'ਚ 4, 15 ਦੇ ਟੇਬਲ 'ਚ 6। ਤਾਂ ਬੱਚੇ ਆਪਾਂ ਰਾਮ, ਸੰਜੇ ਤੇ ਅਦਿੱਤਿਆ ਇਹਨਾਂ ਨੂੰ ਜਿਹੜਾ ਪ੍ਰੋਫਿਟ ਦੇਣਾ ਹੈਗਾ ਉਹ 37,200 ਸਾਨੂੰ ਟੋਟਲ ਦਿੱਤਾ ਹੋਇਆ ਹੈ। ਉਹ ਪ੍ਰੋਫਿਟ ਰਾਮ, ਸੰਜੇ, ਅਦਿੱਤਿਆ ਨੂੰ ਕਿੰਨਾ ਕਿੰਨਾ ਮਿਲੂ ਉਹਦੇ ਲਈ ਸਾਨੂੰ ਇਹਨਾਂ ਦੇ ਪ੍ਰੋਫਿਟ ਦੀ ਰੇਸ਼ੋ ਚਾਹੀਦੀ ਹੈ। ਤੇ ਪ੍ਰੋਫਿਟ ਦੀ ਰੇਸ਼ੋ ਆਪਾਂ ਦੇਖਿਆ ਕਿ ਹਮੇਸ਼ਾ ਇਨਵੈਸਟਮੈਂਟ ਇਨਟੂ ਟਾਈਮ। ਤਾਂ ਰਾਮ ਦਾ ਇਨਵੈਸਟਮੈਂਟ ਇਨਟੂ ਟਾਈਮ 3 ਰੁਪਏ ਦੀ ਇਨਵੈਸਟਮੈਂਟ 12 ਮਹੀਨਿਆਂ ਲਈ, ਸੰਜੇ ਦੀ 4 ਰੁਪਏ ਦੀ ਇਨਵੈਸਟਮੈਂਟ 10 ਮਹੀਨਿਆਂ ਲਈ, ਅਦਿੱਤਿਆ ਦੀ 6 ਰੁਪਏ ਦੀ ਇਨਵੈਸਟਮੈਂਟ 8 ਮਹੀਨਿਆਂ ਲਈ। ਤਾਂ ਬੱਚੇ ਇਨਵੈਸਟਮੈਂਟ ਦੀ ਰੇਸ਼ੋ ਕੀ ਆ ਗਈ? ਰੇਸ਼ੋ ਕੱਢਣ ਦੇ ਲਈ ਤੁਸੀਂ ਆਹ ਦੇਖੋ 4 ਦੇ ਟੇਬਲ 'ਚ 4 ਦੇ ਟੇਬਲ 'ਚ 3, 4 ਦੇ ਟੇਬਲ 'ਚ 1, 4 ਦੇ ਟੇਬਲ 'ਚ 2। ਹੋਰ ਕੁਝ ਕੱਟਿਆ ਜਾਂਦਾ, ਹੋਰ ਕੁਝ ਨਹੀਂ ਕੱਟਿਆ ਜਾਂਦਾ। ਤਾਂ ਰੇਸ਼ੀਓ ਕੀ ਆ ਗਈ? 9 ਰੇਸ਼ੀਓ 10 ਰੇਸ਼ੀਓ 12। ਤਾਂ ਬੱਚੇ ਇਹਨਾਂ ਦੀ ਰੇਸ਼ੋ ਕੀ ਆ ਗਈ? 9 ਰੇਸ਼ੋ 10 ਰੇਸ਼ੋ 12। ਜੇ ਸਾਨੂੰ ਸਿਰਫ ਰੇਸ਼ੋ ਪੁੱਛੀ ਹੁੰਦੀ ਕਿ ਰਾਮ, ਸੰਜੇ ਤੇ ਅਦਿੱਤਿਆ ਨੂੰ ਪੈਸਾ ਪ੍ਰੋਫਿਟ ਕਿਹੜੀ ਰੇਸ਼ੋ 'ਚ ਵੰਡਣਾ ਤਾਂ ਆਹ ਰੇਸ਼ੋ ਆ ਗਈ। ਪਰ ਸਾਨੂੰ ਇਸ ਕੁਐਸਚਨ 'ਚ ਟੋਟਲ ਪ੍ਰੋਫਿਟ ਦਿੱਤਾ ਹੋਇਆ ਤੇ ਐਗਜ਼ਾਮੀਨਰ ਕਹਿੰਦਾ ਉਹਦੇ ਵਿੱਚੋਂ ਰਾਮ ਦਾ ਹਿੱਸਾ ਦੱਸੋ। ਤਾਂ ਬੱਚੇ ਰੇਸ਼ੋ 'ਚ ਟੋਟਲ ਪ੍ਰੋਫਿਟ ਕਿੰਨਾ? 12 10 22 9 31। ਰੇਸ਼ੋ 'ਚ ਟੋਟਲ ਪ੍ਰੋਫਿਟ ਕਿੰਨਾ? 31 ਯੂਨਿਟ। ਤੇ 31 ਯੂਨਿਟ ਦੀ ਵੈਲਿਊ ਕਿੰਨੀ ਦਿੱਤੀ ਹੈ? 37,200। ਜੇ 31 ਯੂਨਿਟ ਦੀ ਵੈਲਿਊ 37,200 ਹੈ ਤਾਂ 1 ਯੂਨਿਟ ਦੀ ਵੈਲਿਊ ਕੀ ਆ ਗਈ? ਡਿਵਾਈਡ ਬਾਈ 31, 1200। 1 ਯੂਨਿਟ ਦੀ ਵੈਲਿਊ ਜੇ 1200 ਹੈ ਤਾਂ ਰਾਮ ਦਾ ਪ੍ਰੋਫਿਟ 9 ਯੂਨਿਟ, 9 ਯੂਨਿਟ ਦੀ ਵੈਲਿਊ ਕੀ ਆਜੂ? 9 ਗੁਣਾ 1200 ਯਾਨੀ ਕਿ 10,800। ਤਾਂ ਬੱਚੇ ਇਸ ਕੁਐਸਚਨ ਦਾ ਆਨਸਰ ਤੁਹਾਡਾ ਫਸਟ ਆਪਸ਼ਨ ਆ ਜਾਊਗਾ 10,800। ਤਾਂ ਇਹ ਆਪਣੇ ਪਾਰਟਨਰਸ਼ਿਪ ਦੇ ਕੁਐਸਚਨਸ ਦਾ ਆਪਾਂ ਹੁਣ ਲੈਵਲ ਚੱਕਦੇ ਜਾਵਾਂਗੇ, ਅੱਗੇ ਜਾ ਕੇ ਕੁਐਸਚਨਸ ਦੇਖਦੇ ਜਾਓਗੇ ਤੁਸੀਂ। ਅਗਲਾ ਕੁਐਸਚਨ A, B ਐਂਡ C 3 ਪਰਸਨਸ ਦੇ ਉੱਤੇ ਆ ਗਿਆ। ਸਟਾਰਟਡ ਅ ਬਿਜ਼ਨਸ ਬਾਈ ਇਨਵੈਸਟਿੰਗ देयर ਕੈਪੀਟਲਸ ਇਨ ਦਾ ਰੇਸ਼ੋ 5:6:8। ਤਾਂ ਇਸ ਕੁਐਸਚਨ 'ਚ ਐਗਜ਼ਾਮੀਨਰ ਕਹਿੰਦਾ A, B ਤੇ C ਨੇ ਪੈਸਾ ਇਨਵੈਸਟ ਕੀਤਾ ਇਨ ਦਾ ਰੇਸ਼ੀਓ 5:6:8। ਸਾਨੂੰ ਪਹਿਲੇ ਕੁਐਸਚਨ ਦੇ ਵਿੱਚ A ਤੇ B ਨੇ ਕਿੰਨਾ ਪੈਸਾ ਇਨਵੈਸਟ ਕੀਤਾ? ਰੁਪੀਸ 'ਚ ਗਿਵਨ ਸੀ। ਅਗਲੇ ਕੁਐਸਚਨ 'ਚ ਰਾਮ ਨੇ, ਸੰਜੇ ਨੇ, ਅਦਿੱਤਿਆ ਨੇ ਕਿੰਨਾ ਪੈਸਾ ਇਨਵੈਸਟ ਕੀਤਾ? ਰੁਪੀਸ ਦੇ ਵਿੱਚ ਗਿਵਨ ਸੀ। ਇਸ ਕੁਐਸਚਨ 'ਚ A, B ਤੇ C 3 ਜਾਣਿਆਂ ਨੇ ਪੈਸਾ ਜਿਹੜਾ ਇਨਵੈਸਟ ਕੀਤਾ ਉਹ ਰੁਪੀਸ 'ਚ ਨਹੀਂ ਗਿਵਨ, ਰੇਸ਼ੋ ਦੇ ਵਿੱਚ ਗਿਵਨ ਹੈ। ਤਾਂ ਅਸੀਂ ਚੁੱਪ ਕਰਕੇ ਹੋਰ ਕੁਝ ਨਹੀਂ ਮੰਨਣਾ, ਅਸੀਂ ਕਨਫਿਊਜ਼ ਨਹੀਂ ਹੋਣਾ। ਅਸੀਂ ਜੋ ਰੇਸ਼ੋ ਦਿੱਤੀ ਹੈ ਉਸੇ ਨੂੰ ਵੈਲਿਊ ਮੰਨ ਲੈਣਾ ਹੈ ਕਿ ਭਾਈ A ਨੇ 5 ਰੁਪਏ ਇਨਵੈਸਟ ਕੀਤੇ, B ਨੇ 6 ਕੀਤੇ, C ਨੇ 8 ਕੀਤੇ। ਦੇ ਰਿਸੀਵ ਦਾ ਪ੍ਰੋਫਿਟਸ ਇਨ ਦਾ ਰੇਸ਼ੋ 5:3:12। ਉਹਨਾਂ ਨੂੰ ਪ੍ਰੋਫਿਟ ਮਿਲੇ 5 3 12। ਫਾਈਂਡ ਦਾ ਰੇਸ਼ੋ ਆਫ ਟਾਈਮ ਫॉर ਵਿਚ ਦੇ ਇਨਵੈਸਟ देयर ਕੈਪੀਟਲਸ। ਤਾਂ ਆਪਾਂ ਟਾਈਮ ਦੀ ਰੇਸ਼ੋ ਕੱਢਣੀ ਹੈ। ਬੱਚੇ ਆਪਾਂ ਪਿਛਲੇ ਕੁਐਸਚਨ ਦੇ ਵਿੱਚ ਜਾਈਏ, ਆਪਾਂ ਕਿਹਾ ਸੀ ਕਿ ਪ੍ਰੋਫਿਟ ਦੀ ਰੇਸ਼ੋ ਹਮੇਸ਼ਾ ਕੱਢਣੀ ਹੈ ਤਾਂ ਤੁਸੀਂ ਇਨਵੈਸਟਮੈਂਟ ਇਨਟੂ ਟਾਈਮ ਕਰਕੇ ਕੱਢੋਗੇ। ਪਰ ਜੇ ਆਪਾਂ ਬੱਚੇ ਟਾਈਮ ਦੀ ਰੇਸ਼ੋ ਕੱਢਣੀ ਹੈ ਤਾਂ ਟਾਈਮ ਦੀ ਰੇਸ਼ੋ ਕੀ ਹੋ ਜੂ? ਇਨਵੈਸਟਮੈਂਟ ਇਧਰ ਡਿਵਾਈਡ ਹੋ ਜੂ, ਪ੍ਰੋਫਿਟ ਓਵਰ ਇਨਵੈਸਟਮੈਂਟ ਕਰਕੇ ਕੱਢ ਲਾਂਗੇ। ਤਾਂ ਇਸ ਕੁਐਸਚਨ ਦੇ ਵਿੱਚ ਆਪਾਂ ਟਾਈਮ ਦੀ ਰੇਸ਼ੋ ਕੱਢਣੀ ਹੈ ਤਾਂ ਟਾਈਮ ਦੀ ਰੇਸ਼ੋ ਕੀ ਹੋ ਜੂਗੀ? ਪ੍ਰੋਫਿਟ ਓਵਰ ਇਨਵੈਸਟਮੈਂਟ। ਤਾਂ A, B, C ਦੇ ਟਾਈਮ ਦੀ ਰੇਸ਼ੋ ਕੀ ਹੋ ਜੂਗੀ? ਤਿੰਨਾਂ ਦਾ ਪ੍ਰੋਫਿਟ ਓਵਰ ਇਨਵੈਸਟਮੈਂਟ ਕਰ ਦਿਓ। A ਦਾ ਪ੍ਰੋਫਿਟ ਓਵਰ ਇਨਵੈਸਟਮੈਂਟ, B ਦਾ ਪ੍ਰੋਫਿਟ ਓਵਰ ਇਨਵੈਸਟਮੈਂਟ, C ਦਾ ਪ੍ਰੋਫਿਟ ਓਵਰ ਇਨਵੈਸਟਮੈਂਟ। A ਦਾ ਪ੍ਰੋਫਿਟ 5 ਰੁਪਏ, ਪ੍ਰੋਫਿਟ ਇੱਥੋਂ ਚੱਕ ਲਿਆ। ਇਨਵੈਸਟਮੈਂਟ ਵੀ A ਦੀ 5 ਰੁਪਏ ਤਾਂ 5/5। B ਦਾ ਪ੍ਰੋਫਿਟ 3 ਰੁਪਏ, ਇਨਵੈਸਟਮੈਂਟ 6 ਰੁਪਏ। C ਦਾ ਪ੍ਰੋਫਿਟ 12 ਰੁਪਏ, ਇਨਵੈਸਟਮੈਂਟ 8 ਰੁਪਏ। ਤਾਂ ਬੱਚੇ ਇਹਨਾਂ ਦੀ ਇਨਵੈਸਟਮੈਂਟ ਦੀ ਰੇਸ਼ੋ ਆ ਗਈ ਤੁਹਾਡੇ ਸਾਹਮਣੇ। ਤਾਂ ਇਹਨੂੰ ਸੋਲਵ ਕਰਨ ਦੇ ਲਈ 5/5 ਤਾਂ ਆ ਗਿਆ ਪੂਰਾ 1, 3/6 ਆ ਗਿਆ 1/2, 12/8 ਆ ਗਿਆ 3/2। ਤਾਂ ਬੱਚੇ ਜਿਹੜੀ ਰੇਸ਼ੋ ਆ ਗਈ ਤੁਹਾਡੇ ਕੋਲ ਉਹ ਫ੍ਰੈਕਸ਼ਨ ਦੇ ਵਿੱਚ ਆ ਗਈ। 1 ਤਾਂ ਚਲੋ ਪੂਰਾ 1 ਹੈ, ਆ 1/2 ਆ 3/2। ਤਾਂ ਫ੍ਰੈਕਸ਼ਨ ਵਾਲੀ ਰੇਸ਼ੋ ਨੂੰ ਹੋਲ ਨੰਬਰ 'ਚ ਕਨਵਰਟ ਕਰਨ ਲਈ ਤੁਸੀਂ ਕੀ ਕਰਦੇ ਹੋ? ਡਿਨੋਮੀਨੇਟਰਸ ਦਾ ਐਲਸੀਐਮ ਲੈ ਕੇ ਉੱਪਰ ਗੁਣਾ ਕਰ ਦਿਓ। ਤਾਂ ਇਹਦੇ ਡਿਨੋਮੀਨੇਟਰ 'ਚ ਕੁਛ ਨਹੀਂ, ਇਹਦੇ ਥੱਲੇ 2 ਇਹਦੇ ਥੱਲੇ 2 ਹੈ ਤਾਂ ਡਿਨੋਮੀਨੇਟਰ ਦਾ ਐਲਸੀਐਮ ਆ ਗਿਆ 2। ਤਾਂ ਸਾਰਿਆਂ ਨੂੰ 2 ਗੁਣਾ ਕਰ ਦਿਓ ਜੀ। ਸਾਰਿਆਂ ਨੂੰ 2 ਗੁਣਾ ਕੀਤਾ ਤਾਂ ਆਹ 2 ਤੇ 2 ਕੱਟਿਆ ਗਿਆ, ਆਹ 2 ਤੇ 2 ਕੱਟਿਆ ਗਿਆ, ਇੱਥੇ ਕੁਛ ਕੱਟਿਆ ਨਹੀਂ ਜਾਣਾ। ਤਾਂ ਆਨਸਰ ਕੀ ਆ ਗਿਆ? 1 × 2 2, ਆਹ ਕੱਲਾ ਰਹਿ ਗਿਆ 1, ਆਹ 3 ਰਹਿ ਗਿਆ।
ਤਾਂ 2:1:3 ਇਹ ਤੁਹਾਡੀ ਟਾਈਮ ਦੀ ਰੇਸ਼ੀਓ ਆ ਜੂਗੀ ਇਸ ਕੁਐਸਚਨ ਦੀ। ਤਾਂ ਸੀ ਆਪਸ਼ਨ ਤੁਹਾਡਾ ਆਨਸਰ ਆ ਗਿਆ ਬੱਚੇ। ਇਹ ਸਾਡਾ ਕੁਐਸਚਨ ਸੀਗਾ ਇਨਵੈਸਟਮੈਂਟ ਦਾ, ਆਪਣੇ ਪਾਰਟਨਰਸ਼ਿਪ ਦਾ, ਜਿਹਦੇ ਵਿੱਚ ਕਿ ਇਨਵੈਸਟਮੈਂਟ ਦੀ ਰੇਸ਼ੀਓ ਦਿੱਤੀ ਆ, ਪ੍ਰੋਫਿਟ ਦੀ ਰੇਸ਼ੀਓ ਦਿੱਤੀ ਹੈ, ਟਾਈਮ ਦੀ ਰੇਸ਼ੀਓ ਕੱਢਣੀ ਹੈ। ਤਾਂ ਇਹਦੇ ਵਿੱਚ ਬਸ ਮੈਂ ਜਿਹੜੀ ਨਵੀਂ ਗੱਲ ਦੱਸੀ ਹੈ ਕਿ ਬੱਚੇ ਜਿਵੇਂ ਤੁਸੀਂ ਪ੍ਰੋਫਿਟ ਦੀ ਰੇਸ਼ੀਓ ਕੱਢਦੇ ਹੋ ਇਨਵੈਸਟਮੈਂਟ ਇਨਟੂ ਟਾਈਮ ਕਰਕੇ, ਤਾਂ ਉਹਦੇ ਵਿੱਚੋਂ ਜੇ ਟਾਈਮ ਦੀ ਰੇਸ਼ੀਓ ਕੱਢਣੀ ਪੈਗੀ ਕਿਸੇ ਸਵਾਲ 'ਚ, ਪ੍ਰੋਫਿਟ ਓਵਰ ਇਨਵੈਸਟਮੈਂਟ ਕਰ ਦਿਓ। ਜੇ ਇਨਵੈਸਟਮੈਂਟ ਦੀ ਰੇਸ਼ੀਓ ਕੱਢਣੀ ਪੈਗੀ, ਪ੍ਰੋਫਿਟ ਓਵਰ ਟਾਈਮ ਕਰ ਦਿਓ। ਸਭ ਪਰਸਨਸ ਦਾ, ਜਿੰਨੇ ਪਰਸਨਸ ਦੇ ਉੱਤੇ ਕੁਐਸਚਨ ਹੋਊਗਾ ਸਭ ਦੀ ਉਵੇਂ ਰੇਸ਼ੀਓ ਨਿਕਲ ਆਊਗੀ। ਅਗਲਾ ਕੁਐਸਚਨ ਇੰਟਰਸਟਿੰਗ ਹੈ ਬੱਚੇ, ਇਸ ਕੁਐਸਚਨ ਨੂੰ ਸਭ ਤੋਂ ਇੰਪੋਰਟੈਂਟ ਮਾਰਕ ਕਰਕੇ ਰੱਖ ਲਓ। ਇੰਪੋਰਟੈਂਟ ਮਾਰਕ ਕਰਨ ਦੇ ਲਈ ਇਸ ਕੁਐਸਚਨ 'ਚ ਕੱਢਣ ਪਾਉਣ ਨੂੰ ਬਹੁਤਾ ਕੁਝ ਨਹੀਂ ਹੈਗਾ ਕਿ ਕੋਈ ਨਵੀਂ ਚੀਜ਼ ਦੇਖੋਗੇ। ਸਿੰਪਲ ਫ੍ਰੈਕਸ਼ਨ ਦੇ ਉੱਤੇ ਕੁਐਸਚਨ ਹੈਗਾ। ਇਸ ਕੁਐਸਚਨ ਨੂੰ ਇੰਪੋਰਟੈਂਟ ਇਸ ਕਰਕੇ ਕਹਿ ਰਹੇ ਹਾਂ ਕਿ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਨਾਲ ਗੱਲ ਕਰੀਏ, ਇਹ ਕੁਐਸਚਨ ਬਹੁਤ ਵਾਰ ਪੇਪਰਾਂ ਦੇ ਵਿੱਚ ਆਇਆ, ਸੇਮ ਸਟੇਟਮੈਂਟ ਬਹੁਤ ਵਾਰ ਪੇਪਰਾਂ 'ਚ ਆਈ ਹੈ। ਸੋ ਇਸ ਕਰਕੇ ਮੈਂ ਇਸ ਕੁਐਸਚਨ ਨੂੰ ਲੈ ਕੇ ਆਇਆ। ਇਹਦੇ ਨਾਲ ਦਾ ਮਿਲਦਾ ਜੁਲਦਾ ਇੱਕ ਹੋਰ ਕੁਐਸਚਨ ਲੈ ਕੇ ਆਇਆ, ਤਾਂ ਅਗਲਾ ਕੁਐਸਚਨ ਉਹ ਵੀ ਕਰਾਂਗੇ। ਐਗਜ਼ਾਮੀਨਰ ਕਹਿੰਦਾ ਕਿਸੇ ਬਿਜ਼ਨਸ ਦੇ ਵਿੱਚ A ਪਰਸਨ ਨੇ ਕਿੰਨਾ ਇਨਵੈਸਟ ਕੀਤਾ, 1/6 ਆਫ ਦਾ ਕੈਪੀਟਲ, ਕਿੰਨੇ ਸਮੇਂ ਲਈ, 1/6 ਆਫ ਦਾ ਟਾਈਮ। ਉਸੇ ਤਰ੍ਹਾਂ B ਨੇ ਕਿੰਨਾ ਇਨਵੈਸਟ ਕੀਤਾ, 1/3 ਆਫ ਦਾ ਕੈਪੀਟਲ, ਕਿੰਨੇ ਸਮੇਂ ਲਈ, 1/3 ਆਫ ਦਾ ਟਾਈਮ। ਇਸੇ ਤਰ੍ਹਾਂ C ਇਨਵੈਸਟ ਦਾ ਰਿਮੇਨਿੰਗ ਕੈਪੀਟਲ ਫॉर ਦਾ ਹੋਲ ਟਾਈਮ, ਪੂਰੇ ਸਮੇਂ ਦੇ ਲਈ। ਇਸ ਤੋਂ ਬਾਅਦ ਐਗਜ਼ਾਮੀਨਰ ਕਹਿੰਦਾ ਜੇ ਉਹਨਾਂ ਨੂੰ ਕੁੱਲ 23,000 ਰੁਪਏ ਦਾ ਟੋਟਲ ਪ੍ਰੋਫਿਟ ਹੋਇਆ ਤਾਂ B ਦਾ ਸ਼ੇਅਰ ਦੱਸੋ। ਤਾਂ ਬੱਚੇ ਸਾਨੂੰ ਟੋਟਲ ਪ੍ਰੋਫਿਟ ਦਿੱਤਾ ਹੋਇਆ, ਟੋਟਲ ਪ੍ਰੋਫਿਟ ਦਿੱਤਾ ਹੋਇਆ। ਇਸ ਤੋਂ ਪਹਿਲਾਂ ਵੀ ਇੱਕ ਕੁਐਸਚਨ 'ਚ ਜਿੱਥੇ ਸਾਨੂੰ 37,200 ਟੋਟਲ ਪ੍ਰੋਫਿਟ ਦਿੱਤਾ ਸੀ, ਅਸੀਂ ਕੀ ਕੱਢਿਆ ਸੀ, A B ਤੇ C ਦੀ ਇਨਵੈਸਟਮੈਂਟ ਦੀ ਰੇਸ਼ੀਓ। ਉਸ ਕੁਐਸਚਨ 'ਚ ਰਾਮ ਸੰਜੇ ਤੇ ਦਿੱਤਿਆ ਸੀ, ਇੱਥੇ A B ਤੇ C ਨੇ ਇਨਵੈਸਟਮੈਂਟ ਕਹਿ ਰਿਹਾ, ਪ੍ਰੋਫਿਟ ਦੀ ਰੇਸ਼ੀਓ। ਪ੍ਰੋਫਿਟ ਦੀ ਰੇਸ਼ੀਓ ਨਿਕਲੂਗੀ ਇਨਵੈਸਟਮੈਂਟ ਇਨਟੂ ਟਾਈਮ ਕਰਕੇ। ਤਾਂ ਬੱਚੇ ਇਸ ਕੁਐਸਚਨ ਦੇ ਵਿੱਚ ਵੀ ਅਸੀਂ ਪ੍ਰੋਫਿਟ ਦੀ ਰੇਸ਼ੀਓ ਕੱਢਣੀ ਆ। ਰੇਸ਼ੀਓ ਕੱਢ ਲਈ ਤਾਂ 23,000 ਨੂੰ ਵੰਡ ਦਾਂਗੇ, ਪਰ ਪ੍ਰੋਫਿਟ ਦੀ ਰੇਸ਼ੀਓ ਨਿਕਲੂ ਇਨਵੈਸਟਮੈਂਟ ਇਨਟੂ ਟਾਈਮ ਕਰਕੇ। ਇਨਵੈਸਟਮੈਂਟ ਇਸ ਕੁਐਸਚਨ 'ਚ ਫ੍ਰੈਕਸ਼ਨਾਂ 'ਚ ਦਿੱਤੀ ਹੋਈ ਆ, ਟਾਈਮ ਇਸ ਕੁਐਸਚਨ 'ਚ ਫ੍ਰੈਕਸ਼ਨਾਂ 'ਚ ਦਿੱਤਾ ਹੋਇਆ। ਤਾਂ ਇਹਦਾ ਹੱਲ ਕੱਢਣਾ, ਇਹ ਇਸ ਕੁਐਸਚਨ ਨੂੰ ਥੋੜਾ ਜਿਹਾ ਅਲੱਗ ਬਣਾਉਂਦਾ ਤੇ ਇੰਪੋਰਟੈਂਟ ਆ। ਤਾਂ ਬੱਚੇ ਇਨਵੈਸਟਮੈਂਟ ਕਿੰਨੀ ਦਿੱਤੀ ਹੋਈ ਆ, 1/6 ਆਫ ਦਾ ਕੈਪੀਟਲ ਫॉर ਇੰਨੇ ਟਾਈਮ ਲਈ। B ਦੀ ਕੈਪੀਟਲ ਇਨਵੈਸਟਮੈਂਟ ਕਿੰਨੀ ਦਿੱਤੀ ਆ, 1/3 ਆਫ ਦਾ ਕੈਪੀਟਲ। C ਦੀ ਤਾਂ ਚਲੋ ਰਿਮੇਨਿੰਗ ਲਿਖੀ ਹੋਈ ਆ। ਤਾਂ ਬੱਚੇ ਜੇ ਆਪਾਂ ਇਸ ਕੁਐਸਚਨ 'ਚ ਹੋਰ ਕੋਈ ਛੇੜਖਾਨੀ ਨਾ ਕਰੀਏ, ਜਿੱਥੇ A ਦੀ ਇਨਵੈਸਟਮੈਂਟ 1/6 ਲਿਖਿਆ ਸੀ, 1/6 ਯੂਜ਼ ਕਰ ਲਈਏ, ਤਾਂ 1/6 B ਦੀ 1/3 ਯੂਜ਼ ਕਰ ਸਕਦੇ ਹਾਂ। C ਦੀ ਰਿਮੇਨਿੰਗ ਕੱਢ ਲਾਂਗੇ, ਟੋਟਲ 1 ਦੇ ਵਿੱਚੋਂ 1/6 ਤੇ 1/3 ਮਾਈਨਸ ਕਰਕੇ C ਵੀ ਆਜੂ। ਅਸੀਂ ਫ੍ਰੈਕਸ਼ਨਸ ਦੇ ਵਿੱਚ ਇਸ ਕੁਐਸਚਨ ਨੂੰ ਸੋਲਵ ਕਰ ਸਕਦੇ ਹਾਂ, ਪਰ ਯਾਰ ਸਾਨੂੰ ਪਤਾ ਫ੍ਰੈਕਸ਼ਨਸ ਦੀ ਕੈਲਕੂਲੇਸ਼ਨ ਔਖੀ ਹੁੰਦੀ ਆ। ਤਾਂ ਅਸੀਂ ਫ੍ਰੈਕਸ਼ਨ ਤੋਂ ਬਚਣਾ। ਫ੍ਰੈਕਸ਼ਨ ਤੋਂ ਬਚਣ ਦਾ ਇੱਕੋ ਇੱਕ ਤਰੀਕਾ ਕਿ ਉਹਦਾ ਡਿਨੋਮੀਨੇਟਰ ਖਤਮ ਕਰਨਾ। ਤਾਂ ਇਸ ਕੁਐਸਚਨ ਦਾ ਡਿਨੋਮੀਨੇਟਰ ਖਤਮ ਕਰੋ। ਫ੍ਰੈਕਸ਼ਨਾਂ ਤਾਂ ਖਤਮ ਹੋਣਗੀਆਂ। ਤਾਂ ਫ੍ਰੈਕਸ਼ਨਾਂ ਖਤਮ ਕਰਨ ਲਈ ਕੀ ਕਰਨਾ ਹੈ, ਤੁਸੀਂ ਟੋਟਲ ਇਨਵੈਸਟਮੈਂਟ ਜਿਹੜੀ ਕਿ ਕਿਉਂਕਿ ਫ੍ਰੈਕਸ਼ਨਾਂ 'ਚ ਦਿੱਤਾ ਹੋਇਆ ਤਾਂ ਟੋਟਲ 1 ਹੁੰਦਾ, ਫ੍ਰੈਕਸ਼ਨਾਂ 'ਚ ਟੋਟਲ 1 ਹੁੰਦਾ, ਪਰ ਤੁਸੀਂ ਇਨਵੈਸਟਮੈਂਟ ਕੀ ਮੰਨ ਲੈਣੀ ਹੈ ਬੱਚੇ, 1/6 ਦਾ ਮਤਲਬ ਟੋਟਲ 6 ਹੈ, ਤਾਂ ਉਹਦੇ ਵਿੱਚੋਂ 1 ਰੁਪਇਆ A ਨੇ ਇਨਵੈਸਟ ਕੀਤਾ। 1/3 ਦਾ ਮਤਲਬ ਟੋਟਲ 3 ਹੈ, ਤਾਂ ਉਹਦੇ ਵਿੱਚੋਂ 1 ਰੁਪਇਆ B ਨੇ ਇਨਵੈਸਟ ਕੀਤਾ। C ਦਾ ਤਾਂ ਰਿਮੇਨਿੰਗ ਆਜੂ। ਤਾਂ ਤੁਸੀਂ ਟੋਟਲ ਇਨਵੈਸਟਮੈਂਟ ਅਜ਼ਿਊਮ ਕਰ ਲਓ 6 ਤੇ 3 ਦਾ LCM। 6 ਤੇ 3 ਦਾ LCM ਕੀ ਆ ਗਿਆ, 6। ਤਾਂ ਬੱਚੇ ਇਨਵੈਸਟਮੈਂਟ ਅਜ਼ਿਊਮ ਕਰ ਲਓ ਤੁਸੀਂ 6। ਟੋਟਲ ਇਨਵੈਸਟਮੈਂਟ ਇਹ ਕਿਸੇ ਇੱਕ ਦੀ ਨਹੀਂ, A B ਜਾਂ C ਦੀ ਨਹੀਂ, A B C ਦੀ ਇਹਦੇ ਵਿੱਚੋਂ ਨਿਕਲੂਗੀ। ਟਾਈਮ A ਦਾ ਟਾਈਮ ਕੀ ਹੈ, 1/6, 6 ਦੇ ਵਿੱਚੋਂ 1। B ਦਾ ਟਾਈਮ ਕੀ ਹੈ, 1/3, 3 ਦੇ ਵਿੱਚੋਂ 1। ਤਾਂ ਬੱਚੇ ਤੁਸੀਂ ਟਾਈਮ ਵੀ ਅਜ਼ਿਊਮ ਕਰ ਲਓ 6 ਤੇ 3 ਦਾ LCM। 6 ਤੇ 3 ਦਾ LCM ਕੀ ਆ ਗਿਆ, 6। ਤਾਂ ਬੱਚੇ ਟਾਈਮ ਵੀ ਤੁਸੀਂ ਅਜ਼ਿਊਮ ਕਰ ਲਓ 6। ਤਾਂ ਹੁਣ ਬੜੇ ਆਰਾਮ ਨਾਲ ਤੁਸੀਂ ਕੁਐਸਚਨ ਨੂੰ ਸੋਲਵ ਕਰੋਗੇ। A ਦਾ ਪ੍ਰੋਫਿਟ, B ਦਾ ਪ੍ਰੋਫਿਟ, C ਦਾ ਪ੍ਰੋਫਿਟ। ਪ੍ਰੋਫਿਟ ਕੀ ਹੁੰਦਾ, ਇਨਵੈਸਟਮੈਂਟ ਇਨਟੂ ਟਾਈਮ। ਤਾਂ ਇਨਵੈਸਟਮੈਂਟ ਦੇਖੋ ਜੀ, ਟੋਟਲ ਇਨਵੈਸਟਮੈਂਟ ਜਦੋਂ ਅਸੀਂ 6 ਅਜ਼ਿਊਮ ਕਰ ਲਈ, ਤਾਂ A ਦੀ ਇਨਵੈਸਟਮੈਂਟ ਕੀ ਹੈ, 6 ਦਾ 1/6 1 ਰੁਪਇਆ। ਟਾਈਮ, ਟੋਟਲ ਟਾਈਮ ਅਸੀਂ 6 ਅਜ਼ਿਊਮ ਕਰ ਲਿਆ, ਤਾਂ A ਦਾ ਟਾਈਮ ਕਿੰਨਾ, 6 ਦਾ 1/6 1 ਟਾਈਮ। B ਤੇ ਆ ਜਾਓ, B ਦੀ ਇਨਵੈਸਟਮੈਂਟ, ਟੋਟਲ ਇਨਵੈਸਟਮੈਂਟ 6, ਉਹਦੇ ਵਿੱਚੋਂ B ਦੀ ਕੀ ਹੈ, 1/3, 6 ਦਾ 1/3 ਆ ਗਿਆ 2 ਰੁਪਏ। ਟਾਈਮ, ਟਾਈਮ ਵੀ 1/3, ਟੋਟਲ 6 ਦਾ 1/3 ਆ ਗਿਆ 2 ਟਾਈਮ। ਤਾਂ B ਦਾ ਟਾਈਮ ਵੀ 2 ਆ ਗਿਆ। C ਦੀ ਇਨਵੈਸਟਮੈਂਟ ਰਿਮੇਨਿੰਗ ਮਤਲਬ ਟੋਟਲ ਚੋਂ A ਤੇ B ਮਾਈਨਸ ਕਰੋ। A ਦੀ ਇਨਵੈਸਟਮੈਂਟ 1 ਰੁਪਇਆ, B ਦੀ ਇਨਵੈਸਟਮੈਂਟ 2 ਰੁਪਏ, 1 ਤੇ 2 3 ਹੋ ਗਈ। 6 ਚੋਂ 3 ਰੁਪਏ ਇਹਨਾਂ ਦੋਨਾਂ ਦੀ ਹੋ ਗਈ, ਤਾਂ ਬਾਕੀ 3 ਰੁਪਏ C ਦੇ। ਬੱਚੇ ਟਾਈਮ 3 ਨਾਲ ਲਿਖ ਦਿਓ। ਟਾਈਮ ਕੀ ਹੈ C ਦਾ, ਹੋਲ ਟਾਈਮ ਲਿਖਿਆ ਹੋਇਆ, ਹੋਲ ਟਾਈਮ ਲਿਖਿਆ ਤਾਂ ਪੂਰੇ ਦਾ ਪੂਰਾ 6। ਤਾਂ ਬੱਚੇ ਇਹਨਾਂ ਦੇ ਇਨਵੈਸਟਮੈਂਟ ਤੇ ਟਾਈਮ ਦੀ ਰੇਸ਼ੋ ਮਤਲਬ ਪ੍ਰੋਫਿਟ ਦੀ ਰੇਸ਼ੋ ਕੀ ਆ ਗਈ, 1 × 1 1, 2 × 2 4, 3 × 6 18। ਤਾਂ ਬੱਚੇ
ਪ੍ਰੋਫਿਟ ਦੀ ਰੇਸ਼ੋ ਕੀ ਆ ਗਈ ABC ਦੀ 1:4:18 ਸਾਨੂੰ ਅੱਗੇ ਕੀ ਦਿੱਤਾ ਟੋਟਲ ਪ੍ਰੋਫਿਟ 23000 ਰੇਸ਼ੋ ਚ ਟੋਟਲ ਕਿੰਨਾ 18022 123 ਰੇਸ਼ੋ ਚ ਟੋਟਲ 23 ਯੂਨਿਟ ਹੈ ਉਹ 23 ਯੂਨਿਟ ਦੀ ਵੈਲਿਊ ਕਿੰਨੀ ਹੈ 23000 ਜੇ 23 ਯੂਨਿਟ ਦੀ ਵੈਲਿਊ 23000 ਹੈ ਤਾਂ ਇਹਦਾ ਮਤਲਬ 1 ਯੂਨਿਟ ਦੀ ਵੈਲਿਊ 1000 1 ਯੂਨਿਟ ਦੀ ਵੈਲਿਊ 1000 ਤਾਂ ਅਸੀਂ B ਦਾ ਸ਼ੇਅਰ ਦੱਸਣਾ ਹੈ ਤਾਂ ਬੱਚੇ B ਦਾ ਸ਼ੇਅਰ ਕੀ ਹੈ 4 ਯੂਨਿਟ 1 ਯੂਨਿਟ ਜੇ 1000 ਹੈ ਤਾਂ 4 ਯੂਨਿਟ ਵਿਲ ਬੀ 4000 ਤੁਹਾਡਾ ਆਨਸਰ ਆ ਜਾਊਗਾ A ਆਪਸ਼ਨ ਇਸ ਕੁਐਸਚਨ ਦਾ ਆਨਸਰ। ਤਾਂ ਇਸ ਕੁਐਸਚਨ ਨੂੰ ਬੱਚੇ ਹਮੇਸ਼ਾ ਇੰਪੋਰਟੈਂਟ ਮੰਨ ਕੇ ਚੱਲਣਾ ਪੰਜਾਬ ਦੇ ਪੇਪਰਾਂ ਦੇ ਹਿਸਾਬ ਨਾਲ ਗੱਲ ਕਰੀਏ ਕਾਫੀ ਵਾਰੇ ਕੁਐਸਚਨ ਪੁੱਛਿਆ ਗਿਆ ਹੈਗਾ ਇਹਦੇ ਨਾਲ ਦਾ ਬਿਲਕੁਲ ਮਿਲਦਾ ਜੁਲਦਾ ਕੁਐਸਚਨ ਮੈਂ ਅਗਲਾ ਲੈ ਕੇ ਆਇਆ ਧਿਆਨ ਨਾਲ ਦੇਖੋ ਕੁਐਸਚਨ ਨੂੰ। ਅਗਲਾ ਕੁਐਸਚਨ ਹੈ A ਇਨਵੈਸਟ A ਨੇ ਕਿੰਨਾ ਇਨਵੈਸਟ ਕੀਤਾ 1/4 ਆਫ ਦਾ ਕੈਪੀਟਲ for 1/4 of the time B invests 1/5 of the capital for half the time half मतलब 1/2 C invests the remaining capital for the whole time ਉਹ ਤਾਂ same ਹੀ ਹੈ if the total profit is 1140 find the share of A ਤਾਂ ਬੱਚੇ ਅਸੀਂ ਇਸ ਕੁਐਸਚਨ ਦੇ ਵਿੱਚ ਇਨਵੈਸਟਮੈਂਟ ਕਿੰਨੀ ਅਸਿਊਮ ਕਰਾਂਗੇ A ਦੀ ਇਨਵੈਸਟਮੈਂਟ ਚ ਫ੍ਰੈਕਸ਼ਨ ਕੀ ਹੈ 1/4 ਤਾਂ ਟੋਟਲ 4 B ਦੀ ਇਨਵੈਸਟਮੈਂਟ ਕੀ ਹੈ 1/5 ਟੋਟਲ 5 ਤਾਂ ਅਸੀਂ ਇਨਵੈਸਟਮੈਂਟ ਅਸਿਊਮ ਕਰ ਲਾਂਗੇ 4 ਤੇ 5 ਦਾ LCM 20 ਤਾਂ ਬੱਚੇ ਇਨਵੈਸਟਮੈਂਟ ਕਿੰਨੀ ਅਸਿਊਮ ਕਰ ਲਈ 20 ਟਾਈਮ ਕੀ ਅਸਿਊਮ ਕਰਾਂਗੇ A ਦਾ ਟਾਈਮ ਕਿੰਨਾ 1/4 ਆਫ ਦਾ ਟਾਈਮ B ਦਾ ਟਾਈਮ ਕਿੰਨਾ 1/2 ਹਾਫ ਦੀ ਵੈਲਿਊ 1/2 ਹੁੰਦੀ ਹੈ ਤਾਂ ਬੱਚੇ 4 ਤੇ 2 ਦਾ LCM 4 ਤਾਂ ਬੱਚੇ ਟਾਈਮ ਅਸਿਊਮ ਕਰ ਲਾਂਗੇ 4 ਤਾਂ ਇਸ ਤੋਂ ਬਾਅਦ ਬੱਚੇ ਕੁਐਸਚਨ ਸੋਲਵ ਕਰਨਾ ਬਹੁਤ ਸੌਖਾ ਹੋ ਜਾਊਗਾ A B ਤੇ C ਪ੍ਰੋਫਿਟ ਦੀ ਰੇਸ਼ੋ ਹਮੇਸ਼ਾ ਇਨਵੈਸਟਮੈਂਟ ਇਨਟੂ ਟਾਈਮ A ਦੀ ਇਨਵੈਸਟਮੈਂਟ ਟੋਟਲ ਇਨਵੈਸਟਮੈਂਟ 20 ਮੰਨੀ ਹੈ ਤਾਂ A ਦੀ ਕਿੰਨੀ ਹੈ 20 ਦਾ 1/4 5 ਰੁਪਏ ਇਨਟੂ ਟਾਈਮ ਕਿੰਨਾ ਟੋਟਲ ਟਾਈਮ 4 ਮੰਨਿਆ ਤਾਂ A ਦਾ ਟਾਈਮ 4 ਦਾ 1/4 1 ਟਾਈਮ B ਤੇ ਆ ਜਾਓ B ਦੀ ਇਨਵੈਸਟਮੈਂਟ 1/5 ਹੈ ਟੋਟਲ 20 ਦਾ 1/5 4 ਰੁਪਏ ਟਾਈਮ ਕਿੰਨਾ ਹਾਫ 4 ਦਾ ਹਾਫ 2 C ਤੇ ਆ ਜਾਓ C ਦੀ ਇਨਵੈਸਟਮੈਂਟ ਕਿੰਨੀ ਹੈ ਰਿਮੇਨਿੰਗ ਮਤਲਬ ਟੋਟਲ ਚੋਂ A ਤੇ B ਮਾਈਨਸ ਕਰੋ A 5 B 4 9 ਰੁਪਏ ਹੋ ਗਏ 20 ਚੋਂ 9 ਰੁਪਏ ਕੱਢੇ ਤਾਂ C ਦੀ ਇਨਵੈਸਟਮੈਂਟ ਕਿੰਨੀ ਆ ਗਈ 11 ਟਾਈਮ ਕਿੰਨਾ ਹੋਲ ਟਾਈਮ ਮਤਲਬ 4 ਤਾਂ ਬੱਚੇ ਇਹਨਾਂ ਦੇ ਪ੍ਰੋਫਿਟ ਦੀ ਰੇਸ਼ੋ ਕੀ ਆ ਗਈ 5 ਗੁਣਾ 1 5 4 ਗੁਣਾ 2 8 11 ਗੁਣਾ 4 44 ਤਾਂ ਬੱਚੇ ਪ੍ਰੋਫਿਟ ਦੀ ਰੇਸ਼ੋ ਜੇ ਕੱਢਣੀ ਹੈ ਤਾਂ 5:8:44 ਪ੍ਰੋਫਿਟ ਦੀ ਰੇਸ਼ੋ ਆ ਗਈ ਪਰ ਸਾਨੂੰ ਟੋਟਲ ਪ੍ਰੋਫਿਟ ਦਿੱਤਾ 1140 ਤਾਂ ਰੇਸ਼ੋ ਚ ਟੋਟਲ ਕਿੰਨਾ 44 8 52 5 57 ਰੇਸ਼ੋ ਚ ਟੋਟਲ ਦਿੱਤਾ ਹੋਇਆ 57 ਯੂਨਿਟ ਤੇ ਉਹ 57 ਯੂਨਿਟ ਦੀ ਵੈਲਿਊ ਕੀ ਹੈ 1140 ਜੇ 57 ਯੂਨਿਟ 1140 ਹੈ ਤਾਂ 1 ਯੂਨਿਟ ਕੀ ਹੋ ਗਿਆ 57 ਦਾ ਦੁੱਗਣਾ 114 ਪਿੱਛੇ 0 ਤਾਂ 1 ਯੂਨਿਟ 20 ਰੁਪਏ 1 ਯੂਨਿਟ ਜੇ 20 ਰੁਪਏ ਹੈ ਤਾਂ ਬੱਚੇ ਅਸੀਂ A ਦਾ ਸ਼ੇਅਰ ਫਾਈਂਡ ਕਰਨਾ ਹੈ 5 ਦੀ ਵੈਲਿਊ ਫਾਈਂਡ ਕਰਨੀ ਹੈ 1 ਦੀ ਵੈਲਿਊ 20 ਹੈ ਤਾਂ 5 ਦੀ ਵੈਲਿਊ 5 ਗੁਣਾ 20 100 ਰੁਪਏ ਆਨਸਰ ਆ ਗਿਆ ਬੱਚੇ ਇਸ ਕੁਐਸਚਨ ਦਾ B ਆਪਸ਼ਨ ਇਸ ਕੁਐਸਚਨ ਦਾ ਤੁਹਾਡਾ ਆਨਸਰ ਹੈ। ਤਾਂ ਜਿੰਨੇ ਬੱਚੇ ਮਗਰੋਂ ਜੁੜੇ ਨੇ ਕਿ ਮੈਂ ਉਹਨਾਂ ਨੂੰ ਦੱਸਦਾ ਕਿ ਅੱਜ ਦੇ ਸੈਸ਼ਨ ਦੇ ਵਿੱਚ ਆਪਾਂ ਆਪਣਾ ਜਿਹੜਾ ਸਕਸੈਸ ਟਰੀ ਦੇ YouTube ਚੈਨਲ ਤੇ ਸਿਲੈਕਸ਼ਨ ਗਾਈਡ ਦੀ ਸੀਰੀਜ਼ ਸਟਾਰਟ ਕੀਤੀ ਸੀ ਜਿਹਦੇ ਵਿੱਚ ਆਪਾਂ ਹਰ ਇੱਕ ਸਬਜੈਕਟ ਦੀ ਸਾਡੇ ਪੰਜਾਬ ਦੇ ਅਗਲੇ ਸਮੇਂ 'ਚ ਜਿੰਨੇ ਐਗਜ਼ਾਮਸ ਹੋਣੇ ਆ ਉਹਦੇ ਹਰ ਇੱਕ ਸਬਜੈਕਟ ਦੀ ਪ੍ਰੈਕਟਿਸ ਦੇ ਲਈ ਸਾਰੇ ਸਿਲੇਬਸ ਨੂੰ ਪੋਲਿਸ਼ ਕਰਨ ਦੇ ਲਈ ਤੇ ਐਗਜ਼ਾਮਸ ਦੇ ਵਿੱਚ ਜਿਹੜਾ ਅੱਜ ਕੱਲ੍ਹ ਲੈਵਲ ਪੁੱਛਿਆ ਜਾ ਰਿਹਾ ਖਾਸ ਕਰਕੇ ਨੈਬ ਦੇ ਪੇਪਰ 'ਚ ਜਿਹੜਾ ਲੈਵਲ ਆਇਆ ਉਹਨੂੰ ਮੀਟ ਕਰਨ ਦੇ ਲਈ ਪ੍ਰੈਕਟਿਸ ਕਰ ਰਹੇ ਹਾਂ। ਤਾਂ ਜਿਹੜੇ ਆਰਡਰ 'ਚ ਆਪਾਂ ਸਿਲੇਬਸ ਤਿਆਰ ਕੀਤਾ ਹੈਗਾ ਸਿਲੇਬਸ ਕਵਰ ਕੀਤਾ ਉਸੇ ਆਰਡਰ ਦੇ ਵਿੱਚ ਪ੍ਰੈਕਟਿਸ ਹੋ ਰਹੀ ਹੈ। GS ਤੁਹਾਡੀ ਜਿਓਗ੍ਰਾਫੀ ਸਟਾਰਟ ਹੋਈ ਹੈ ਰੀਜ਼ਨਿੰਗ ਦੀ ਕਲਾਸ ਲੱਗਦੀ ਹੈ ਇੰਗਲਿਸ਼ ਦੀ ਕਲਾਸ ਲੱਗਦੀ ਹੈ ਮੈਥ ਦੇ ਵਿੱਚ ਆਪਾਂ ਪਿਛਲੇ ਹਫਤੇ ਪਰਸੈਂਟੇਜ ਦੀ ਇੱਕ ਕਲਾਸ ਲਾਈ ਰੇਸ਼ੋ ਦੀ ਇੱਕ ਕਲਾਸ ਲਾਈ ਅੱਜ ਆਪਾਂ ਏਜਿਸ ਤੇ ਪਾਰਟਨਰਸ਼ਿਪ ਦੋਨਾਂ ਦੇ ਕੁਝ ਕੁਐਸਚਨਸ ਦੀ ਪ੍ਰੈਕਟਿਸ ਕਰ ਰਹੇ ਹਾਂ ਤੇ ਕੁਐਸਚਨਸ ਦਾ ਲੈਵਲ ਜੋ ਪੇਪਰ ਦੇ ਵਿੱਚ ਆ ਰਿਹਾ ਹੈ। ਅਗਲੇ ਕੁਐਸਚਨ ਤੇ ਆ ਜਾਓ ਬੱਚੇ। ਅਗਲਾ ਕੁਐਸਚਨ 3 ਪਰਸਨਸ ਦੇ ਉੱਤੇ ਕਹਿੰਦੇ A B and C jointly start a business A puts in ₹15,000 for 8 months B puts in ₹12,000 for 9 months and C puts in 8,000 for the whole year ਪੂਰੇ 12 ਮਹੀਨਿਆਂ ਲਈ। ਉਹ ਕਹਿੰਦੇ in the end of the year there is a profit of 10,800 the difference between A's share and C's share will be ਤਾਂ ਆਪਾਂ A ਤੇ C ਦਾ ਸ਼ੇਅਰ ਦਾ ਡਿਫਰੈਂਸ ਦੱਸਣਾ ਬੱਚੇ A B ਤੇ C ਸਾਨੂੰ ਇਹਨਾਂ ਦਾ ਟੋਟਲ ਪ੍ਰੋਫਿਟ ਦਿੱਤਾ ਹੋਇਆ ਤਾਂ ਅਸੀਂ ABC ਸਾਨੂੰ ਟੋਟਲ ਪ੍ਰੋਫਿਟ ਦਿੱਤਾ 10,800 ਅਸੀਂ ABC ਦਾ ਟੋਟਲ ਰੇਸ਼ੋ ਦੇ ਵਿੱਚ ਪ੍ਰੋਫਿਟ ਦੇਖ ਲਈਏ ਰੇਸ਼ੋ 'ਚ ਕੀ ਬਣਦਾ ਪ੍ਰੋਫਿਟ ਉਹ ਰੇਸ਼ੋ ਦਾ ਟੋਟਲ ਅਸਲ 'ਚ 10,800 ਦੇ ਬਰਾਬਰ ਹੈ ਫਿਰ ਉਸ ਤੋਂ ਬਾਅਦ ਅਸੀਂ A ਤੇ C ਦਾ ਡਿਫਰੈਂਸ ਦੇਖ ਲਾਂਗੇ ਆਨਸਰ ਆ ਜਾਊਗਾ। ਤਾਂ ਬੱਚੇ ਪ੍ਰੋਫਿਟ ਦੀ ਰੇਸ਼ੋ ਤੇ ਹਮੇਸ਼ਾ ਕਿਵੇਂ ਪਹੁੰਚਣਾ ਆਪਾਂ ਇਨਵੈਸਟਮੈਂਟ ਇਨਟੂ ਟਾਈਮ ਦੇ ਨਾਲ ਤਾਂ A ਦੀ ਇਨਵੈਸਟਮੈਂਟ ਕੀ ਹੈ 15,000 8 ਮਹੀਨਿਆਂ ਲਈ B ਦੀ 12,000 9 ਮਹੀਨਿਆਂ ਲਈ C ਦੀ 8,000 ਪੂਰੇ ਸਾਲ ਲਈ ਤਾਂ 1000 1000 ਤੇ 1000 ਕੱਟ ਸਕਦੇ ਆ
ਤਾਂ A ਦੀ ਇਨਵੈਸਟਮੈਂਟ 15 ਰੁਪਏ 8 ਮਹੀਨਿਆਂ ਲਈ, B ਦੀ ਇਨਵੈਸਟਮੈਂਟ 12 ਰੁਪਏ 9 ਮਹੀਨਿਆਂ ਦੇ ਲਈ, C ਦੀ ਇਨਵੈਸਟਮੈਂਟ 8 ਰੁਪਏ 12 ਮਹੀਨਿਆਂ ਦੇ ਲਈ। ਤਾਂ ਬੱਚੇ ਇਹ ਇਹਨਾਂ ਦੀ ਪ੍ਰੋਫਿਟ ਦੀ ਰੇਸ਼ੋ ਆ ਗਈ। ਪ੍ਰੋਫਿਟ ਦੀ ਰੇਸ਼ੋ 4 ਦੇ ਟੇਬਲ 'ਚ ਦੇਖੋ ਜੀ 2, 4 ਦੇ ਟੇਬਲ 'ਚ 3, 4 ਦੇ ਟੇਬਲ 'ਚ ਇਹ ਵੀ 3, 3 ਸਾਰਿਆਂ ਤੇ ਸਾਰੇ ਵਾਲੇ ਪਾਸੇ ਆ ਗਿਆ, 3 ਕੱਟਿਆ ਗਿਆ, 3 ਕੱਟਿਆ ਗਿਆ, ਇਧਰੋਂ 3 ਕੱਟਿਆ 5 ਆ ਗਿਆ। ਹੋਰ ਕੁਝ ਕਾਮਨ ਨਹੀਂ ਹੈਗਾ ਤਾਂ 5 × 2 10, 9 × 1 9, 8 × 1 8। ਤਾਂ ਬੱਚੇ ਇਹਨਾਂ ਦੀ ਪ੍ਰੋਫਿਟ ਦੀ ਰੇਸ਼ੋ ਕੀ 10:9:8। ਸਾਨੂੰ ਟੋਟਲ ਪ੍ਰੋਫਿਟ ਦਿੱਤਾ ਹੈ। ਟੋਟਲ ਪ੍ਰੋਫਿਟ ਕਿੰਨਾ 10,800। ਰੇਸ਼ੋ ਦੇ ਵਿੱਚ ਟੋਟਲ ਪ੍ਰੋਫਿਟ ਕਿੰਨਾ 10 ਤੇ 9 19 ਤੇ 8 27। ਰੇਸ਼ੋ 'ਚ ਟੋਟਲ 27 ਯੂਨਿਟ ਕਿਹਦੇ ਬਰਾਬਰ ਹੈ 10,800। ਤਾਂ 27 ਦਾ 4 ਗੁਣਾ 108 ਹੁੰਦਾ ਹੈ। ਤਾਂ 1 ਦੀ ਵੈਲਿਊ 400, 1 ਦੀ ਵੈਲਿਊ 400 ਆ ਗਈ। ਤਾਂ ਬੱਚੇ ਅਸੀਂ A ਤੇ C ਦਾ ਡਿਫਰੈਂਸ ਦੱਸਣਾ। A ਤੇ C ਦਾ ਡਿਫਰੈਂਸ ਕੀ ਹੈ 2 ਯੂਨਿਟ। ਜੇ 1 ਦੀ ਵੈਲਿਊ 400 ਹੈ ਤਾਂ 2 ਦੀ ਵੈਲਿਊ ਬੱਚੇ ਤੁਹਾਡੀ ਕੀ ਆ ਜੂਗੀ 800 ਰੁਪਏ। ਸੈਕਿੰਡ ਆਪਸ਼ਨ ਤੁਹਾਡਾ ਆਨਸਰ ਆ ਗਿਆ। ਤਾਂ ਬੱਚੇ ਇਹ ਤੁਹਾਡਾ ਪਾਰਟਨਰਸ਼ਿਪ ਦਾ ਅਗਲਾ ਕੁਐਸਚਨ ਸੀਗਾ। ਮਤਲਬ ਪੇਪਰ ਦੇ ਵਿੱਚ ਪਾਰਟਨਰਸ਼ਿਪ ਚੈਪਟਰ ਦੇ ਔਖੇ ਤੋਂ ਔਖੇ ਕੁਐਸਚਨ ਵੀ ਕੀ ਆ ਸਕਦੇ ਨੇ, ਆਪਾਂ ਅੱਜ ਦੇ ਸੈਸ਼ਨ ਦੇ ਵਿੱਚ ਲਗਾਤਾਰ ਕਵਰ ਕਰਦੇ ਜਾਵਾਂਗੇ। ਅਗਲੇ ਕੁਐਸਚਨ ਤੇ ਆ ਜਾਓ ਬੱਚੇ। ਅਗਲਾ ਕੁਐਸਚਨ ਕੀ ਹੈ A and B started a business investing 3,200 and 2,000 ਰਿਸਪੈਕਟਿਵਲੀ। A ਤੇ B ਨੇ ਬਿਜ਼ਨਸ ਸ਼ੁਰੂ ਕੀਤਾ। A ਨੇ 3200 ਰੁਪਏ ਇਨਵੈਸਟ ਕੀਤੇ, B ਨੇ 2000 ਰੁਪਏ ਇਨਵੈਸਟ ਕੀਤੇ। 4 ਮਹੀਨਿਆਂ ਬਾਅਦ C joined them with a capital of 4,000। ਠੀਕ ਹੈ ਜੀ, 4 ਮਹੀਨਿਆਂ ਬਾਅਦ C ਆ ਗਿਆ 4000 ਰੁਪਏ ਲੈ ਕੇ। ਪਰ ਆਫਟਰ ਫਰਦਰ ਬੱਚੇ ਫਰਦਰ ਦੀ ਗੱਲ ਮੈਂ 3 ਸਵਾਲ ਪਹਿਲਾਂ ਕੀਤੀ ਸੀ, ਇੱਥੇ ਫਰਦਰ ਲਿਖਿਆ ਆ ਗਿਆ। ਮਤਲਬ ਉਸ ਤੋਂ ਅਗਲੇ 4 ਮਹੀਨਿਆਂ ਬਾਅਦ A withdraws half of his capital। A ਜਿੰਨੇ ਸ਼ੁਰੂ ਚ 3200 ਰੁਪਏ ਇਨਵੈਸਟ ਕੀਤੇ ਸੀ, ਪਹਿਲਾਂ 4 ਮਹੀਨਿਆਂ ਬਾਅਦ C ਆਇਆ, ਉਸ ਤੋਂ ਅਗਲੇ 4 ਮਹੀਨੇ ਯਾਨੀ ਕਿ ਕੁੱਲ 8 ਮਹੀਨਿਆਂ ਬਾਅਦ 8 ਮਹੀਨੇ ਤੱਕ ਉਹਦੀ ਇਨਵੈਸਟਮੈਂਟ 3200 ਰਹੀ। ਉਸ ਤੋਂ ਬਾਅਦ ਉਹਨੇ ਆਪਣੀ ਅੱਧੀ ਇਨਵੈਸਟਮੈਂਟ ਵਿਦਡਰੋ ਕਰਵਾ ਲਈ। 3200 ਦਾ ਅੱਧ 1600 ਕਢਵਾ ਲਿਆ ਤਾਂ ਹੁਣ ਉਹਦੀ ਇਨਵੈਸਟਮੈਂਟ 1600 ਰਹਿ ਗਈ। ਜੇ ਬਿਜ਼ਨਸ ਪੂਰੇ 1 ਸਾਲ ਤੱਕ ਚੱਲਿਆ ਤਾਂ 8 ਮਹੀਨੇ ਤੱਕ ਉਹਦੀ ਇਨਵੈਸਟਮੈਂਟ 3200 ਹੈ। ਅਗਲੇ ਜਿਹੜੇ 4 ਮਹੀਨੇ ਰਹਿ ਗਏ ਉਦੋਂ ਉਹਦੀ ਇਨਵੈਸਟਮੈਂਟ 1600 ਹੈ। B ਦੀ ਇਨਵੈਸਟਮੈਂਟ ਹਮੇਸ਼ਾ 2000 ਹੈ। C ਆਇਆ 4 ਮਹੀਨੇ ਬਾਅਦ ਪਰ ਅਖੀਰ ਤੱਕ ਉਹਦੀ ਇਨਵੈਸਟਮੈਂਟ 4000 ਰੁਪਏ ਹੈ। ਤਾਂ ਆਪਾਂ ਪ੍ਰੋਫਿਟ ਦੀ ਰੇਸ਼ੋ ਦੱਸਣੀ ਹੈ। ਤਾਂ ਬੱਚੇ ਪ੍ਰੋਫਿਟ ਦੀ ਰੇਸ਼ੋ ਤਾਂ ਹਮੇਸ਼ਾ ਹੀ ਇਨਵੈਸਟਮੈਂਟ ਇਨਟੂ ਟਾਈਮ ਹੋਊਗੀ। ਪਰ A ਦੇ ਕੇਸ 'ਚ B ਤੇ C ਤਾਂ ਸੁੱਖੀ ਸਾਂਦੀ ਉਵੇਂ ਹੀ ਨਿਬੜ ਜਾਣਗੇ। A ਦੇ ਕੇਸ 'ਚ ਉਹਦੀ ਇਨਵੈਸਟਮੈਂਟ ਚੇਂਜ ਹੋ ਰਹੀ ਆ, ਤਾਂ ਜਿਹਦੀ ਇਨਵੈਸਟਮੈਂਟ ਚੇਂਜ ਹੁੰਦੀ ਆ ਉਹਦੀਆਂ ਸਲੋਟਸ ਬਣ ਜਾਣਗੀਆਂ। ਜਿਵੇਂ A ਦੀ ਸਲੋਟ ਕੀ ਬਣੂਗੀ 3200 ਰੁਪਏ ਇਨਵੈਸਟਮੈਂਟ। ਬੱਚੇ 3200 ਦੇ ਵਿੱਚੋਂ ਵੀ ਤੁਸੀਂ ਧਿਆਨ ਨਾਲ ਦੇਖੋ, ਸੌਖਾ ਕਰਨ ਲਈ 00 ਤਾਂ ਇੱਥੇ ਹੀ ਕੱਟ ਦਿਓ। ਫਿਰ 4 ਦੇ ਟੇਬਲ 'ਚ 8, 4 ਦੇ ਟੇਬਲ 'ਚ 5, 4 ਦੇ ਟੇਬਲ 'ਚ 10। ਆਹ ਸੌਖਾ ਕਰੋ। 8 ਰੁਪਏ ਦੀ ਇਨਵੈਸਟਮੈਂਟ 8 ਮਹੀਨਿਆਂ ਲਈ, ਫਿਰ 8 ਚੋਂ ਅੱਧੀ ਇਨਵੈਸਟਮੈਂਟ 4 ਕਢਾ ਲਈ ਤਾਂ ਬਾਕੀ 4 ਰਹਿ ਗਈ ਅਗਲੇ 4 ਮਹੀਨਿਆਂ ਲਈ। 2 ਸਲੋਟਸ ਬਣ ਗਈਆਂ। B ਦੀ 5 ਰੁਪਏ ਦੀ ਇਨਵੈਸਟਮੈਂਟ 12 ਦੇ 12 ਮਹੀਨਿਆਂ ਲਈ। C ਦੀ 10 ਰੁਪਏ ਦੀ ਇਨਵੈਸਟਮੈਂਟ 4 ਮਹੀਨੇ ਬਾਅਦ ਆਇਆ ਸੀ ਤਾਂ 8 ਮਹੀਨਿਆਂ ਲਈ। ਤਾਂ ਬੱਚੇ ਆਹ ਵੈਲਿਊਜ਼ ਬਣ ਗਈਆਂ। ਜਿਹੜਾ ਪਰਸਨ ਆਪਣੀ ਇਨਵੈਸਟਮੈਂਟ ਚੇਂਜ ਕਰ ਰਿਹਾ ਹੈ ਉਹਦੀਆਂ 2 ਸਲੋਟਸ ਬਣ ਗਈਆਂ। ਤੁਸੀਂ ਕੀ ਕਰਨਾ, ਰੇਸ਼ੋ ਲੈਣੀ ਹੈ। ਤਾਂ ਰੇਸ਼ੋ ਲੈਣ ਵੇਲੇ ਕਾਮਨ ਕੈਂਸਲ ਕਰਦੇ ਆ ਨਾ, ਤਾਂ ਕਾਮਨ ਉਹ ਕੈਂਸਲ ਕਰਨਾ ਜਿਹੜਾ ਸਾਰਿਆਂ 'ਚ ਹੋਵੇ, ਚਾਰਾਂ 'ਚ ਹੋਵੇ। 4 ਵੈਲਿਊਜ਼ ਬਣ ਗਈਆਂ, ਜੋ ਚਾਰਾਂ 'ਚ ਕਾਮਨ ਹੋਊਗਾ ਉਹ ਕੱਟਾਂਗੇ। ਤਾਂ ਬੱਚੇ ਉਹ ਕੀ ਕੁਛ ਕੱਟਿਆ ਜਾਂਦਾ ਹੈ 4 ਦੇ ਟੇਬਲ 'ਚ ਦੇਖੋ ਜੀ 2, 4 ਦੇ ਟੇਬਲ 'ਚ 1, 4 ਦੇ ਟੇਬਲ 'ਚ 3, 4 ਦੇ ਟੇਬਲ 'ਚ 2। ਹੋਰ ਕੁਛ ਕੱਟਿਆ ਜਾਂਦਾ, ਹੋਰ ਕੁਛ ਨਹੀਂ ਕੱਟਿਆ ਜਾਂਦਾ। ਤਾਂ ਹੁਣ ਦੇਖੋ ਬੱਚੇ ਪ੍ਰੋਫਿਟ ਦੀ ਰੇਸ਼ੋ ਜੀ ਇਨਵੈਸਟਮੈਂਟ ਇਨਟੂ ਟਾਈਮ। ਤਾਂ ਆ ਜਿਹੜੀਆਂ 2 ਸਲੋਟਸ ਬਣ ਗਿਆ ਇਹ ਐਡ ਹੋ ਜਾਣਗੀਆਂ। 2 × 8 16, 1 × 4 4, 16 ਤੇ 4 20, 5 × 3 15, 10 × 2 20। ਤਾਂ 20 15 20 ਯਾਨੀ ਕਿ 4:3:4 ਤੁਹਾਡੀ ਇਨਵੈਸਟਮੈਂਟ ਦੀ ਰੇਸ਼ਿਓ ਆ ਜੂਗੀ ਇਸ ਕੁਐਸਚਨ ਦੇ ਵਿੱਚ। C ਆਪਸ਼ਨ 4:3:4। ਤਾਂ ਜਿਹੜੇ ਸਵਾਲ ਦੇ ਵਿੱਚ ਕੋਈ ਪਰਸਨ ਚੱਲਦੇ ਬਿਜ਼ਨਸ 'ਚ ਆਪਣੀ ਇਨਵੈਸਟਮੈਂਟ ਚੇਂਜ ਕਰ ਲੈਂਦਾ ਉਹਦੀਆਂ 2 ਸਲੋਟਸ ਬਣ ਜਾਣਗੀਆਂ ਤੇ ਦੋਨਾਂ ਨੂੰ ਤੁਸੀਂ ਐਡ ਕਰਨਾ ਹੀ ਕਰਨਾ। ਇੰਨਾ ਕੁ ਧਿਆਨ ਰੱਖਣਾ, ਚਾਹੇ ਉਹ ਆਪਣੀ ਇਨਵੈਸਟਮੈਂਟ ਘਟਾ ਰਿਹਾ ਹੈ, ਚਾਹੇ ਹੋਰ ਜ਼ਿਆਦਾ ਪੈਸਾ ਇਨਵੈਸਟ ਕਰਕੇ ਆਪਣੀ ਇਨਵੈਸਟਮੈਂਟ ਵਧਾ ਰਿਹਾ ਹੈ। ਕਹਿਣ ਦਾ ਮਤਲਬ ਇੰਨੇ ਸਮੇਂ ਲਈ ਇੰਨੀ ਇਨਵੈਸਟਮੈਂਟ ਹੈ ਜੀ, ਫਿਰ ਅਗਲੇ ਇੰਨੇ ਸਮੇਂ ਲਈ ਇੰਨੀ ਇਨਵੈਸਟਮੈਂਟ ਹੈ, ਉਹ ਇਸੇ ਤਰ੍ਹਾਂ ਹੋਊਗਾ। ਅੱਗੇ ਆ ਜਾਓ ਬੱਚੇ। A started a business with an investment of 54,000 and after some
months ਕੁਝ ਸਮੇਂ ਬਾਅਦ B joined him with investing 45,000 ਉਹ ਕਹਿੰਦੇ at the end of the year total profit was 35,700 and share of A in the total profit is 22,950 find after how many months B has joined the business examiner ਕਹਿੰਦਾ A ਨੇ ਬਿਜ਼ਨਸ ਸ਼ੁਰੂ ਕੀਤਾ 54,000 ਰੁਪਏ ਤੇ ਕੁਝ ਮਹੀਨਿਆਂ ਬਾਅਦ B ਆ ਗਿਆ 45,000 ਰੁਪਏ ਲੈ ਕੇ ਤਾਂ 54,000 ਤੇ 45,000 ਨੂੰ ਤੁਸੀਂ 6 ਤੇ 5 ਲਿਖ ਸਕਦੇ ਹੋ A ਨੇ ਬਿਜ਼ਨਸ ਸ਼ੁਰੂ ਕੀਤਾ 54,000 ਕੁਝ ਮਹੀਨਿਆਂ ਬਾਅਦ B ਆ ਗਿਆ 45,000 ਲੈ ਕੇ ਬਿਜ਼ਨਸ ਅਖੀਰ ਤੱਕ ਚੱਲਿਆ ਐਟ ਦਾ ਐਂਡ ਆਫ ਦਾ ਈਅਰ 35,700 ਦਾ ਕੁੱਲ ਪ੍ਰੋਫਿਟ ਹੋਇਆ A plus B ਜਿਹਦੇ ਵਿੱਚੋਂ A ਨੂੰ ਮਿਲੇ 22,950 ਤਾਂ ਦੱਸੋ ਕਿੰਨੇ ਮਹੀਨਿਆਂ ਬਾਅਦ B ਆਇਆ ਤਾਂ ਬੱਚੇ ਦੇਖੋ ਧਿਆਨ ਨਾਲ ਪ੍ਰੋਫਿਟ ਦੀ ਰੇਸ਼ੀਓ ਟੋਟਲ ਪ੍ਰੋਫਿਟ ਕਿੰਨਾ ਆਪਣਾ 35,700 ਉਹਦੇ ਵਿੱਚੋਂ A ਨੂੰ ਕਿੰਨਾ ਮਿਲਿਆ 22,950 ਤਾਂ ਬੱਚੇ A ਦਾ ਪ੍ਰੋਫਿਟ ਟੋਟਲ ਦੇ ਨਾਲ ਦੇਖੀਏ ਤਾਂ ਇੰਨਾ ਬਣਿਆ ਰੇਸ਼ੀਓ ਚ ਕਿੰਨਾ ਬਣਿਆ ਰੇਸ਼ੀਓ ਕੱਢ ਲਓ ਇਹਦੀ ਰੇਸ਼ੀਓ ਕੱਢਣ ਦੇ ਲਈ ਧਿਆਨ ਨਾਲ 0 ਨਾਲ 0 ਕੱਟੀ ਗਈ 5 3 8 7 15 3 ਦੇ ਟੇਬਲ ਚ 15 ਦੇ ਟੇਬਲ ਚ ਕੱਟੇ ਗਏ 15 × 1 15 × 5 75 45 15 × 3 153 ਇਹ 15 ਦੇ ਟੇਬਲ ਚ 2 3 8 238 17 ਦੇ ਟੇਬਲ ਚ 9 17 ਦੇ ਟੇਬਲ ਚ 14 ਮੇਰੇ ਖਿਆਲ ਚ 17 × 7 119 ਹੁੰਦਾ 119 ਦਾ ਦੁੱਗਣਾ ਤਾਂ 17 × 14 ਤਾਂ ਬੱਚੇ ਟੋਟਲ 9 ਰੁਪਏ ਪ੍ਰੋਫਿਟ ਚੋਂ A ਨੂੰ ਟੋਟਲ 14 ਰੁਪਏ ਪ੍ਰੋਫਿਟ ਦੇ ਵਿੱਚੋਂ A ਨੂੰ 9 ਰੁਪਏ ਮਿਲ ਗਏ ਤਾਂ ਇਹਦਾ ਮਤਲਬ B ਦਾ ਪ੍ਰੋਫਿਟ 5 ਰੁਪਏ ਹੈ B ਦਾ ਪ੍ਰੋਫਿਟ 5 ਰੁਪਏ ਹੈ ਤਾਂ ਉੱਥੇ ਆ ਗਈ ਗੱਲ ਆਪਾਂ ਟਾਈਮ ਦੀ ਰੇਸ਼ੋ ਕੱਢਣੀ ਹੈ ਟਾਈਮ ਕੀ ਹੁੰਦਾ ਆਪਣਾ ਇਨਵੈਸਟਮੈਂਟ ਸੌਰੀ ਪ੍ਰੋਫਿਟ ਓਵਰ ਇਨਵੈਸਟਮੈਂਟ ਟਾਈਮ ਹੁੰਦਾ ਬੱਚੇ ਪ੍ਰੋਫਿਟ ਓਵਰ ਇਨਵੈਸਟਮੈਂਟ ਤਾਂ A ਦਾ ਟਾਈਮ ਦੇਖੋ ਜੀ A ਦਾ ਪ੍ਰੋਫਿਟ ਕਿੰਨਾ ਹੈ 9 ਰੁਪਏ ਓਵਰ ਇਨਵੈਸਟਮੈਂਟ ਕਿੰਨੀ ਹੈ 6 ਰੁਪਏ B ਦਾ ਪ੍ਰੋਫਿਟ ਕਿੰਨਾ ਹੈ 5 ਰੁਪਏ ਓਵਰ ਇਨਵੈਸਟਮੈਂਟ ਕਿੰਨੀ ਹੈ 5 ਰੁਪਏ ਤਾਂ ਬੱਚੇ ਰੇਸ਼ੀਓ ਕੀ ਆ ਗਈ ਰੇਸ਼ੀਓ ਆ ਗਈ 5 ਨਾਲ 5 ਗਿਆ 1 3 ਤੇ 2 ਆ 2 ਉੱਪਰ ਚੱਲ ਜੂਗਾ ਤਾਂ ਰੇਸ਼ੀਓ ਆ ਗਈ ਟਾਈਮ ਦੀ 3:2 A ਦਾ ਟਾਈਮ 3 B ਦਾ ਟਾਈਮ 2 ਪਰ 3 ਦੀ ਵੈਲਿਊ A ਦਾ ਟਾਈਮ ਤਾਂ ਪੂਰੇ 12 ਮਹੀਨੇ ਦਾ A ਦਾ ਟਾਈਮ 3 ਦੀ ਵੈਲਿਊ 12 ਮਹੀਨੇ ਹੈ ਤਾਂ B ਦਾ ਟਾਈਮ 8 ਮਹੀਨੇ ਆ ਗਿਆ ਪਰ ਐਗਜ਼ਾਮੀਨਰ ਨੇ ਇਹ ਨਹੀਂ ਪੁੱਛਿਆ B ਕਿੰਨਾ ਟਾਈਮ ਬਿਜ਼ਨਸ 'ਚ ਰਿਹਾ ਐਗਜ਼ਾਮੀਨਰ ਨੇ ਪੁੱਛਿਆ ਉਹ ਜਿੰਨੇ ਮਹੀਨਿਆਂ ਬਾਅਦ ਆਇਆ ਤੇ ਅਖੀਰ ਤੱਕ ਰਿਹਾ ਤਾਂ ਉਹ ਦੱਸੋ ਆਫਟਰ ਹਾਊ ਮੈਨੀ ਮੰਥਸ B ਹੈਜ਼ ਜੁਆਇਨਡ ਤਾਂ 12 ਚੋਂ ਕਿੰਨੇ ਮਹੀਨਿਆਂ ਬਾਅਦ ਆਇਆ ਕਿ 8 ਮਹੀਨੇ ਰਿਹਾ ਤਾਂ 4 ਮਹੀਨੇ ਬੱਚੇ 12 - 8 4 ਮਹੀਨੇ ਤੁਹਾਡਾ ਆਨਸਰ ਹੈ ਤਾਂ ਬੱਚੇ ਇਸ ਕੁਐਸਚਨ ਨੂੰ ਇਹ ਤੋਂ ਸੌਖਾ ਕੋਈ ਤਰੀਕਾ ਨਹੀਂ ਹੈਗਾ ਸਾਨੂੰ ਟੋਟਲ ਪ੍ਰੋਫਿਟ ਚੋਂ A ਦਾ ਹਿੱਸਾ ਦੱਸਿਆ ਸੀ ਅਸੀਂ ਉਹਦੀ ਰੇਸ਼ੋ ਕੱਢ ਲਈ ਉਹ ਆ ਗਈ 9 ਤੇ 14 14 ਟੋਟਲ ਪ੍ਰੋਫਿਟ ਹੈ ਉਹਦੇ ਵਿੱਚੋਂ 9 A ਨੂੰ ਮਿਲਿਆ ਤਾਂ B ਨੂੰ ਬਾਕੀ 5 ਮਿਲਿਆ ਤਾਂ ਪ੍ਰੋਫਿਟ ਦੀ ਰੇਸ਼ੋ ਆ ਗਈ 9 ਤੇ 5 ਇਨਵੈਸਟਮੈਂਟ ਦੀ ਸਾਨੂੰ 54 ਤੇ 45 ਦਿੱਤੀ ਸੀ ਤਾਂ 6 ਤੇ 5 ਲੈ ਲਈ ਤਾਂ ਟਾਈਮ ਦੀ ਰੇਸ਼ੋ ਆ ਗਈ 3:2 ਜਿਹਦੇ ਵਿੱਚ A ਦਾ ਟਾਈਮ ਤਾਂ ਪੂਰੇ 12 ਮਹੀਨੇ ਦਾ ਹੈਗਾ ਹੀ ਹੈ B ਦਾ ਆ ਗਿਆ 8 B ਕਿੰਨੇ ਸਮੇਂ ਬਾਅਦ ਆਇਆ 12 ਚੋਂ 8 ਕੱਢੇ ਆਨਸਰ ਆ ਗਿਆ ਬੱਚੇ 4 ਮਹੀਨੇ ਦਾ ਇਸ ਕੁਐਸਚਨ ਦਾ ਆਨਸਰ ਤੁਹਾਡਾ 4 ਮੰਥਸ ਅਗਲਾ ਕੁਐਸਚਨ ਦੇਖੋ ਬੱਚੇ ਇਹਦੇ ਵਿੱਚ ਅਗਲਾ ਕੁਐਸਚਨ ਕੀ ਹੈ A ਇਜ਼ ਅ ਵਰਕਿੰਗ ਪਾਰਟਨਰ ਐਂਡ B ਇਜ਼ ਦਾ ਸਲੀਪਿੰਗ ਪਾਰਟਨਰ ਇਨ ਅ ਬਿਜ਼ਨਸ ਕਿਸੇ ਬਿਜ਼ਨਸ ਦੇ ਵਿੱਚ ਹੁਣ ਤੱਕ ਆਪਾਂ ਬਿਜ਼ਨਸ ਕਿਵੇਂ ਚਲਾਇਆ ਕਿ ਕੋਈ ਪਰਸਨ ਮਤਲਬ 2 ਪਰਸਨ ਲਾ ਲਓ A ਪਰਸਨ ਤੇ B ਪਰਸਨ ਬਿਜ਼ਨਸ ਸਟਾਰਟ ਕਰਦੇ ਆ ਕੁਝ ਪੈਸੇ A ਇਨਵੈਸਟ ਕਰਦਾ ਕੁਝ ਪੈਸੇ B ਇਨਵੈਸਟ ਕਰਦਾ ਤਾਂ ਜਿਹੜੀ ਰੇਸ਼ੋ 'ਚ ਪੈਸਾ ਇਨਵੈਸਟ ਕੀਤਾ ਮੰਨ ਲਓ ਟਾਈਮ ਵੀ ਅਲੱਗ-ਅਲੱਗ ਹੈ ਤਾਂ ਅਖੀਰ ਤੇ ਪ੍ਰੋਫਿਟ ਵੰਡਿਆ ਜਾਊਗਾ ਪਹਿਲੇ ਦਾ ਇਨਵੈਸਟਮੈਂਟ ਇਨਟੂ ਟਾਈਮ ਦੂਜੇ ਦਾ ਇਨਵੈਸਟਮੈਂਟ ਇਨਟੂ ਟਾਈਮ ਜੇ ਟਾਈਮ ਬਰਾਬਰ ਹੈ ਤਾਂ ਜਿਹੜੀ ਰੇਸ਼ੋ 'ਚ ਪੈਸਾ ਇਨਵੈਸਟ ਕੀਤਾ ਉਸੇ ਰੇਸ਼ੋ 'ਚ ਪੈਸਾ ਪ੍ਰੋਫਿਟ ਵੰਡਿਆ ਜਾਂਦਾ ਪਰ ਇੱਕ ਕੇਸ ਬਣਦਾ ਜਿਹਦੇ ਵਿੱਚ ਕੀ ਹੁੰਦਾ ਕਿ A ਤੇ B ਬਿਜ਼ਨਸ ਸਟਾਰਟ ਕਰਦੇ ਆ ਮੰਨ ਲਓ ਬਿਜ਼ਨਸ ਕੀ ਸਟਾਰਟ ਕਰਨਾ ਕਿ ਚੰਡੀਗੜ੍ਹ ਦੇ ਵਿੱਚ ਇੱਕ ਇੰਸਟੀਚਿਊਟ ਖੋਲ੍ਹਣਾ ਹੈਗਾ A ਤੇ B ਆਪੋ ਆਪਣੇ ਹਿਸਾਬ ਨਾਲ ਪੈਸਾ ਇਨਵੈਸਟ ਕਰਕੇ ਬਿਜ਼ਨਸ ਸਟਾਰਟ ਕਰਦੇ ਆ ਤੇ ਸਟਾਰਟ ਕਰਨ ਵੇਲੇ A ਕਹਿੰਦਾ ਮੈਂ ਬਿਜ਼ਨਸ ਦੇ ਵਿੱਚ ਕੰਮ ਵੀ ਕਰੂੰਗਾ ਮੈਂ ਨਾਲ ਪੜ੍ਹਾਊਂਗਾ ਵੀ B ਕਹਿੰਦਾ ਮੈਂ ਆਰਾਮ ਨਾਲ ਸੌਂਗਾ ਤਾਂ ਇਸ ਕੇਸ 'ਚ ਜਦੋਂ A ਬਿਜ਼ਨਸ ਸ਼ੁਰੂ ਕਰਨ ਤੋਂ ਬਾਅਦ ਨਾਲ ਕੰਮ ਵੀ ਕਰ ਰਿਹਾ ਹੈ ਤਾਂ ਉਹ ਵਰਕਿੰਗ ਪਾਰਟਨਰ ਹੈ B ਜਿਹੜਾ ਕਹਿੰਦਾ ਮੈਂ ਸਿਰਫ ਪੈਸਾ ਇਨਵੈਸਟ ਕਰੂੰ ਕੋਈ ਕੰਮ ਨਹੀਂ ਕਰਨਾ ਮੈਂ ਦਫ਼ਤਰ 'ਚ ਜਾ ਕੇ ਸੌਂ ਜਿਆ ਕਰਨਾ ਹੈ ਤਾਂ ਉਹ ਸਲੀਪਿੰਗ ਪਾਰਟਨਰ ਹੈ ਤਾਂ ਇਹੋ ਜਿਹੇ ਕੇਸਾਂ ਦੇ ਵਿੱਚ ਕੁਐਸਚਨ ਵੀ ਮੈਂ ਕਰਵਾਉਣਾ ਇਹੋ ਜਿਹੇ ਕੇਸਾਂ ਦੇ ਵਿੱਚ ਕੀ ਹੁੰਦਾ ਹੈ ਜਿਹੜਾ ਵਰਕਿੰਗ ਪਾਰਟਨਰ ਹੈ ਦੇਖੋ ਜੇ ਤਾਂ ਦੋਨੇ ਹੀ ਨਾ ਕੰਮ ਕਰਦੇ ਫਿਰ ਤਾਂ ਇਹ ਸੀਗਾ ਕਿ ਜਿਹੇ ਜਿਹੇ ਪੈਸੇ ਇਨਵੈਸਟ ਕੀਤੇ ਉਹੋ ਜਿਹਾ ਪ੍ਰੋਫਿਟ ਵੰਡ ਲੈਣਗੇ ਪਰ ਜਦੋਂ ਹੁਣ ਪੈਸੇ ਇਨਵੈਸਟ ਕਰਨ ਤੋਂ ਬਾਅਦ ਇੱਕ ਜਣੇ ਨੇ ਕੰਮ ਕੀਤਾ ਦੂਜੇ ਨੇ ਨਹੀਂ ਕੀਤਾ ਤਾਂ ਕੰਮ ਕਰਨ ਵਾਲਾ ਬੰਦਾ ਕੰਮ ਕਰਨ ਦੀ ਕੀਮਤ ਵੀ ਲਊਗਾ ਤਾਂ ਕੰਮ ਕਰਨ ਦੀ ਕੀਮਤ ਅਕਸਰ ਕਿਵੇਂ ਲੈਂਦਾ ਹੈ
ਕਿ ਜਿੰਨਾ ਪ੍ਰੋਫਿਟ ਹੋ ਗਿਆ ਉਹ ਕਹੂਗਾ ਕਿ ਉਸ ਪ੍ਰੋਫਿਟ ਦੇ ਵਿੱਚੋਂ ਵੰਡਣ ਤੋਂ ਪਹਿਲਾਂ ਟੋਟਲ ਪ੍ਰੋਫਿਟ ਚੋਂ 10% ਤਾਂ ਪਹਿਲਾਂ ਹੀ ਮੇਰੇ ਕੋਲ ਰੱਖ ਦਿਓ, ਕਿਉਂਕਿ ਮੈਂ ਮੈਨੇਜ ਕੀਤਾ, ਮੈਂ ਪੜਾਇਆ, ਮੈਂ ਹੋਰ ਕੰਮ ਕੀਤੇ ਆ। ਤਾਂ ਉਹ ਟੋਟਲ ਪ੍ਰੋਫਿਟ ਚੋਂ ਕੁਝ % ਹਿੱਸਾ ਪਹਿਲਾਂ ਹੀ ਕਢਵਾ ਲੈਂਦਾ ਕਿ ਇਹ ਤਾਂ ਮੈਨੂੰ ਦੇ ਦਿਓ ਕਿਉਂਕਿ ਮੈਂ ਕੰਮ ਕੀਤਾ, ਬਾਕੀ ਜਿਹੜਾ ਰਹਿ ਗਿਆ ਉਹ ਵੰਡੋ ਜਿਵੇਂ ਵੰਡਣਾ ਹੈਗਾ। ਤਾਂ ਅਕਸਰ ਐ ਹੁੰਦਾ। ਇਸ ਕੁਐਸਚਨ ਦੇ ਵਿੱਚ ਕੀ ਹੈ, A ਵਰਕਿੰਗ, B ਸਲੀਪਿੰਗ ਪਾਰਟਨਰ ਹੈ, A ਪੁੱਟਸ ₹5,000 and B puts in ₹6,000. A receives 15% of the profit for managing the business. A क्योंकि working partner है ਤਾਂ ਉਹਨੇ 15% profit ਦਾ ਪਹਿਲੇ ਲੈ ਲਿਆ for managing the business and the rest is divided in proportion to their capitals। ਜਿਹੜੀ ਮੈਂ ਗੱਲ ਕਹੀ ਸੀ ਕਿ working partner ਹੈ ਜਿਹੜਾ ਉਹ profit ਚੋਂ ਕੁਝ ਹਿੱਸਾ ਪਹਿਲਾਂ ਹੀ ਕਢਵਾ ਲੂਗਾ ਕਿ ਮੈਂ ਕੰਮ ਕੀਤਾ, ਇਸ ਕਰਕੇ ਇੰਨਾ ਤਾਂ ਮੈਨੂੰ ਪਹਿਲੇ ਦੇ ਦਿਓ, ਬਾਕੀ ਵੰਡੋ ਜਿਵੇਂ ਵੰਡਣਾ। the rest is divided in proportion to their capitals. what does each get out of a profit of 880? ਤਾਂ 880 ਚੋਂ A ਤੇ B ਨੂੰ ਕਿੰਨਾ ਕਿੰਨਾ ਮਿਲਿਆ ਬੱਚੇ, ਆਪਾਂ ਉਹ ਆਨਸਰ ਕਰਨਾ ਹੈਗਾ। ਧਿਆਨ ਨਾਲ ਦੇਖੋ ਜੀ, A ਤੇ B ਪ੍ਰੋਫਿਟ। ਓਕੇ ਬੱਚੇ, ਇਸ ਕੁਐਸਚਨ ਦੇ ਵਿੱਚ ਤਾਂ ਆਪਾਂ ਨੂੰ ਕੈਲਕੂਲੇਟ ਕਰਨ ਦੀ ਲੋੜ ਹੀ ਨਹੀਂ ਕਿਉਂਕਿ ਟਾਈਮ ਬਰਾਬਰ ਹੈ। ਟਾਈਮ ਬਰਾਬਰ ਹੈ ਤਾਂ ਇਹਨਾਂ ਦੇ ਪੈਸੇ 5:6 ਦੇ ਵਿੱਚ ਨੇ। A 5000 B 6000 ਤਾਂ ਪ੍ਰੋਫਿਟ 5:6 ਚ ਵੰਡੇ ਜਾਊ ਕਿਉਂਕਿ ਟਾਈਮ ਬਰਾਬਰ ਹੈ। ਟਾਈਮ ਬਰਾਬਰ ਹੈ ਤਾਂ ਟਾਈਮ ਕਾਊਂਟ ਹੀ ਨਹੀਂ ਹੋਊਗਾ, ਜੋ ਇਨਵੈਸਟਮੈਂਟ ਦੀ ਰੇਸ਼ੋ ਉਹੀ ਪ੍ਰੋਫਿਟ ਦੀ ਰੇਸ਼ੋ, ਤਾਂ ਪ੍ਰੋਫਿਟ 5:6 ਚ ਵੰਡਿਆ ਜਾਊਗਾ। ਪਰ 5:6 ਚ ਕਿਹੜਾ ਵੰਡਿਆ ਜਾਊਗਾ, A ਨੂੰ ਕਿੰਨਾ ਮਿਲੂ, 15% ਪਹਿਲਾਂ ਲੈ ਗਿਆ ਤਾਂ ਬੱਚੇ 15% ਆਫ 880। A 132 ਰੁਪਏ ਪਹਿਲਾਂ ਹੀ ਲੈ ਗਿਆ, 132 ਰੁਪਏ ਪਹਿਲਾਂ ਹੀ ਲੈ ਗਿਆ ਤਾਂ ਬਾਕੀ ਕਿੰਨਾ ਰਹਿ ਗਿਆ, ਜਾਂ ਤਾਂ ਬੱਚੇ 132 ਰੁਪਏ ਮਾਈਨਸ ਕਰ ਦੋ, ਨਹੀਂ ਤਾਂ ਸੌਖਾ ਤਰੀਕਾ ਕੀ ਹੈ, 132 ਵੀ ਨਾ ਮਾਈਨਸ ਕਰੋ, 15% ਲੈ ਗਿਆ ਤਾਂ 85% ਰਹਿ ਗਿਆ। 85% ਜੋ ਕਿ 17/20 ਬਣ ਜਾਂਦਾ। ਤਾਂ ਬਾਕੀ ਜਿਹੜਾ ਪ੍ਰੋਫਿਟ ਰਹਿ ਗਿਆ ਉਹ ਰਿਮੇਨਿੰਗ ਪ੍ਰੋਫਿਟ ਕਿੰਨਾ ਰਹਿ ਗਿਆ, 880 ਦਾ 17/20 ਇਹ ਰਿਮੇਨਿੰਗ ਪ੍ਰੋਫਿਟ ਰਹਿ ਗਿਆ। 85% ਰਹਿ ਗਿਆ 17/20। ਤਾਂ A ਨੂੰ ਕਿੰਨਾ ਮਿਲੂ, 5 ਤੇ 6 ਜਿਹਦਾ ਟੋਟਲ 11 ਬਣਦਾ, ਤਾਂ A ਨੂੰ 5/11 ਤਾਂ A ਨੂੰ ਕਿੰਨਾ ਮਿਲਿਆ, 880 × 17/20 ਦਾ 5/11 ਇਹ A ਨੂੰ ਮਿਲਿਆ, ਟੋਟਲ A ਬਣ ਜੂਗਾ। ਤੇ B ਨੂੰ ਕੁੱਲ ਹੀ ਇਹ ਮਿਲਿਆ ਕਿ 880 ਦਾ 17/20 ਤਾਂ ਰਿਮੇਨਿੰਗ ਬਚ ਗਿਆ ਸੀ, ਉਹਦਾ 6/11 B ਨੂੰ ਮਿਲਿਆ। ਤਾਂ ਬੱਚੇ B ਦਾ ਦੇਖੋ ਪਹਿਲਾਂ 0 0 44 ਆ ਗਿਆ, 11 ਤੇ 44 4 ਆ ਗਿਆ, 17 × 6 × 4 24, 6 × 4 24, 17 × 24 ਹੋ ਗਿਆ ਤੁਹਾਡਾ 408। ਤਾਂ ਇਹਨੂੰ ਹੋ ਗਿਆ 408 ਰੁਪਏ। 880 ਚੋਂ 408 ਕੱਢ ਦੋ, ਬਾਕੀ A ਦੇ ਆ ਜਾਣਗੇ, ਆਨਸਰ ਇੱਥੋਂ ਮਾਰਕ ਕਰ ਦਾਂਗੇ, ਨਹੀਂ ਤਾਂ A ਦਾ ਤੁਸੀਂ ਇੱਧਰੋਂ ਸ਼ੇਅਰ ਕਰ ਸਕਦੇ ਹੋ। ਇਹ ਆ ਗਿਆ 44, 11 ਤੇ ਆ ਗਿਆ 4, 4 × 5 20, 17 × 20 340, 340 ਚ 132 ਜੋੜੇ 472। ਤਾਂ ਬੱਚੇ A ਦਾ ਸ਼ੇਅਰ 472, B ਦਾ 408 ਤੁਹਾਡਾ ਫਸਟ ਆਪਸ਼ਨ ਆਨਸਰ ਆ ਜਾਊਗਾ। ਐਗਜ਼ਾਮੀਨਰ ਨੇ ਕਿਸੇ ਇੱਕ ਦੇ ਪੁੱਛੇ ਹੁੰਦੇ ਅਕੋਰਡਿੰਗਲੀ ਕੱਢ ਲੈਂਦੇ, ਦੋਨਾਂ ਦੇ ਪੁੱਛੇ ਤਾਂ B ਦੇ ਜਦੋਂ ਨਿਕਲ ਗਏ ਟੋਟਲ ਚੋਂ ਮਾਈਨਸ ਕਰ ਦੋ ਤਾਂ ਵੀ A ਆ ਜਾਊਗਾ, ਨਹੀਂ ਤਾਂ A ਨੂੰ 15% ਟੋਟਲ ਦਾ ਪਹਿਲਾਂ ਦੇਤਾ, ਬਾਕੀ ਜਿਹੜਾ ਰਿਮੇਨਿੰਗ ਬਚ ਗਿਆ, ਆਹ ਰਿਮੇਨਿੰਗ ਬਚ ਗਿਆ, ਇਹਦਾ ਪ੍ਰਪੋਰਸ਼ਨ ਦੇ ਹਿਸਾਬ ਨਾਲ ਜੋ ਕੈਪੀਟਲਸ ਦੀ ਰੇਸ਼ੋ ਉਹਦੇ ਹਿਸਾਬ ਨਾਲ 5/11 340 ਰੁਪਏ ਉੱਤੇ ਮਿਲ ਗਏ, ਤਾਂ ਕੁੱਲ 472 A ਦਾ ਬਣ ਗਿਆ, B ਦਾ ਇੱਧਰ 408 ਨਿਕਲੇ ਹੀ ਹੋਇਆ। ਤਾਂ ਬੱਚੇ ਇਹ ਕੁਐਸਚਨ ਸੀਗਾ। ਇਸ ਤੋਂ ਬਾਅਦ ਮੇਰੇ ਖਿਆਲ ਚ ਅੱਜ ਦੀ ਕਲਾਸ ਦਾ ਹਾਂਜੀ ਆਖਰੀ ਕੁਐਸਚਨ ਹੈ, ਅਮਿਤ ਓਪਨਡ ਅ ਵਰਕਸ਼ਾਪ ਬਾय ਇਨਵੈਸਟਿੰਗ ₹60,000। ਅਮਿਤ ਨੇ ਇੱਕ ਵਰਕਸ਼ਾਪ ਖੋਲੀ 60,000 ਰੁਪਏ ਇਨਵੈਸਟ ਕਰਕੇ। ਹੀ ਇਨਵੈਸਟਡ ਐਡੀਸ਼ਨਲ ਅਮਾਊਂਟ ਆਫ 8,000 ਐਟ ਦ ਐਂਡ ਆਫ ਐਵਰੀ ਈਅਰ। After 2 years, Hemant joined him with an amount of ₹80,000. Thereafter, Hemant did not invest any additional amount. ਇੱਥੇ ਤੱਕ ਐਗਜ਼ਾਮੀਨਰ ਕਹਿੰਦਾ ਕਿ ਅਮਿਤ ਨੇ ਇੱਕ ਵਰਕਸ਼ਾਪ ਖੋਲੀ 60,000 ਰੁਪਏ ਇਨਵੈਸਟ ਕਰਕੇ ਤੇ ਉਹ ਹਰ ਸਾਲ ਬਾਅਦ 8,000 ਰੁਪਏ ਹੋਰ ਇਨਵੈਸਟ ਕਰੀ ਜਾਂਦਾ ਹੈ। ਯਾਨੀ ਕਿ ਪਹਿਲੇ ਸਾਲ ਉਹਨੇ 60,000 ਰੁਪਏ ਇਨਵੈਸਟ ਕੀਤੇ, ਅਗਲੇ ਸਾਲ 68 ਹੋ ਗਏ, ਉਸ ਤੋਂ ਅਗਲੇ ਸਾਲ 8 ਹੋਰ ਕਰਕੇ 76 ਹੋ ਗਏ, ਉਸ ਤੋਂ ਅਗਲੇ ਸਾਲ 8 ਹੋਰ ਕਰਕੇ 84,000 ਹੋ ਗਏ। ਤਾਂ ਉਹ 8,000 ਹੋਰ ਇਨਵੈਸਟ ਕਰੀ ਜਾਂਦਾ, ਐਡੀਸ਼ਨਲ ਇਨਵੈਸਟਮੈਂਟ ਹੈ। 2 ਸਾਲ ਬਾਅਦ ਹੇਮੰਤ ਜੁਆਇਨ ਕਰਦਾ 80,000 ਨਾਲ, ਉਹਨੇ ਕੋਈ ਹੋਰ ਐਡੀਸ਼ਨਲ ਇਨਵੈਸਟਮੈਂਟ ਨਹੀਂ ਕੀਤੀ। ਉਹ ਕਹਿੰਦੇ ਫਾਈਂਡ ਦਾ ਡਿਫਰੈਂਸ ਬਿਟਵੀਨ देयर ਸ਼ੇਅਰਸ ਇਨ ਪ੍ਰੋਫਿਟ। ਆਪਾਂ ਪ੍ਰੋਫਿਟ ਦਾ ਡਿਫਰੈਂਸ ਦੱਸਣਾ ਹੈ। ਇਫ ਟੋਟਲ ਪ੍ਰੋਫਿਟ ਐਟ ਦਾ ਐਂਡ ਆਫ 4 ਇਅਰਸ ਇਜ਼ ₹35,000। ਤਾਂ ਬੱਚੇ ਇੱਧਰ ਅਮਿਤ ਲਿਖ ਲੈਂਦੇ ਆ, ਇੱਧਰ ਹੇਮੰਤ ਲਿਖ ਲੈਂਦੇ ਆ।
ਤਾਂ ਅਮਿਤ ਦਾ ਇਨਵੈਸਟਮੈਂਟ ਇਨਟੂ ਟਾਈਮ, ਕਿਉਂਕਿ ਬੱਚੇ ਅਮਿਤ ਦੀ ਇਨਵੈਸਟਮੈਂਟ ਹਰ ਇੱਕ ਸਾਲ 'ਚ 8-8 ਇਨਕਰੀਜ਼ ਕਰਦੀ ਹੈ। ਤਾਂ ਪਹਿਲੇ ਸਾਲ ਓਕੇ ਇਹਨਾਂ ਦਾ 1000 ਤੇ 1000 ਕੱਟ ਦੋ, ਤਾਂ ਆ ਵੀ ਫਿਰ 1000 ਕੱਟਿਆ ਜਾਊਗਾ। ਤਾਂ ਪਹਿਲਾਂ 60000 ਹੈ, ਉਹਨੂੰ 68000 ਲਿਖਣਾ ਹੈ, ਤਾਂ 60 ਲਿਖ ਦਾਂਗੇ ਇੰਟੂ 1, 68 ਲਿਖ ਦਾਂਗੇ ਇੰਟੂ 1, 76 ਲਿਖ ਦਾਂਗੇ ਇੰਟੂ 1, 84 ਲਿਖ ਦਾਂਗੇ ਇੰਟੂ 1। ਇੱਧਰ 80000 ਹੈ। ਬਿਜ਼ਨਸ 4 ਸਾਲ ਤੱਕ ਚੱਲਿਆ, ਪਰ ਹੇਮਤ 2 ਸਾਲ ਬਾਅਦ ਆਇਆ, ਮਤਲਬ 2 ਸਾਲ ਨਹੀਂ ਰਿਹਾ, ਤਾਂ ਇੰਟੂ 2 ਕਰਾਂਗੇ। ਤਾਂ ਬੱਚੇ ਇਹਨਾਂ ਦੇ ਪ੍ਰੋਫਿਟ ਦੀ ਰੇਸ਼ੋ ਕੀ ਆ ਜੂਗੀ, ਇਹ ਆ ਜੂ ਐਡ ਕਰਕੇ 6 4 10 8 18, 6 6 12, 12 8 20, 7 27 28, 288, ਅਮਿਤ ਆ ਗਿਆ 288, ਹੇਮਤ ਆ ਗਿਆ 160। ਇਹ ਕਿਹਦੇ ਟੇਬਲ 'ਚ ਗਿਆ, 16 ਦੇ ਟੇਬਲ 'ਚ ਗਿਆ, ਇਹ 18, ਇਹ 16 ਦੇ ਟੇਬਲ 'ਚ ਗਿਆ 10। ਬੱਚੇ ਰੇਸ਼ੀਓ ਕੀ ਆ ਗਈ ਤੁਹਾਡੀ 9:5। 9:5 ਤੁਹਾਡੇ ਪ੍ਰੋਫਿਟ ਦੀ ਰੇਸ਼ੀਓ ਆ ਗਈ। ਸਾਨੂੰ ਕੀ ਦਿੱਤਾ ਹੋਇਆ, ਟੋਟਲ ਪ੍ਰੋਫਿਟ 35000। ਪੁੱਛਿਆ ਕੀ ਹੈ ਡਿਫਰੈਂਸ, ਤਾਂ ਰੇਸ਼ੀਓ 'ਚ ਟੋਟਲ ਕਿੰਨਾ, 9 ਤੇ 5 14, 14 ਦੀ ਵੈਲਿਊ 35000 ਹੈ। ਤੇ ਪੁੱਛਿਆ ਕੀ ਹੈ, 9 ਤੇ 5 ਦਾ ਡਿਫਰੈਂਸ 4, 4 ਦੀ ਵੈਲਿਊ ਪੁੱਛੀ ਹੈ। ਬੱਚੇ 7 ਤੇ 2 ਆ ਗਿਆ, 7 ਦੀ ਵੈਲਿਊ 35000, 5 ਗੁਣਾ, ਤਾਂ 2 ਦੀ ਵੈਲਿਊ ਵੀ 5 ਗੁਣਾ ਕਰਕੇ 10000 ਤੁਹਾਡਾ ਆਨਸਰ ਆ ਗਿਆ। ਤਾਂ ਬੱਚੇ ਇਸ ਕੁਐਸਚਨ ਦਾ ਆਨਸਰ ਤੁਹਾਡਾ ਸੀ ਆਪਸ਼ਨ 10000। ਤਾਂ ਇਹ ਬੱਚੇ ਆਪਣੇ ਪਾਰਟਨਰਸ਼ਿਪ ਚੈਪਟਰ ਦੇ ਕੁਝ ਟਿਪੀਕਲ ਕੁਐਸਚਨਸ ਸੀਗੇ। ਮਤਲਬ ਅੱਜ ਦੀ ਕਲਾਸ ਆਪਾਂ ਇੱਥੇ ਖਤਮ ਕਰਦੇ ਹਾਂ। ਅਗਲੀ ਕਲਾਸ ਦੇ ਵਿੱਚ ਆਪਾਂ ਮਿਲਾਂਗੇ, ਜਿਹਦੇ ਵਿੱਚ ਕਿ ਮੈਂ ਸਿੰਪਲ ਇੰਟਰਸਟ ਦੇ ਕੁਐਸਚਨਸ ਲੈ ਕੇ ਆਉਂਗਾ। ਅਗਲੀ ਕਲਾਸ ਸਿਰਫ ਸਿੰਪਲ ਇੰਟਰਸਟ, ਉਸ ਤੋਂ ਅਗਲੀ ਕਲਾਸ ਸਿਰਫ ਕੰਪਾਊਂਡ ਇੰਟਰਸਟ ਦੀ ਹੋਊਗੀ। ਤਾਂ ਅੱਜ ਸੋਮਵਾਰ ਨੂੰ ਆਪਣੇ ਏਜਿਸ ਤੇ ਪਾਰਟਨਰਸ਼ਿਪ ਦੋਨਾਂ ਚੈਪਟਰਸ ਦੇ ਕੁਐਸਚਨਸ ਕਵਰ ਕੀਤੇ ਆ। ਕੱਲ ਤੁਸੀਂ ਆਪਣੀ ਰੀਜ਼ਨਿੰਗ ਦੀ ਕਲਾਸ ਦੇਖੋਗੇ, ਪਰਸੋਂ ਜੀਐਸ ਦੀ ਕਲਾਸ ਜਿਹਦੇ ਵਿੱਚ ਤੁਹਾਡੀ ਜਿਓਗ੍ਰਾਫੀ ਚੱਲ ਰਹੀ ਹੈ। ਵੀਰਵਾਰ ਨੂੰ ਜਿਹੜੀ ਆਪਣੀ ਮੈਥ ਦੀ ਅਗਲੀ ਕਲਾਸ ਹੋਗੀ, ਉਹਦੇ ਵਿੱਚ ਮੈਂ ਸਿੰਪਲ ਇੰਟਰਸਟ ਪੂਰਾ 1 ਘੰਟਾ ਸਿਰਫ ਸਿੰਪਲ ਇੰਟਰਸਟ, ਕੰਪਾਊਂਡ ਨਹੀਂ। ਉਸ ਤੋਂ ਅਗਲੇ ਸੋਮਵਾਰ ਆਪਣੀ ਉਸ ਤੋਂ ਅਗਲੀ ਮੈਥ ਦੀ ਕਲਾਸ ਦੇ ਵਿੱਚ ਮੈਂ ਪੂਰਾ ਘੰਟਾ ਕੰਪਾਊਂਡ ਇੰਟਰਸਟ ਕਰਾਊਂਗਾ। ਜਿਹੜੇ ਆਰਡਰ ਦੇ ਵਿੱਚ ਆਪਾਂ ਸਿਲੇਬਸ ਕਵਰ ਕੀਤਾ, ਮੈਂ ਉਸੇ ਆਰਡਰ ਦੇ ਵਿੱਚ ਸਟਿਕ ਰਹੂੰਗਾ ਤੇ ਤੁਹਾਡੇ ਮਤਲਬ ਪ੍ਰੈਕਟਿਸ ਉਸ ਲੈਵਲ ਦੇ ਕੁਐਸਚਨਸ ਜਿਹੜੇ ਅਗਲੇ ਸਮੇਂ 'ਚ ਐਗਜ਼ਾਮਸ ਦੇ ਵਿੱਚ, ਖਾਸ ਕਰਕੇ ਪੀਪੀਐਸਸੀ ਖੈਰ PSSSB ਜਿਹਦੇ ਵਿੱਚ ਐਕਸਾਈਜ਼ ਇੰਸਪੈਕਟਰ ਵੀਡੀਓ ਦੇ ਐਗਜ਼ਾਮ ਨੇ, ਪਟਵਾਰੀ ਨਿਕਲਣਾ, ਆਪਣਾ ਪੰਜਾਬ ਪੁਲਿਸ ਦਾ ਦੁਬਾਰਾ ਐਗਜ਼ਾਮ ਹੋਣਾ। ਤਾਂ ਉਹ ਸਾਰੇ ਐਗਜ਼ਾਮਸ ਨੂੰ ਧਿਆਨ 'ਚ ਰੱਖ ਕੇ ਜਿਸ ਕਿਸਮ ਦੇ ਕੁਐਸਚਨ ਸਾਡੇ ਪੇਪਰ 'ਚ ਆ ਰਹੇ ਨੇ, ਅਸੀਂ ਉਸ ਲੈਵਲ ਨੂੰ ਮੀਟ ਕਰ ਸਕੀਏ ਤੇ ਪੇਪਰ 'ਚ ਹੈਰਾਨ ਨਾ ਹੋਈਏ ਕਿ ਆ ਫਲਾਣੇ ਚੈਪਟਰ 'ਚੋਂ ਕਿਹੋ ਜਿਹਾ ਕੁਐਸਚਨ ਬਣ ਗਿਆ, ਕਿੱਥੋਂ ਕੀ ਕੁਐਸਚਨ ਆ ਗਿਆ। ਤਾਂ ਉਹ ਕਰਦੇ ਜਾਈਏ। ਤਾਂ ਅਗਲੀ ਕਲਾਸ ਦੇ ਵਿੱਚ ਬੱਚੇ ਮਿਲਦੇ ਆ ਸਾਰਿਆਂ ਨੂੰ। ਥੈਂਕ ਯੂ।